मैं सोचदा ਜਿਹੜੀਆਂ ਸਫਲਤਾਵਾਂ ਤੇ ਅਸਫਲਤਾਵਾਂ ਨੇ ਉਹ ਜ਼ਿੰਦਗੀ ਦੇ ਵਿੱਚ ਵੱਖ-ਵੱਖ ਤਰ੍ਹਾਂ ਜਿਵੇਂ ਫੁੱਲ ਇੱਕ ਬਗੀਚੇ ਵਿੱਚ ਖਿੜੇ ਹੁੰਦੇ ਆ ਨਾ ਤੇ ਉਹ ਵੱਖ-ਵੱਖ ਫੁੱਲਾਂ ਤੋਂ ਬਿਨਾਂ ਅਸੀਂ ਉਹਨੂੰ ਬਗੀਚਾ ਨਹੀਂ ਕਹਿ ਸਕਦੇ। ਇਸ ਕਰਕੇ ਜ਼ਿੰਦਗੀ ਨੂੰ ਅਸਲ ਮਾਇਨਿਆਂ ਵਿੱਚ ਸਫਲਤਾਵਾਂ ਤੇ ਅਸਫਲਤਾਵਾਂ ਤੋਂ ਬਿਨਾਂ ਆਪਾਂ ਜ਼ਿੰਦਗੀ ਨਹੀਂ ਕਹਿ ਸਕਦੇ। सफल जिंदगी का पैमाना की होना चाहिए? सफलता की कोई व्यक्ति बहुत वड्डे अहुदे ते पहुँच जाता है उन्होंने कह सकते सफल व्यक्ति, ਜਾਂ बहुत सारिया डिग्रियां इकट्ठियां करता उन्होंने कह सकते सफल व्यक्ति, ਜਾਂ कोई बहुत सारा धन इकट्ठा करके वड्डे वड्डे महल मनारे वड्डियां गड्डियां कारां खरीददा जिंदगी शानो शौक नाल जींदा आ, अपनी मर्जी की नींद सौंदा मर्जी की नींद उठदा, उन्होंने असीं सफल व्यक्ति गिणांगे। ਜਾਂ ਸਫਲ ਵਿਅਕਤੀ ਦੇ ਮਾਇਨੇ ਕੁਝ ਦਰ ਹਕੀਕਤ ਹੋਰ ਹੁੰਦੇ ਆ। ਪਰ ਸਾਡੇ ਨਾਲ ਹੀ ਇੱਕ ਜਿਹੜਾ ਬੰਦਾ ਹੈ ਉਹ ਫੌਜ ਦੇ ਵਿੱਚ ਜਿਹੜਾ ਹੈ ਉਹ ਜਿਹੜਾ ਕੈਪਟਨ ਭਰਤੀ ਹੋ ਗਿਆ, ਉਹਨੂੰ ਸਾਡੀ ਸਫਲਤਾ ਦੇ ਉੱਤੇ ਨਹੀਂ ਲੱਗੇਗਾ ਕਿ ਇਹ ਬੰਦਾ, ਉਹ ਕਹੇਗਾ ਜੀ ਇਹ ਕਿ ਯਹੀ ਭਰਤੀ ਹੋ ਗਏ ਨਾ, ਮੈਂ ਤਾਂ ਕੈਪਟਨ ਭਰਤੀ ਹੋ ਗਿਆ। ਉਹਨੇ ਜ਼ਰੂਰ ਕਿਸੇ ਦੀ 20 ਕਮਰਿਆਂ ਵਾਲੀ ਕੋਠੀ ਵੇਖੀ ਹੋਏਗੀ ਜਾਂ ਆਪਣੇ ਤੋਂ ਵੱਡੀ ਕੋਠੀ ਵੇਖੀ ਹੋਏਗੀ, ਇਸ ਕਰਕੇ ਉਹਨੂੰ ਉਹਦੇ ਵਿੱਚ ਸ਼ਾਇਦ ਆਪਣੀ ਸਫਲਤਾ ਦਾ ਇੰਨਾ ਆਨੰਦ ਨਹੀਂ ਆਏਗਾ ਜਿੰਨਾ ਇੱਕ ਜਿਹਨੇ ਵਧੀਆ ਤੇ ਛੋਟਾ ਜਿਹਾ ਘਰ ਬਣਾ ਲਿਆ ਜਿਹਦੇ ਵਿੱਚ ਉਹ ਮਾੜੀਆਂ ਮੌਸਮ ਦੇ ਦੌਰਾਨ ਵਧੀਆ ਥਾਂ ਤੇ ਆਪਣੇ ਪਰਿਵਾਰ ਨਾਲ ਰਹਿੰਦਾ ਹੈ, ਉਹਦਾ ਉਹ ਘਰ ਚ ਸੁਪਰ 150 ਸਕੂਟਰ PND 7400 ਲਿਆ ਸੀ। ਉਦੋਂ ਜ਼ਿੰਦਗੀ ਦੇ ਵਿੱਚ ਇਹ ਲੱਗਾ ਸੀ ਕਿ ਇੱਕ ਸਫਲਤਾ ਪ੍ਰਾਪਤ ਕੀਤੀ ਹੈ। ਤੁਸੀਂ ਆਪਣੇ ਉਦੋਂ ਮਾਂ-ਬਾਪ ਨੂੰ ਕਿੰਨਾ ਮਿਸ ਕੀਤਾ ਹੋਏਗਾ, ਆਪਣੇ ਪਿੰਡ ਨੂੰ ਕਿੰਨਾ ਮਿਸ ਕੀਤਾ ਹੋਏਗਾ, ਆਪਣੇ ਰਿਸ਼ਤੇਦਾਰਾਂ ਨੂੰ ਉੱਥੇ ਪੜ੍ਹਦਿਆਂ ਕਿੰਨਾ ਮਿਸ ਕੀਤਾ ਹੋਏਗਾ। ਬਾਕੀ ਸਾਰੇ ਲੋਕ ਸਾਈਕਲਾਂ ਜਾਂ ਲੋਕਲ ਬੱਸਾਂ ਤੇ ਆਉਂਦੇ ਸੀ, ਜੋ ਸਫਲਤਾਵਾਂ ਜਿਹੜਾ ਉਹ ਕਾਰ ਤੇ ਆ ਰਿਹਾ ਸੀ ਉਹਦੇ ਲਈ PND 7400 ਸਕੂਟਰ ਲੈਣਾ ਕੋਈ ਵੱਡੀ ਸਫਲਤਾ ਨਹੀਂ ਸੀ, ਪਰ ਮੇਰੇ ਲਈ ਉਹ ਸਫਲਤਾ ਜਿਹੜੀ ਬਹੁਤ ਸਕੂਨ ਭਰੀ ਸੀ। ਇੱਦਾਂ ਦੀ ਮੇਰੇ ਬਹੁਤ ਸਾਰੇ ਦੋਸਤਾਂ ਲਈ ਸੀ। ਮੇਰੇ ਇੱਕ ਦੋਸਤ ਨੇ SYL ਦੇ ਉੱਤੇ ਜਦੋਂ ਲੱਗੇ ਤੇ ਉਦੋਂ ਉਹਨਾਂ ਨੇ ਰਾਇਲ ਐਨਫੀਲਡ ਮੋਟਰਸਾਈਕਲ ਲਿਆ ਸੀ, ਔਰ ਉਹ ਜਦੋਂ ਰਾਇਲ ਐਨਫੀਲਡ ਮੋਟਰਸਾਈਕਲ ਲਿਆ ਸੀ ਉਹ ਚਲਾਉਂਦਾ ਘੱਟ ਤੇ ਉਹਨੂੰ ਸਾਫ਼ ਸੁਥਰਾ ਜ਼ਿਆਦਾ ਰੱਖਦਾ ਸੀ। ਆਪਣੇ ਉਦੋਂ ਮਾਂ-ਬਾਪ ਨੂੰ ਕਿੰਨਾ ਮਿਸ ਕੀਤਾ ਹੋਏਗਾ, ਆਪਣੇ ਪਿੰਡ ਨੂੰ ਕਿੰਨਾ ਮਿਸ ਕੀਤਾ ਹੋਏਗਾ, ਆਪਣੇ ਰਿਸ਼ਤੇਦਾਰਾਂ ਨੂੰ ਉੱਥੇ ਪੜ੍ਹਦਿਆਂ ਕਿੰਨਾ ਮਿਸ ਕੀਤਾ ਹੋਏਗਾ, ਔਰ ਘਰ ਦਾ ਜਿਹੜਾ ਖਾਣਾ ਇੱਕ ਮਾਂ ਦਾ ਬਣਿਆ, ਭੈਣ ਦਾ ਬਣਿਆ ਜਾਂ ਦੂਸਰੇ ਰਿਸ਼ਤੇਦਾਰਾਂ ਦਾ ਬਣਿਆ ਉਹਨੂੰ ਕਿੰਨਾ ਮਿਸ ਕੀਤਾ ਹੋਏਗਾ। ਸੋ ਉਹ ਤੁਹਾਡੇ ਲਈ ਇੱਕ ਮੌਕਾ ਆਇਆ ਸੀਗਾ ਕਿ ਤੁਸੀਂ ਇਹਨਾਂ ਸਾਰੀਆਂ ਮੁਸ਼ਕਲਾਂ ਤੇ ਕਾਬੂ ਪਾਉਂਦੇ ਹੋਏ ਆਪਣੇ ਮਨ ਨੂੰ ਸਮਝਾ ਕੇ ਉੱਥੋਂ ਡਿਗਰੀ ਲੈ ਕੇ ਆਉਣੀ ਹੈ। ਔਰ ਘਰ ਦਾ ਜਿਹੜਾ ਖਾਣਾ ਇੱਕ ਮਾਂ ਦਾ ਬਣਿਆ, ਭੈਣ ਦਾ ਬਣਿਆ ਜਾਂ ਦੂਸਰੇ ਰਿਸ਼ਤੇਦਾਰਾਂ ਦਾ ਬਣਿਆ ਉਹਨੂੰ ਕਿੰਨਾ ਮਿਸ ਕੀਤਾ ਹੋਏਗਾ। ਸੋ ਉਹ ਤੁਹਾਡੇ ਲਈ ਇੱਕ ਮੌਕਾ ਆਇਆ ਸੀਗਾ ਕਿ ਤੁਸੀਂ ਇਹਨਾਂ ਸਾਰੀਆਂ ਮੁਸ਼ਕਲਾਂ ਤੇ ਕਾਬੂ ਪਾਉਂਦੇ ਹੋਏ ਆਪਣੇ ਮਨ ਨੂੰ ਸਮਝਾ ਕੇ ਉੱਥੋਂ ਡਿਗਰੀ ਲੈ ਕੇ ਆਉਣੀ ਹੈ। ਤੁਸੀਂ ਵੇਖ ਰਹੇ ਹੋ TV ਪੰਜਾਬੀ ਦੁਨੀਆ। ਸਮਾਂ ਹੋ ਗਿਆ ਜੀ ਸ਼ਾਮ ਦੇ ਸ਼ੋਅ ਦਾ ਤੇ ਮੇਰੇ ਨਾਲ ਹੀਰਾ ਸਿੰਘ ਹੰਸਪਾਲ ਵੀ ਤੁਸੀਂ ਸਕਰੀਨ ਤੇ ਵੇਖ ਲਿਆ। ਜ਼ਿੰਦਗੀ ਦੇ ਅੰਗ ਸੰਗ ਜ਼ਿੰਦਗੀ ਨਾਲ ਸੰਬੰਧਿਤ ਗੱਲਾਂ ਬਾਤਾਂ ਅਸੀਂ ਹਰ ਹਫਤੇ ਕਰਦੇ ਹਾਂ ਉਹਨਾਂ ਦੇ ਨਾਲ। ਬਹੁਤ ਸਧਾਰਨ ਜਿਹੀਆਂ ਗੱਲਾਂ ਪਰ ਜਿਨ੍ਹਾਂ ਦਾ ਬਹੁਤ ਮੀਨਿੰਗ ਹੁੰਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਜ਼ਿੰਦਗੀ ਪਰਮਾਤਮਾ ਦੀ ਦਿੱਤੀ ਹੋਈ ਇੱਕ ਐਸੀ ਦੇਣ ਹੈ, ਅਸੀਂ ਕਹਿੰਦੇ ਹਾਂ ਕਿ ਸਰਬੱਤ ਜਿਹੜੀਆਂ ਜੂਨ ਨੇ ਜੇ ਕੋਈ ਹੈ ਤਾਂ ਉਹਨਾਂ ਤੋਂ ਬਿਹਤਰ ਜੂਨ ਜਿਹੜੀ ਆ ਉਹ ਮਨੁੱਖ ਦੀ ਹੈ, ਕਿਉਂਕਿ ਉਹਨੂੰ ਸੋਚਣ ਦਾ, ਉਹਨੂੰ ਹੱਥ ਕੰਮ ਕਰਨ ਲਈ ਬਹੁਤ ਸਾਰੇ ਜੀਵ ਜੰਤੂ ਅਸੀਂ ਇਸ ਤਰ੍ਹਾਂ ਦੇ ਦੇਖਦੇ ਹਾਂ ਜਿਹੜੇ ਆਪਣੇ ਲਈ
ਖੁਦ ਆਪਣਾ ਭੋਜਨ ਜਿਹੜਾ ਉਹ ਨਹੀਂ ਕਮਾ ਸਕਦੇ, ਔਰ ਉਹ ਡਿਪੈਂਡੈਂਟ ਹੁੰਦੇ ਨੇ ਕਈ ਵਾਰ ਮਨੁੱਖ ਤੇ, ਕਈ ਵਾਰ ਹੋਰ ਕੋਈ ਚੀਜ਼ਾਂ ਤੇ। ਕਈ ਪਸ਼ੂ ਪੰਛੀ ਵੈਸੇ ਬਹੁਤ ਆਜ਼ਾਦ ਵੀ ਨੇ, ਪਰ ਮਨੁੱਖ ਨੂੰ ਪ੍ਰਮਾਤਮਾ ਨੇ ਜੋ ਕੁਝ ਦਿੱਤਾ ਹੈ, ਜੋ ਬੁੱਧੀ ਦਿੱਤੀ ਹੈ, ਜਿਸ ਤਰੀਕੇ ਨਾਲ ਬੁੱਧੀ ਦੀ ਵਰਤੋਂ ਕਰਕੇ ਮਨੁੱਖ ਨੇ ਜ਼ਿੰਦਗੀ ਵਿੱਚ ਬਹੁਤ ਅੱਗੇ ਦੀਆਂ ਸਫਲਤਾਵਾਂ ਹਾਸਲ ਕੀਤੀਆਂ ਨੇ, ਪਰ ਸਾਨੂੰ ਗਿਲਾ ਰਹਿੰਦਾ ਹੈ ਸਾਰੀ ਉਮਰ ਕਿ ਅਸੀਂ ਉਸ ਕਦਰ ਸਫਲ ਨਹੀਂ ਹੋਏ ਜਿੱਦਾਂ ਦਾ ਸਾਨੂੰ ਹੋਣਾ ਚਾਹੀਦਾ ਸੀ। ਸੋ ਜ਼ਿੰਦਗੀ ਸੁਮੇਲ ਹੈ ਸਫਲਤਾਵਾਂ ਤੇ ਅਸਫਲਤਾਵਾਂ ਦਾ। ਇਹਦੇ ਤੇ ਅੱਜ ਗੱਲ ਕਰਨਗੇ ਮੇਰੇ ਨਾਲ ਹੰਸਪਾਲ ਰੀਨੀ, ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਨਾਲ ਹੀ ਆਪਣੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ ਜੀ। ਗਿੱਲ ਸਾਹਿਬ, ਮੇਰੇ ਵੱਲੋਂ ਟੀਵੀ ਪੰਜਾਬੀ ਦੁਨੀਆ ਦੇ ਬਹੁਤ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਅਸੀਂ ਜ਼ਿੰਦਗੀ ਦੀਆਂ ਛੋਟੀਆਂ ਗੱਲਾਂ ਨੂੰ ਲੈ ਕੇ, ਜ਼ਿੰਦਗੀ ਦੇ ਮਾਇਨਿਆਂ ਨੂੰ ਲੈ ਕੇ, ਜ਼ਿੰਦਗੀ ਦੀਆਂ ਗੱਲਾਂ ਕਰਦੇ ਹਾਂ। ਤੋ ਆਪਾਂ ਹਰ ਵਾਰੀ ਪ੍ਰੋਗਰਾਮ 'ਚ ਬੇਨਤੀ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਵੱਧ ਤੋਂ ਵੱਧ ਕਾਲਾਂ ਕਰਕੇ ਪਾਰਟਿਸਿਪੇਟ ਕਰਿਆ ਕਰੋ। ਅਸੀਂ ਬਹੁਤ ਸਧਾਰਨ ਜਿਹੇ ਬੰਦੇ ਹਾਂ, ਬਟ ਅਸੀਂ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨੂੰ ਵੇਖ ਕੇ, ਜ਼ਿੰਦਗੀ ਦੀਆਂ ਔਕੜਾਂ ਨੂੰ ਵੇਖ ਕੇ ਜਿਹੜੇ ਆ ਉਹ ਅਸੀਂ ਜਿੱਥੇ ਵੀ ਸੰਸਾਰ ਵਿੱਚ ਵਿਚਰ ਰਹੇ ਹਾਂ ਹੁਣ ਉੱਥੇ ਅਸੀਂ ਪਹੁੰਚ ਚੁੱਕੇ ਹਾਂ। ਸੋ ਸਾਡੀਆਂ ਨਿੱਕੀਆਂ ਜ਼ਿੰਦਗੀ ਪ੍ਰਤੀ ਜਿਹੜੀਆਂ ਗੱਲਾਂ ਨੇ, ਜ਼ਿੰਦਗੀ ਨੇ ਜੋ ਸਾਨੂੰ ਦਿੱਤਾ ਹੈ, ਜੋ ਜ਼ਿੰਦਗੀ ਦਿੰਦੀ ਹੈ, ਉਸ ਨੂੰ ਆਪਾਂ ਪ੍ਰਵਾਨ ਕਰਨ ਵਾਲੇ ਲੋਕਾਂ ਵਿੱਚੋਂ ਆ। ਸੋ ਤੁਸੀਂ ਜਿਹੜਾ ਟੌਪਿਕ ਅੱਜ ਰੱਖਿਆ ਹੈ ਜ਼ਿੰਦਗੀ ਦੀਆਂ ਸਫਲਤਾਵਾਂ ਤੇ ਅਸਫਲਤਾਵਾਂ, ਮੈਂ ਸੋਚਦਾ ਜਿਹੜੀਆਂ ਸਫਲਤਾਵਾਂ ਤੇ ਅਸਫਲਤਾਵਾਂ ਨੇ ਉਹ ਜ਼ਿੰਦਗੀ ਦੇ ਵਿੱਚ ਵੱਖ-ਵੱਖ ਤਰ੍ਹਾਂ, ਜਿਵੇਂ ਫੁੱਲ ਇੱਕ ਬਗੀਚੇ ਵਿੱਚ ਖਿੜੇ ਹੁੰਦੇ ਹਨ ਤੇ ਉਹ ਵੱਖ-ਵੱਖ ਫੁੱਲਾਂ ਤੋਂ ਬਿਨਾਂ ਅਸੀਂ ਉਹਨੂੰ ਬਗੀਚਾ ਨਹੀਂ ਕਹਿ ਸਕਦੇ। ਇਸ ਕਰਕੇ ਜ਼ਿੰਦਗੀ ਨੂੰ ਅਸਲ ਮਾਇਨਿਆਂ ਵਿੱਚ ਸਫਲਤਾਵਾਂ ਤੇ ਅਸਫਲਤਾਵਾਂ ਤੋਂ ਬਿਨਾਂ ਆਪਾਂ ਜ਼ਿੰਦਗੀ ਨਹੀਂ ਕਹਿ ਸਕਦੇ। ਜ਼ਿੰਦਗੀ ਤਦ ਹੀ ਹੈ ਜੇ ਜ਼ਿੰਦਗੀ ਦੇ ਵਿੱਚ ਕਦੀ ਕੁਝ ਅਸਫਲਤਾਵਾਂ ਆਈਆਂ, ਕੁਝ ਸਫਲਤਾਵਾਂ ਮਿਲੀਆਂ। ਤੋ ਇਹ ਜਿਹੜਾ ਸੁਮੇਲ ਬਣਦਾ ਹੈ ਜ਼ਿੰਦਗੀ ਦੇ ਵਿੱਚ ਸਫਲਤਾਵਾਂ ਤੇ ਅਸਫਲਤਾਵਾਂ ਦਾ, ਇਹ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦਾ ਹੈ। ਤੋ ਅਸਫਲਤਾਵਾਂ ਤੋਂ ਬਿਨਾਂ ਜਿਹੜੀ ਆ ਸਫਲਤਾਵਾਂ ਦਾ ਮੁਲਾਂਕਣ ਨਹੀਂ ਕੀਤਾ ਜਾ ਸਕਦਾ। ਇਹ ਇੱਕ ਬੜਾ ਸਪਸ਼ਟ ਸਿਧਾਂਤ ਆ ਕਿ ਜੇ ਜ਼ਿੰਦਗੀ ਵਿੱਚ ਵੱਖ-ਵੱਖ ਲੋਕਾਂ ਦੀ ਜ਼ਿੰਦਗੀ ਵਿੱਚ ਅਸਫਲਤਾਵਾਂ ਹੋਣਗੀਆਂ ਤਦ ਹੀ ਉਹ ਸਫਲਤਾਵਾਂ ਦਾ ਮੁਲਾਂਕਣ ਕਰ ਸਕਦੇ ਆ, ਨਹੀਂ ਤੇ ਅਸਫਲਤਾਵਾਂ ਤੋਂ ਬਿਨਾਂ ਜ਼ਿੰਦਗੀ ਦੀਆਂ ਸਫਲਤਾਵਾਂ ਦਾ ਮੁਲਾਂਕਣ ਕਰਨਾ ਬੜਾ ਅਸੰਭਵ ਜਿਹਾ ਲੱਗਦਾ ਹੈ। ਬਿਲਕੁਲ। ਅੱਛਾ ਹੰਸਪਾਲ ਜੀ, ਸਫਲ ਜ਼ਿੰਦਗੀ ਦਾ ਪੈਮਾਨਾ ਕੀ ਹੋਣਾ ਚਾਹੀਦਾ? ਸਫਲਤਾ ਕੀ ਕੋਈ ਵਿਅਕਤੀ ਬਹੁਤ ਵੱਡੇ ਅਹੁਦੇ ਤੇ ਪਹੁੰਚ ਜਾਂਦਾ ਹੈ ਉਹਨੂੰ ਕਹਿ ਸਕਦੇ ਸਫਲ ਵਿਅਕਤੀ, ਜਾਂ ਬਹੁਤ ਸਾਰੀਆਂ ਡਿਗਰੀਆਂ ਇਕੱਠੀਆਂ ਕਰਦਾ ਉਹਨੂੰ ਕਹਿ ਸਕਦੇ ਸਫਲ ਵਿਅਕਤੀ, ਜਾਂ ਕੋਈ ਬਹੁਤ ਸਾਰਾ ਧਨ ਇਕੱਠਾ ਕਰਕੇ ਵੱਡੇ ਵੱਡੇ ਮਹਿਲ ਮਨਾਰੇ, ਵੱਡੀਆਂ ਗੱਡੀਆਂ ਕਾਰਾਂ ਖਰੀਦਦਾ, ਜ਼ਿੰਦਗੀ ਸ਼ਾਨੋ ਸ਼ੌਕ ਨਾਲ ਜੀਂਦਾ ਆ, ਆਪਣੀ ਮਰਜ਼ੀ ਦੀ ਨੀਂਦ ਸੌਂਦਾ, ਮਰਜ਼ੀ ਦੀ ਨੀਂਦ ਉੱਠਦਾ, ਉਹਨੂੰ ਅਸੀਂ ਸਫਲ ਵਿਅਕਤੀ ਗਿਣਾਂਗੇ? ਜਾਂ ਸਫਲ ਵਿਅਕਤੀ ਦੇ ਮਾਇਨੇ ਕੁਝ ਦਰ ਹਕੀਕਤ ਹੋਰ ਹੁੰਦੇ ਆ? ਬੜਾ ਹੀ ਖੂਬਸੂਰਤ ਤੁਸੀਂ ਸਵਾਲ ਕੀਤਾ ਹੈ ਕਿ ਜਿਹੜੀ ਸਫਲਤਾਵਾਂ ਦੀ ਜ਼ਿੰਦਗੀ ਆ ਇਹ ਹਰ ਮਨੁੱਖ ਦੀ ਜ਼ਿੰਦਗੀ ਨਾਲ ਸੰਬੰਧਿਤ ਗੱਲ ਹੈ। ਗਿੱਲ ਸਾਹਿਬ, ਮੇਰੇ ਲਈ ਜਾਂ ਤੁਹਾਡੇ ਲਈ ਜਦੋਂ ਅਸੀਂ ਜੂਨੀਅਰ ਇੰਜੀਨੀਅਰ ਭਰਤੀ ਹੋਏ ਸੀਗੇ ਜੀ, ਤੇ ਸਾਡੇ ਲਈ ਉਹ ਇੱਕ ਬਹੁਤ ਵੱਡੀ ਸਫਲਤਾ ਸੀਗੀ ਕਿ ਅਸੀਂ ਇੱਕ ਜ਼ਿੰਦਗੀ ਦੀ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਅਸੀਂ ਜਿਹੜੇ ਟ੍ਰੇਡ ਦੇ ਵਿੱਚ ਪੜ੍ਹੇ ਹਾਂ, ਸਿਵਲ ਇੰਜੀਨੀਅਰਿੰਗ, ਉਹਦਾ ਜਿਹੜਾ ਪਾਏਦਾਨ ਹੁੰਦਾ ਐਜ਼ ਇੰਜੀਨੀਅਰ, ਉਸ ਪਾਏਦਾਨ ਦੇ ਉੱਤੇ ਅਸੀਂ ਤਾਇਨਾਤ ਹੋਏ। ਪਰ ਸਾਡੇ ਨਾਲ ਹੀ ਇੱਕ ਜਿਹੜਾ ਬੰਦਾ ਹੈ ਉਹ ਫੌਜ ਦੇ ਵਿੱਚ ਜਿਹੜਾ ਹੈ ਉਹ ਜਿਹੜਾ ਕੈਪਟਨ ਭਰਤੀ ਹੋ ਗਿਆ, ਉਹਨੂੰ ਸਾਡੀ ਸਫਲਤਾ ਦੇ ਉੱਤੇ ਨਹੀਂ ਲੱਗੇਗਾ ਕਿ ਇਹ ਬੰਦਾ, ਉਹ ਕਹੇਗਾ ਜੀ ਇਹ ਕਿ ਯਹੀ ਭਰਤੀ ਹੋ ਗਏ ਨਾ, ਮੈਂ ਤਾਂ ਕੈਪਟਨ ਭਰਤੀ ਹੋ ਗਿਆ। ਸੋ ਇਹ ਜਿਹੜਾ ਜ਼ਿੰਦਗੀ ਦੀਆਂ ਸਫਲਤਾਵਾਂ ਤੇ ਉਹਨਾਂ ਦਾ ਜਿਹੜਾ ਪੈਮਾਨਾ ਫਿਕਸ ਕਰਨਾ ਜਿਹੜਾ ਹੈ ਉਹ ਬਿਲਕੁਲ ਸੰਭਵ ਨਹੀਂ ਹੈਗਾ। ਹਰ ਬੰਦੇ ਦੀਆਂ ਸਫਲਤਾਵਾਂ ਜਿਨ੍ਹਾਂ ਦੇ ਉੱਤੇ ਉਹਨੂੰ ਮਾਣ ਹੋਏ ਉਹੀ ਜ਼ਿੰਦਗੀ ਦੀਆਂ ਸਫਲਤਾਵਾਂ ਹੁੰਦੀਆਂ ਨੇ। ਤੁਸੀਂ ਗੱਲ ਕੀਤੀ ਇੱਕ ਬੰਦਾ ਜਿਹੜਾ ਹੈ ਉਹ ਕੱਚੇ ਘਰ ਦੇ ਵਿੱਚੋਂ ਨਿਕਲ ਕੇ ਆਪਣੇ 3-4 ਵਧੀਆ ਪਿੰਡ ਦੇ ਵਿੱਚ ਕਮਰੇ ਪਾ ਲੈਂਦਾ ਹੈ, ਆਪਣਾ ਜੋ ਉਹਦਾ ਸੰਸਾਰ ਆ ਉਹਦੇ ਵਿੱਚ ਉਹਦਾ ਸਿਰ ਜਿਹੜਾ ਹੈ ਉਹ ਵਧੀਆ ਤਰੀਕੇ ਨਾਲ ਜਿਹੜਾ ਢੱਕਿਆ ਜਾਂਦਾ, ਉਹਦੇ ਉੱਤੇ ਮੌਸਮਾਂ ਦਾ, ਉਹਦੇ ਉੱਤੇ ਮਾਰੂ ਮੌਸਮਾਂ ਦਾ, ਚੰਗੇ ਮੌਸਮਾਂ ਦਾ ਉਹਨਾਂ ਤੋਂ ਬਚਣ ਲਈ ਇੱਕ ਵਧੀਆ ਆਸਰਾ ਬਣ ਗਿਆ ਕਿ ਉਹਨੇ 3-4 ਕਮਰਿਆਂ ਦਾ ਘਰ ਪਾ ਲਿਆ। ਪਰ ਉਹਨੂੰ ਆਪਣੀ ਜ਼ਿੰਦਗੀ ਦੀਆਂ ਉਹ ਖੂਬਸੂਰਤ ਸਫਲਤਾਵਾਂ ਹੁੰਦੀਆਂ ਨੇ ਔਰ ਵੇਖਿਆ ਕਿ ਲੋਕ 3-4 ਕਮਰੇ ਪਾ ਕੇ, ਅੱਗੇ ਬਰਾਂਡਾ ਪਾ ਕੇ, ਰਸੋਈ ਪਾ ਕੇ ਉਹਦਾ ਜਸ਼ਨ ਮਨਾਉਂਦੇ ਆ ਕਿ ਅਸੀਂ ਅੱਜ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ।
ਆਪਣੇ ਲਈ ਤੇ ਆਪਣੇ ਪਰਿਵਾਰ ਲਈ ਆਪਾਂ ਆਪਣੇ ਉੱਤੇ ਇੱਕ ਵਧੀਆ ਛੱਤ ਬਣਾ ਲਈ ਆ। ਪਰ ਉਹਦੇ ਮੁਕਾਬਲੇ ਇੱਕ ਬੰਦਾ ਜਿਹੜਾ ਉਹ 3 ਮੰਜ਼ਿਲਾਂ ਕੋਠੀ ਪਾਉਂਦਾ ਹੈ, ਉਹਦੇ ਵਿੱਚ ਮਾਡਰਨ ਸਾਰਾ ਕੁਝ ਲਾਉਂਦਾ ਹੈ, ਉਹਨੂੰ ਸ਼ਾਇਦ ਉਹਦੀ ਉਹ ਸਫਲਤਾ ਨਹੀਂ ਲੱਗੇਗੀ। ਕਿ ਇਸ ਬੰਦੇ ਨੇ ਕੀ ਕੀਤਾ, 3-4 ਕਮਰਿਆਂ ਦਾ ਘਰ ਪਾ ਲਿਆ, ਕੁਛ ਪਾ ਲਿਆ, ਜਿਹੜੀ ਸਾਡੇ ਪਿੰਡਾਂ ਦੀ ਵਿਆਖਿਆ ਹੈ। ਔਰ ਇੱਕ ਅੱਧਾ ਬੰਦਾ ਜਾਂ 2-4 ਜਾਂ 10 ਬੰਦੇ ਸਾਡੇ ਪਿੰਡਾਂ ਦੇ ਵਿੱਚ ਕੋਠੀ ਪਾ ਲੈਂਦੇ ਨੇ। ਇਸ ਕਰਕੇ ਉਹਨਾਂ ਨੂੰ ਉਹਨਾਂ ਦੀ ਸਫਲਤਾ ਨਹੀਂ ਲੱਗਦੀ। ਪਰ ਮੇਰੇ ਹਿਸਾਬ ਨਾਲ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਉਹ ਵੱਡੀ ਕੋਠੀ ਵਾਲਾ ਉਹਨਾਂ ਜਿਹੜਾ ਆਪਣੇ ਉੱਤੇ ਸ਼ਾਇਦ ਮਾਣ ਨਾ ਕਰਦਾ ਹੋਏ, ਕਿਉਂਕਿ ਉਹ ਜੇ ਉਹ 10 ਕਮਰਿਆਂ ਦੀ ਕੋਠੀ ਪਾਉਂਦਾ ਹੈ ਤੇ ਉਹਨੇ ਜ਼ਰੂਰ ਕਿਸੇ ਦੀ 20 ਕਮਰਿਆਂ ਵਾਲੀ ਕੋਠੀ ਵੇਖੀ ਹੋਏਗੀ ਜਾਂ ਆਪਣੇ ਤੋਂ ਵੱਡੀ ਕੋਠੀ ਵੇਖੀ ਹੋਏਗੀ। ਇਸ ਕਰਕੇ ਉਹਨੂੰ ਉਹਦੇ ਵਿੱਚ ਸ਼ਾਇਦ ਆਪਣੀ ਸਫਲਤਾ ਦਾ ਇੰਨਾ ਆਨੰਦ ਨਹੀਂ ਆਏਗਾ ਜਿੰਨਾ ਇੱਕ ਜਿਹਨੇ ਵਧੀਆ ਤੇ ਛੋਟਾ ਜਿਹਾ ਘਰ ਬਣਾ ਲਿਆ, ਜਿਹਦੇ ਵਿੱਚ ਉਹ ਮਾੜੀਆਂ ਮੌਸਮ ਦੇ ਦੌਰਾਨ ਵਧੀਆ ਥਾਂ ਤੇ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਹਦਾ ਉਹ ਘਰ ਚੋਂਦਾ ਨਾ ਹੋਏ, ਉਹਦਾ ਕੁਛ ਨਾ ਹੋਏ। ਜਿਹੜਾ ਚੋਂਦੇ ਘਰਾਂ ਚੋਂ ਨਿਕਲ ਕੇ ਇੱਕ ਪੱਕਾ ਘਰ ਪਾ ਲੈਂਦਾ ਹੈ, ਉਹਦੀ ਸਫਲਤਾ ਜਿਹੜੀ ਆ ਉਹਨੂੰ ਜ਼ਿਆਦਾ ਆਨੰਦਿਤ ਕਰਦੀ ਆ ਬਜਾਏ ਕਿ ਇੱਕ ਵੱਡੀ ਕੋਠੀ ਵਾਲੇ ਦੇ। ਸੋ ਸਫਲਤਾਵਾਂ ਦਾ ਪੈਮਾਨਾ ਫਿਕਸ ਕਰਨਾ, ਇੱਕ ਉਹ ਬੰਦਾ, ਮੈਨੂੰ ਸੱਚ ਦੀ ਗੱਲ ਯਾਦ ਆਈ, ਮੈਂ ਜਦੋਂ ਜੇਈ ਲੱਗਾ ਉਸ ਤੋਂ ਪਹਿਲਾਂ ਸਾਰੀ ਜ਼ਿੰਦਗੀ ਸਾਈਕਲਾਂ ਤੇ ਲੰਘਦੀ ਸੀ। ਤੋਂ ਮੈਂ ਇੱਕ ਸੁਪਰ 150 ਚੱਲਦਾ ਹੋਇਆ ਸਕੂਟਰ ਲਿਆ ਸੀ, ਜਿਹਦਾ ਨੰਬਰ ਵੀ ਯਾਦ ਆ, PND 7400। ਅੱਛਾ ਜੀ। ਤੇ ਉਹ ਮੇਰੇ ਲਈ ਉਸ ਵੇਲੇ ਵੱਡੀ ਸਫਲਤਾ ਸੀ ਕਿ ਮੈਂ ਇੱਕ ਉਹ ਬੰਦਾ ਜਿਹਦੇ ਕੋਲ ਪਿੰਡ ਦੇ ਵਿੱਚ ਸਾਈਕਲ ਵੀ ਹੈ ਨਹੀਂ ਸੀ, ਸਾਈਕਲ ਸਿਰਫ ਮੇਰੇ ਫਾਦਰ ਸਾਹਿਬ ਤੋਂ ਹੁੰਦਾ ਸੀ, ਬਾਕੀ ਪਰਿਵਾਰ ਵਿੱਚ ਕਿਸੇ ਤੋਂ ਸਾਈਕਲ ਹੈ ਨਹੀਂ ਸੀ। ਬਟ ਮੈਂ ਸਾਰੇ ਆਪਣੇ ਪੋਲੀਟੈਕਨਿਕ ਦੇ ਜੀਵਨ ਦੇ ਵਿੱਚ ਸਾਈਕਲ ਵਰਤਿਆ, ਉਹ ਵੀ ਜਦੋਂ ਆਪਣਾ ਲਿਆ ਤਾਂ ਬਹੁਤ ਆਨੰਦਿਤ ਹੋਇਆ। ਨਹੀਂ ਤੇ ਮੈਨੂੰ ਯਾਦ ਆ 5 ਪੈਸੇ ਘੰਟੇ, ਤੇ ਅਖੀਰ ਦੇ ਵਿੱਚ ਜਦੋਂ ਅਸੀਂ ਡਿਪਲੋਮੇ ਦੇ ਆਖਰੀ ਸਾਲ 'ਚ ਸੀ, ਉਦੋਂ 10 ਪੈਸੇ ਘੰਟੇ ਦੇ ਵਿੱਚ ਸਾਈਕਲ ਲਾ ਕੇ ਸਾਰੇ ਅੰਮ੍ਰਿਤਸਰ ਦੀ ਗੇੜੀ ਲਾਈ ਦੀ ਸੀ। ਪਰ ਜਿੱਦਣ ਆਪਣਾ ਸਾਈਕਲ ਲਿਆ ਉਦੋਂ ਪ੍ਰਾਪਤੀ ਲੱਗੀ। ਪਰ ਉਸ ਤੋਂ ਬਾਅਦ ਜਦੋਂ ਜੇਈ ਲੱਗ ਕੇ ਉਹ PND ਸੁਪਰ 150 ਸਕੂਟਰ PND 7400 ਲਿਆ ਸੀ, ਉਦੋਂ ਜ਼ਿੰਦਗੀ ਦੇ ਵਿੱਚ ਇਹ ਲੱਗਾ ਸੀ ਕਿ ਇੱਕ ਸਫਲਤਾ ਪ੍ਰਾਪਤ ਕੀਤੀ ਹੈ ਜੀ। ਸੋ ਉਹ ਜਿਹੜੀ ਸਫਲਤਾ ਨੇ ਮੈਨੂੰ ਸਕੂਨ ਦਿੱਤਾ ਸੀਗਾ, ਉਹ ਮੇਰੇ ਲਈ ਉਹਦਾ ਵਰਣਨ ਕਰਨਾ ਜਿਹੜਾ ਨਹੀਂ, ਉਹਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਉਸ ਸਕੂਨ ਨੂੰ, ਕਿਉਂਕਿ ਉਹਦਾ ਵਰਣਨ ਨਹੀਂ ਕੀਤਾ ਜਾ ਸਕਦਾ, ਉਹਦੇ ਲਈ ਸ਼ਬਦ ਹੈ ਨਹੀਂ ਗੇ। ਕਿਉਂਕਿ ਕਿਸੇ ਲਈ ਇੱਕ ਪੁਰਾਣਾ ਸੁਪਰ 150 ਬਜਾਜ ਵਾਲਿਆਂ ਦਾ ਸਕੂਟਰ ਲੈਣਾ ਕੋਈ ਵੱਡੀ ਪ੍ਰਾਪਤੀ ਸਫਲਤਾ ਨਹੀਂ, ਮੇਰੇ ਲਈ ਉਹ ਬਹੁਤ ਵੱਡੀ ਸਫਲਤਾ ਸੀ। ਤੋਂ ਇਵੇਂ ਹੀ ਮੇਰੇ ਵਰਗੇ ਬਹੁਤ ਸਾਰੇ ਲੋਕਾਂ ਲਈ, ਉਹ ਜਿਹੜੇ ਅਸੀਂ ਬਿਲਕੁਲ ਉਹਨਾਂ ਪਿੰਡਾਂ ਤੋਂ ਉੱਠ ਕੇ ਆਏ ਆ ਜਿੱਥੇ ਸਹੂਲਤਾਂ ਅੱਜ ਵੀ ਘੱਟ ਨੇ, ਉਹਨਾਂ ਤੋਂ ਆਣ ਕੇ ਜਦੋਂ ਅਸੀਂ ਇਸ ਤਰ੍ਹਾਂ ਦੇ ਮੁਕਾਮ ਹਾਸਲ ਕਰਦੇ ਹਾਂ ਤੇ ਉਹ ਸਫਲਤਾਵਾਂ ਗਿਣੀਆਂ ਜਾਂਦੀਆਂ ਨੇ। ਪਰ ਜਿਹੜਾ ਇੱਕ ਬੰਦਾ ਕਾਰ ਦੇ ਵਿੱਚ ਉਸ ਵੇਲੇ ਆਉਂਦਾ ਸੀ, ਸਾਡੇ ਨਾਲ ਇੱਕ ਹੀ ਕਾਰ ਆਉਂਦੀ ਹੁੰਦੀ ਸੀ ਪੋਲੀਟੈਕਨਿਕ ਦੇ ਵਿੱਚ, ਉਹ ਇੱਕ ਸਟੂਡੈਂਟ ਦੀ ਸੀ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਤੇ 3 ਸਕੂਟਰ ਆਉਂਦੇ ਹੁੰਦੇ ਸੀ ਸਿਰਫ ਵਿਦਿਆਰਥੀਆਂ ਦੇ, ਬਾਕੀ ਸਾਰੇ ਲੋਕ ਸਾਈਕਲਾਂ ਜਾਂ ਲੋਕਲ ਬੱਸਾਂ ਤੇ ਆਉਂਦੇ ਸੀ। ਤੋਂ ਸਫਲਤਾਵਾਂ ਜਿਹੜਾ ਉਹ ਕਾਰ ਤੇ ਆ ਰਿਹਾ ਸੀ, ਉਹਦੇ ਲਈ PND 7400 ਸਕੂਟਰ ਲੈਣਾ ਕੋਈ ਵੱਡੀ ਸਫਲਤਾ ਨਹੀਂ ਸੀ। ਪਰ ਮੇਰੇ ਲਈ ਉਹ ਸਫਲਤਾ ਜਿਹੜੀ ਬਹੁਤ ਸਕੂਨ ਭਰੀ ਸੀ। ਇੱਦਾਂ ਦੀ ਮੇਰੇ ਬਹੁਤ ਸਾਰੇ ਦੋਸਤਾਂ ਲਈ ਸੀ। ਮੇਰੇ ਇੱਕ ਦੋਸਤ ਨੇ SYL ਦੇ ਉੱਤੇ ਜਦੋਂ ਲੱਗੇ ਤੇ ਉਦੋਂ ਉਹਨਾਂ ਨੇ ਰਾਇਲ ਐਨਫੀਲਡ ਮੋਟਰਸਾਈਕਲ ਲਿਆ ਸੀ, ਔਰ ਉਹ ਜਦੋਂ ਰਾਇਲ ਐਨਫੀਲਡ ਮੋਟਰਸਾਈਕਲ ਲਿਆ ਸੀ, ਉਹ ਚਲਾਉਂਦਾ ਘੱਟ ਤੇ ਉਹਨੂੰ ਸਾਫ਼ ਸੁਥਰਾ ਜ਼ਿਆਦਾ ਰੱਖਦਾ ਸੀ। ਮੇਰੇ ਕੋਲ ਰਾਇਲ ਐਨਫੀਲਡ ਆ, ਉਹਦੇ ਲਈ ਉਹ ਰਾਇਲ ਐਨਫੀਲਡ ਖਰੀਦਣਾ ਜਿਹੜਾ ਇਹ ਬਹੁਤ ਵੱਡੀ ਸਫਲਤਾ ਸੀ। ਬਿਲਕੁਲ ਹੰਸਪਾਲ ਜੀ, ਵੈਸੇ ਉਦਾਂ ਜੇ ਵੇਖਿਆ ਜਾਵੇ ਤੇ ਇਹਦੇ ਜਿਹੜਾ ਮੈਂ ਪੈਮਾਨੇ ਦੀ ਗੱਲ ਕੀਤੀ ਸੀ, ਚਲੋ ਪੈਮਾਨਾ ਤੁਸੀਂ ਬਾਖੂਬੀ ਦੱਸਤਾ ਕਿ ਹਰ ਵਿਅਕਤੀ ਦਾ ਆਪਣਾ ਪੈਮਾਨਾ ਹੈ ਉਹਨੂੰ ਨਾਪਣ ਦਾ, ਪਰ ਇੱਕ ਪੈਮਾਨਾ ਸਾਨੂੰ ਸਾਡੀਆਂ ਸਿੱਖਿਆਵਾਂ ਜਾਂ ਇੰਝ ਕਹਿ ਲਈਏ ਕਿ ਸਾਡੇ ਧਾਰਮਿਕ ਅਕੀਦਿਆਂ ਚੋਂ ਜਾਂ ਫਿਰ ਸਾਡੀਆਂ ਜਿਹੜੀਆਂ ਸਮਾਜਿਕ ਰਹੁ ਰੀਤਾਂ ਉਹਨਾਂ ਚੋਂ ਵੀ ਮਿਲਦਾ ਹੈ ਕਿ ਹਰ ਇੱਕ ਚੀਜ਼ ਜਿਹੜੀ ਹੈ ਨਾ ਉਹਦਾ ਇੱਕ ਸਬਰ ਤੇ ਸੰਤੋਖ ਹੁੰਦਾ ਹੈ, ਤੇ ਉਹ ਸੰਤੋਖ ਭਰੀ ਜ਼ਿੰਦਗੀ ਜਿਹੜੀ ਆ ਉਹ ਜ਼ਿਆਦਾ ਖੁਸ਼ੀ ਦਿੰਦੀ ਆ ਬਜਾਏ ਇਸ ਦੇ ਕਿ ਬਹੁਤ ਸਾਰਾ ਤੁਸੀਂ ਧਨ ਇਕੱਠਾ ਕਰ ਲਓ ਜਾਂ ਬਹੁਤ ਸਾਰੇ ਜੀਵਨ ਦੀਆਂ ਸਹੂਲਤਾਂ। ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਕਿ ਇੱਕ ਛੋਟਾ ਘਰ ਇੱਕ ਵਿਅਕਤੀ ਲਈ ਸਵਰਗ ਹੋ ਸਕਦਾ ਹੈ, ਇੱਕ 3 ਮੰਜ਼ਲੀ ਕੋਠੀ ਦੂਜੇ ਵਿਅਕਤੀ ਲਈ ਕੋਈ ਮਾਮੂਲੀ ਚੀਜ਼ ਹੋ ਸਕਦੀ ਆ। ਪੈਮਾਨਾ ਆਪੋ ਆਪਣਾ ਨਾਪਣ ਦਾ, ਪਰ ਜਿਹੜੀ ਸਾਨੂੰ ਸਿੱਖਿਆ ਦਿੱਤੀ ਜਾਂਦੀ ਆ ਸਾਡੇ ਜਿੱਦਾਂ ਮੈਂ ਕਿਹਾ ਸਾਡੇ ਧਰਮ ਵੱਲੋਂ ਜਾਂ ਸਾਡੇ ਸਮਾਜਿਕ ਤਾਣੇ ਬਾਣੇ ਵੱਲੋਂ, ਸਾਡੇ ਮਾਪਿਆਂ ਵੱਲੋਂ, ਸਾਡੇ ਅਧਿਆਪਕਾਂ ਵੱਲੋਂ, ਕਿ ਜਿਹੜਾ ਵਿਅਕਤੀ ਆ ਉਹ ਅਗਰ ਸਬਰ ਸੰਤੋਖ ਤੇ ਮਿਹਨਤ ਨਾਲ ਕਮਾਈ ਕਰਕੇ ਸਬਰ ਸੰਤੋਖ ਦੇ ਵਿੱਚ ਰਹਿੰਦਾ ਹੋਇਆ ਜੀਵਨ ਬਸਰ ਕਰਦਾ ਤੇ ਉਹਦੇ ਵਾਸਤੇ ਉਹੀ ਸਫਲਤਾ ਆ। ਜ਼ਰੂਰੀ ਨਹੀਂ ਕਿ ਅੰਬਰਾਂ ਦੇ ਤਾਰੇ ਤੋੜਨ ਨੂੰ ਹੀ ਸਫਲਤਾ ਕਿਹਾ ਜਾਵੇ। ਸਫਲਤਾ ਫਿਰ ਉੱਥੇ ਆ ਕੇ ਰੁਕਦੀ ਆ ਕਿ ਸਫਲਤਾ ਹਰ ਵਿਅਕਤੀ ਲਈ ਵੱਖਰੀ ਜਿਹੜੀ ਆ ਉਹ ਹੋ ਸਕਦੀ ਆ। ਕਿਸੇ ਲਈ ਬਹੁਤ ਵੱਡੀ ਪ੍ਰਾਪਤੀ, ਬਹੁਤ ਛੋਟੀ ਹੋ ਸਕਦੀ ਆ।
ਕਿਸੇ ਲਈ ਨਿੱਕੇ ਨਿੱਕੀਆਂ ਸਫਲਤਾਵਾਂ ਜ਼ਿੰਦਗੀ ਦੀਆਂ ਉਹਨੂੰ ਅਥਾਹ ਖੁਸ਼ੀ ਦੇ ਸੋਮੇ ਦੇ ਸਕਦੀਆਂ। ਗਿੱਲ ਸਾਹਿਬ, ਵੱਡੀ ਗੱਲ ਇਹ ਹੈ ਕਿ ਜਿਹੜੀ ਤੁਸੀਂ ਸਫਲਤਾ ਇੱਕ ਪ੍ਰਾਪਤ ਕਰਦੇ ਆ, ਜਿਹੜਾ ਤੁਸੀਂ ਇੱਕ ਮੁਕਾਮ ਹਾਸਲ ਕਰਦੇ ਆ, ਉਹਦੇ ਪਿੱਛੇ ਬੁਨਿਆਦੀ ਗੱਲ ਇਹ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਕਰਦੇ ਆ। ਸਫਲਤਾ ਮਨੁੱਖ ਦੀ ਇੱਕ ਬਹੁਤ ਵੱਡੀਆਂ ਕਾਰਾਂ ਵਾਲੇ ਬੰਦੇ ਨੇ, ਉਹ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਜਰਾਇਮ ਪੇਸ਼ਾ ਰਹਿ ਕੇ, ਜਿੱਦਾਂ ਆਪਾਂ ਦੇਖਦੇ ਰਹੇ ਹਾਂ, ਕਿਉਂਕਿ ਅਸੀਂ ਬਾਰਡਰ ਡਿਸਟ੍ਰਿਕਟ ਨਾਲ ਸੰਬੰਧਿਤ ਸੀਗੇ, ਉੱਥੇ ਕਈ ਲੋਕ ਸਮਗਲਿੰਗ ਕਰਦੇ ਸੀ, ਕਈ ਲੋਕ ਕਈ ਦੂਸਰੇ ਧੰਦੇ ਕਰਦੇ ਸੀ। ਸੋ ਉਹਨਾਂ ਦੀਆਂ ਵੀ ਕੋਠੀਆਂ ਹੁੰਦੀਆਂ ਸੀ ਜਾਂ ਵੱਡੀਆਂ ਹਵੇਲੀਆਂ ਹੁੰਦੀਆਂ ਸੀਗੀਆਂ। ਉਹਨਾਂ ਦੀ ਸਫਲਤਾ ਤੇ ਇੱਕ ਬੰਦੇ ਨੇ ਨੇਕ ਨਿਸ਼ਟੀ ਨਾਲ ਪੜ੍ਹ ਲਿਖ ਕੇ ਮਿਹਨਤ ਕਰਕੇ ਦੂਰ ਦੂਰ ਤੱਕ ਬੱਸਾਂ ਤੇ ਪੜ੍ਹਨ ਜਾ ਕੇ ਆਪਣੀ ਜਿਹੜਾ ਮੁਕਾਮ ਹਾਸਲ ਕੀਤਾ ਹੁੰਦਾ। ਸੋ ਸਫਲਤਾ ਨੂੰ ਜੇ ਇਹ ਵੀ ਵੇਖਣਾ ਹੋਏ ਤੇ ਇਹ ਵੀ ਵੇਖਣਾ ਚਾਹੀਦਾ ਕਿ ਇਸ ਬੰਦਾ ਜਿਹੜੇ ਮੁਕਾਮ ਤੇ ਪਹੁੰਚਿਆ ਹੈ, ਉਹਦੇ ਲਈ ਉਹਨੇ ਕਿਹੜੇ ਢੰਗ ਤਰੀਕੇ ਵਰਤੇ ਨੇ। ਸੋ ਸਫਲਤਾਵਾਂ ਨੂੰ ਜਿੱਥੇ ਆਪਾਂ ਮਾਨਣ ਦੀ ਗੱਲ ਕਰਦੇ ਆ, ਉੱਥੇ ਉਹਨਾਂ ਨੂੰ ਇਹ ਵੀ ਵੇਖਣਾ ਸਮਾਜ ਦੇਖਦਾ ਏ ਕਿ ਇਹ ਬੰਦੇ ਜਿਹੜੇ ਆ ਇਸ ਮੁਕਾਮ ਤੇ ਇਸ ਸਫਲਤਾ ਦੇ ਉੱਤੇ ਕਿਸ ਤਰੀਕੇ ਨਾਲ ਪਹੁੰਚੇ ਆ। ਸੋ ਉਹ ਜਿਹੜਾ ਤਰੀਕਾ ਹੁੰਦਾ ਹੈ ਉਹ ਵੀ ਸਮਾਜ ਨੂੰ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਕਰਦਾ ਹੈ। ਸੋ ਉਹਨਾਂ ਤਰੀਕਿਆਂ ਦੀ ਵੀ ਗੱਲ ਜਿਹੜੀ ਆ ਉਹ ਸਫਲਤਾਵਾਂ ਦੇ ਪਿੱਛੇ ਹੁੰਦੀ ਹੈ। ਹਾਂ ਬਿਲਕੁਲ ਜੀ, ਇਹ ਸਭ ਤੋਂ ਜ਼ਰੂਰੀ ਹੈ। ਮਿਹਨਤ ਕਰਕੇ ਇਮਾਨਦਾਰੀ ਨਾਲ ਕੀਤੀ ਪ੍ਰਾਪਤੀ ਨੂੰ ਹੀ ਅਸਲ 'ਚ ਸਫਲਤਾ ਕਿਹਾ ਜਾ ਸਕਦਾ ਹੈ। ਜੇ ਕੋਈ ਵਿਅਕਤੀ ਸਮਝੋ ਕਿ ਬਲੈਕ ਕਰਦਾ ਆ, ਗਲਤ ਧੰਦਾ ਕਰਦਾ ਆ, ਤੇ ਉਹਦੇ 'ਚੋਂ ਬਹੁਤ ਸਾਰਾ ਧਨ ਇਕੱਠਾ ਕਰ ਲੈਂਦਾ ਤੇ ਉਹ ਕਹੇ ਕਿ ਮੈਂ ਸਫਲ ਹੋ ਗਿਆ, ਤੇ ਉਹ ਸਫਲ ਨਾ ਤੇ ਇਸ ਦੁਨੀਆ 'ਚ ਨਾ ਅਗਲੀ ਦੁਨੀਆ 'ਚ ਉਹਨੂੰ ਪ੍ਰਵਾਨ ਕੀਤਾ ਜਾਂਦਾ। ਲੋਕ ਉਹਦੇ ਸਾਹਮਣੇ ਤੇ ਭਾਵੇਂ ਉਹਦੀ ਜੀ ਹਜ਼ੂਰੀ ਕਰਨ, ਪਰ ਉਹਦੇ ਪਿੱਠ ਪਿੱਛੇ ਕਹਿੰਦੇ ਨੇ ਕਿ ਇਹ ਵਿਅਕਤੀ ਜਿਹੜਾ ਆ ਇਹ ਚੰਗਾ ਵਿਅਕਤੀ ਨਹੀਂ। ਯਾਨੀ ਕਿ ਸਫਲਤਾ ਦਾ ਮਿਆਰ ਜਿਹੜਾ ਆ ਉਹ ਤੁਹਾਡੀ ਮਿਹਨਤ, ਦਸਾਂ ਨੌਵਾਂ ਦੀ ਕਿਰਤ ਤੇ ਤੁਹਾਡੇ ਆਲੇ ਦੁਆਲੇ 'ਚ ਤੁਹਾਡੇ ਬਾਰੇ ਜਿਹੜੀ ਲੋਕ ਰਾਏ ਬਣੀ ਹੁੰਦੀ ਆ, ਉਹ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਬਹੁਤ ਮਹੱਤਵਪੂਰਨ ਹੁੰਦੀ ਆ। ਗਿੱਲ ਸਾਹਿਬ, ਮੈਂ ਤੁਹਾਡੀ ਇਸ ਗੱਲ ਨਾਲ ਬਿਲਕੁਲ 100% ਸਹਿਮਤ ਹਾਂ ਕਿ ਉਹ ਇੰਨੀ ਮਹੱਤਵਪੂਰਨ ਹੁੰਦੀ ਹੈ ਕਿ ਜਿਹੜੀ ਤੁਸੀਂ ਮਿਹਨਤ ਕਰਕੇ ਸਫਲਤਾ ਪ੍ਰਾਪਤ ਕੀਤੀ ਆ, ਉਹ ਕਈਆਂ ਦਾ ਰਾਹ ਰਸ਼ਨਾਉਂਦੀ ਹੈ। ਉਹ ਕਈਆਂ ਲੋਕਾਂ ਨੂੰ ਮਿਹਨਤ ਕਰਨ ਲਈ ਪ੍ਰੇਰਿਤ ਕਰਦੀ ਆ ਵੀ ਜੇ ਇਹ ਐਸ ਗਰੀਬ ਘਰ ਚੋਂ, ਐਸ ਗਰੀਬ ਪਿੰਡ ਚੋਂ ਜਾਂ ਐਸ ਪਛੜੇ ਪਿੰਡ ਚੋਂ ਮਿਹਨਤ ਕਰਕੇ ਕੋਈ ਮੁਕਾਮ ਹਾਸਲ ਕਰ ਸਕਦਾ ਤੇ ਅਸੀਂ ਵੀ ਕਰ ਸਕਦੇ ਹਾਂ। ਬਟ ਦੂਜੇ ਪਾਸੇ ਉਹ ਜਿਹੜੀ ਗੱਲ ਆ ਕਿ ਜਿਹੜੇ ਲੋਕਾਂ ਨੇ ਉਹ ਗੈਰ ਸਮਾਜੀ ਕੰਮ ਕਰਕੇ, ਦੂਜਾ ਕਰਕੇ ਵੱਡੀਆਂ ਜਾਇਦਾਦਾਂ ਇਕੱਠੀਆਂ ਕੀਤੀਆਂ ਹੁੰਦੀਆਂ ਨੇ, ਵੱਡੀਆਂ ਕਾਰਾਂ ਕੋਠੀਆਂ ਜਿਹੜੀਆਂ ਨੇ ਉਹ ਸਾਰੀਆਂ ਹਾਸਲ ਕੀਤੀਆਂ ਹੁੰਦੀਆਂ ਨੇ, ਉਹ ਕਦੀ ਵੀ ਲੋਕਾਂ ਦੀ ਰਹਿਨੁਮਾਈ ਨਹੀਂ ਕਰਦੀਆਂ। ਹੋ ਸਕਦਾ ਕਿ ਕੁਝ % ਲੋਕ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਧੰਦਿਆਂ ਵਿੱਚ ਪੈ ਜਾਂਦੇ ਨੇ, ਪਰ ਅਖੀਰ ਦੇ ਉੱਤੇ ਉਹ ਜਿਹੜੀਆਂ ਚੀਜ਼ਾਂ ਉਹਨਾਂ ਨੇ ਪ੍ਰਾਪਤ ਕੀਤੀਆਂ ਹੁੰਦੀਆਂ, ਉਹ ਬਹੁਤੀ ਵਾਰ ਜ਼ਿੰਦਗੀ ਦੇ ਵਿੱਚ ਉਹਨਾਂ ਲਈ ਸੁਖਦਾਇਕ ਜਿਹੜੀਆਂ ਉਹ ਨਹੀਂ ਹੁੰਦੀਆਂ। ਉਹਦਾ ਅੰਤ ਜਿਹੜਾ ਹੈ ਉਹ ਫਿਰ ਜਦੋਂ ਕਿਤੇ ਉਹਨਾਂ ਨੂੰ ਮਾਨਣ ਦਾ ਮੌਕਾ ਹੁੰਦਾ ਹੈ, ਉਸ ਵੇਲੇ ਉਹਨਾਂ ਦਾ ਅੰਤ ਜਿਹੜਾ ਹੈ ਉਹ ਬਹੁਤੀ ਵਾਰ ਦੁਖਦਾਈ ਹੁੰਦਾ ਹੈ। ਉਹ ਬਹੁਤੀ ਵਾਰ, ਤੇ ਦੂਜੀ ਗੱਲ, ਉਹ ਸਮਾਜ ਨੂੰ ਕੋਈ ਵਧੀਆ ਰਾਹ ਦਸੇਰਾ ਨਹੀਂ ਬਣਦੇ। ਸੋ ਇਸ ਕਰਕੇ ਉੱਦਾਂ ਦੀਆਂ ਸਫਲਤਾਵਾਂ ਜਿਹੜੀਆਂ ਨੇ, ਵੱਡੇ ਚੀਜ਼ਾਂ ਦਾ ਪ੍ਰਬੰਧ ਕਰ ਲੈਣਾ, ਆਪਣੇ ਜੀਵਨ ਵਿੱਚ ਜੋੜ ਲੈਣਾ, ਮੇਰਾ ਤੇ ਇਹ ਖਿਆਲ ਆ ਕਿ ਉਹ ਸਮਾਜ ਦੇ ਉੱਤੇ ਜਿਹੜਾ ਹੈ ਸਮਾਜ ਨੂੰ ਗਲਤ ਪਾਸੇ ਖੜਦਾ, ਕੋਈ ਵਧੀਆ ਰਾਹ ਦਸੇਰਾ ਨਹੀਂ ਬਣਦਾ। ਹਾਂ ਬਿਲਕੁਲ ਜੀ, ਬਿਲਕੁਲ। ਅੱਛਾ, ਸਫਲਤਾ ਆਪਣੇ ਹੰਸਪਾਲ ਜੀ ਜੀਵਨ ਦੀ ਇੱਕ ਐਸੀ ਮਤਲਬ ਧੁਰਾ ਹੈ ਕਿ ਵਿਅਕਤੀ ਤਮਾਮ ਜ਼ਿੰਦਗੀ ਅੱਗੇ 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 ਵਧਣ ਲਈ ਸੋਚਦਾ। ਇੱਕ ਬੰਦਾ, ਜਿਵੇਂ ਤੁਸੀਂ ਕਿਹਾ ਕਿ ਆਪਾਂ ਸਰਵਿਸ 'ਚ ਜਾਂਦੇ ਹਾਂ ਤੇ ਉਹਦੇ ਲਈ ਮਤਲਬ ਟਾਈਮ ਟੂ ਟਾਈਮ ਜਦੋਂ ਇੱਕ ਪ੍ਰਮੋਸ਼ਨ ਹੈ, ਉਹ ਵੀ ਉਹਦੀ ਸਫਲਤਾ ਦੀ ਇੱਕ ਤਰ੍ਹਾਂ ਦੀ ਉਹਨੂੰ ਲੱਗਦਾ ਹੈ ਕਿ ਮੈਂ ਸਫਲ ਹੋ ਗਿਆ, ਕਿ ਮੈਂ ਪਹਿਲਾਂ ਜੂਨੀਅਰ ਇੰਜੀਨੀਅਰ ਹੁੰਦਾ, ਫਿਰ ਮੈਂ STO ਬਣ ਗਿਆ, ਫਿਰ ਮੈਂ ਐਕਸ਼ਨ ਦਾ ਮੁਕਾਮ ਹਾਸਲ ਕੀਤਾ ਜਾਂ ਹੋਰ ਅੱਗੇ ਨਿਕਲ ਗਿਆ। ਇੱਕ ਸਫਲਤਾ ਹੁੰਦੀ ਹੈ ਜਿਹੜੀ ਅਚਨਚੇਤ ਤੁਹਾਡੇ ਪੈਰਾਂ ਤੇ ਆਣ ਗਿਰਦੀ ਆ। ਕਈ ਵਾਰ ਜਿੱਦਾਂ ਹੁਣ ਆਪਾਂ ਅੱਜ ਦੇ ਹਾਲਾਤ ਚਲਾਈਏ, ਜਿਸ ਤਰੀਕੇ ਨਾਲ ਪੰਜਾਬ 'ਚ ਇਸ ਵੇਲੇ ਸਰਕਾਰ ਦਾ ਗਠਨ ਹੋਇਆ, ਬਹੁਤ ਸਾਰੇ ਐਸੇ ਲੋਕਾਂ ਨੂੰ ਉਹ ਮੁਕਾਮ ਮਿਲ ਗਿਆ ਜਿਹੜਾ ਉਹਨਾਂ ਨੇ ਕੀ ਸਫ਼ਰ ਕਰਨਾ ਉਹਨਾਂ ਦੇ ਕਦੀ ਦੂਰ ਨੇੜੇ ਦੇ ਲੋਕਾਂ ਨੇ ਵੀ ਨਹੀਂ ਕੀਤਾ ਹੁੰਦਾ। ਹਾਲਾਂਕਿ ਉਹਨਾਂ ਦੀ ਸਟਰਗਲ ਵੀ ਹੈ, ਉਹਦੇ ਪਿੱਛੇ ਕਿਤੇ ਨਾ ਕਿਤੇ ਉਹਨਾਂ ਨੇ ਉਸ ਪਾਸੇ ਕਦਮ ਪੁੱਟਿਆ ਤੇ ਤਾਂ ਹੀ ਅੱਗੇ ਵਧੇ। ਪਰ ਕਈ ਵਾਰ ਅਚਾਨਕ ਕਹਿੰਦੇ ਆ ਨਾ, ਜਦੋਂ ਰੱਬ ਦਿੰਦਾ ਛੱਪੜ ਪਾਰ ਕੇ ਦਿੰਦਾ, ਉਸ ਸਫਲਤਾ ਨੂੰ ਤੁਸੀਂ ਕਿੱਦਾਂ ਵੇਖਦੇ ਹੋ? ਉਹੋ ਜਿਹੀ ਜਿਹੜੀ ਸਫਲਤਾ, ਕਿਸੇ ਦੀ ਲਾਟਰੀ ਨਿਕਲ ਆਉਂਦੀ ਹੈ, ਇੱਕ ਵੱਡਾ ਬੰਪਰ ਨਿਕਲ ਆਉਂਦਾ ਹੈ $1 ਮਿਲੀਅਨ, ਤੇ ਉਹ ਬੰਦਾ ਉਹ ਵੀ ਆਪਣੇ ਆਪ ਨੂੰ ਸਫਲਤਾ ਗਿਣੇਗਾ ਜਾਂ ਨਹੀਂ ਗਿਣੇਗਾ? ਵੇਖੋ, ਇੱਕ ਗਿੱਲ ਸਾਹਿਬ, ਜ਼ਿੰਦਗੀ ਦੇ ਵਿੱਚ ਇੱਕ ਹੁੰਦਾ ਤੁਸੀਂ ਮਿਹਨਤ ਕਰਕੇ ਪ੍ਰਾਪਤ ਕਰਨਾ, ਇੱਕ ਹੁੰਦਾ ਕਈ ਵਾਰ ਤੁਹਾਡੇ ਉੱਤੇ ਰੱਬ ਦੀਆਂ ਰਹਿਮਤਾਂ ਬਰਸਦੀਆਂ ਨੇ।
ਉਹ ਜਿਹੜੀਆਂ ਰੱਬ ਦੀਆਂ ਰਹਿਮਤਾਂ, ਕੁਦਰਤ ਦੀਆਂ ਰਹਿਮਤਾਂ, ਜਿਵੇਂ ਤੁਸੀਂ ਹੁਣ ਕਿਹਾ ਕਿਸੇ ਦੀ ਲੈਟਰੀ ਨਿਕਲ ਆਉਣੀ, ਮੈਂ ਤੇ ਇਹ ਵੀ ਵੇਖਿਆ ਹੈ ਕਿ ਕਈ ਸਾਡੇ ਨਾਲ ਦੇ ਜਿਹੜੇ ਦੋਸਤ ਸੀਗੇ ਜਾਂ ਸਾਡੇ ਵਰਗੇ ਵੀ ਬੰਦੇ ਸੀਗੇ, ਉਹ ਫਿਰ ਜਦੋਂ ਜ਼ਿੰਦਗੀ ਦੇ ਵਿੱਚ ਤਰੱਕੀ ਕਰਕੇ ਕਿਸੇ ਮਕਾਮ ਤੇ ਪਹੁੰਚਦੇ ਆ ਤੇ ਉਹਨਾਂ ਦੀ ਸ਼ਰਾਫਤ ਜਿਹੜੀ ਆ, ਉਹਨਾਂ ਦਾ ਗਹਿਣਾ, ਉਹਨਾਂ ਦਾ ਬਹੁਤ ਜ਼ਿੰਦਗੀ ਦਾ ਹਿੱਸਾ, ਉਹਨਾਂ ਦੀ ਮਿਹਨਤ ਜਿਹੜੀ ਬਣ ਜਾਂਦੀ ਆ, ਤਾਂ ਸਮਾਜ ਦੇ ਕਈ ਵਾਰ ਵੱਡੇ ਲੋਕਾਂ ਨੂੰ ਵੀ ਭਾਉਂਦੇ ਆ। ਔਰ ਕਈਆਂ ਦੇ ਫਿਰ ਉਹ ਵੱਡੇ ਪੜ੍ਹੇ ਲਿਖੀਆਂ ਕੁੜੀਆਂ ਨਾਲ ਰਿਸ਼ਤੇ ਹੋ ਜਾਂਦੇ ਨੇ, ਜਾਂ ਉਹ ਕਈ ਵਾਰ ਵੱਡੇ ਘਰਾਂ ਦੇ ਵਿੱਚ ਵਿਆਹੇ ਜਾਂਦੇ ਨੇ, ਜਿੱਥੋਂ ਉਹਨਾਂ ਦੀ ਜਿਹੜੀ ਆਰਥਿਕਤਾ ਜਿਹੜੀ ਆ ਉਹਦੀ ਥੋੜੀ ਜਿਹੜੀ ਉਹਦੇ ਵਿੱਚ ਵਾਧਾ ਹੋ ਜਾਂਦਾ ਹੈ। ਸੋ ਇਹੋ ਜਿਹੀਆਂ ਵੀ ਜਿਹੜੀਆਂ ਜ਼ਿੰਦਗੀ ਦੇ ਵਿੱਚ ਵਰਤਾਰੇ ਵਾਪਰਦੇ ਨੇ, ਤੁਹਾਡੀ ਮਿਹਨਤ ਦੇ ਨਾਲ ਨਾਲ ਤੁਹਾਡੀ ਜਿਹੜੀ ਸ਼ਰਾਫਤ ਹੁੰਦੀ ਆ, ਤੁਹਾਡੀ ਮਿਹਨਤ ਹੁੰਦੀ ਹੈ, ਉਹਦੇ ਵਿੱਚ ਕਈ ਹੋਰ ਫੈਕਟਰ ਜਦੋਂ ਵਿੱਚ ਦਾਖਲ ਹੋ ਜਾਂਦੇ ਨੇ, ਤੇ ਉਹ ਵੀ ਜਿਹੜੀਆਂ ਤੁਹਾਡੀਆਂ ਸਫਲਤਾਵਾਂ ਨੂੰ ਅੱਗੇ ਲੈ ਕੇ ਜਾਂਦੇ ਆ। ਤੁਸੀਂ ਸੁਭਾਅ ਕਰਕੇ, ਤੁਸੀਂ ਮਨ ਕਰਕੇ, ਤੁਸੀਂ ਆਪਣੀ ਜੀਵਨ ਜਾਂਚ ਕਰਕੇ ਮਿਹਨਤੀ ਹੁੰਦੇ ਆ, ਇਮਾਨਦਾਰ ਹੁੰਦੇ ਆ, ਤੇ ਉਸ ਇਮਾਨਦਾਰੀ ਦੀ ਸਮਾਜ ਦੇ ਵਿੱਚ ਜਦੋਂ ਕਦਰ ਪੈਂਦੀ ਆ, ਤੋ ਕਈ ਵਾਰ ਤੁਹਾਨੂੰ ਜਿਹੜੇ ਵੱਡੇ ਮੁਕਾਮ ਮਿਲ ਜਾਂਦੇ ਆ। ਦੂਸਰੀ ਗੱਲ ਕੀਤੀ ਤੁਸੀਂ ਪ੍ਰਮੋਸ਼ਨਸ ਦੀ, ਪ੍ਰਮੋਸ਼ਨ ਵੀ ਗਿੱਲ ਸਾਹਿਬ ਉਹਨਾਂ ਦੀਆਂ ਹੀ ਹੁੰਦੀਆਂ ਨੇ, ਬੇਸ਼ੱਕ ਉਹ ਸਮਾਂ-ਬੱਧ ਹੁੰਦੀਆਂ ਨੇ, ਜਿਨ੍ਹਾਂ ਨੇ ਵਿਭਾਗਾਂ ਵਿੱਚ ਰਹਿ ਕੇ ਇਮਾਨਦਾਰੀ ਨਾਲ, ਸਖਤ ਮਿਹਨਤ ਨਾਲ ਜਿਹੜਾ ਹੈ ਉਹ ਕੰਮ ਕੀਤਾ ਹੁੰਦਾ ਹੈ, ਔਰ ਉਹਨਾਂ ਦੀਆਂ ਸਾਲਾਨਾ ਜਿਹੜੀਆਂ ਰਿਪੋਰਟਾਂ ਨੇ ਉਹ ਚੰਗੀਆਂ ਹੁੰਦੀਆਂ ਨੇ। ਉਹ ਸਾਲਾਨਾ ਰਿਪੋਰਟਾਂ ਦੇ ਆਧਾਰ ਦੇ ਉੱਤੇ ਵੀ ਬੇਸ਼ੱਕ ਰੂਲ ਹੁੰਦੇ ਨੇ, ਪਰ ਉਹਨਾਂ ਦੇ ਵਿੱਚ ਇੱਕ ਇਹ ਵੀ ਰੂਲ ਹੁੰਦਾ ਹੈ ਕਿ ਤੁਹਾਡੀਆਂ ਇੰਨੀਆਂ ਜਿਹੜੀਆਂ ਉਹ ਸਾਲਾਨਾ ਰਿਪੋਰਟਾਂ ਨੇ ਉਹ ਵਧੀਆ ਹੋਣੀਆਂ ਚਾਹੀਦੀਆਂ ਨੇ। ਸੋ ਜਿਹੜੇ ਲੋਕ ਉੱਥੇ ਵੀ ਪ੍ਰਮੋਸ਼ਨ ਰੂਲਸ ਦੇ ਵਿੱਚ ਉਹ ਜਿਹੜੇ ਆ ਜ਼ਿੰਦਗੀ ਦੇ ਵਿੱਚ ਇਮਾਨਦਾਰੀ ਤਗੜੇ ਹੋ ਕੇ ਕੰਮ ਕਰਦੇ ਆ, ਉਹ ਫਿਰ ਅਗਲੀਆਂ ਜਿਹੜੀਆਂ ਪੋਸਟਾਂ ਉਹਨਾਂ ਦੇ ਮੁਕਾਮ ਤੇ ਪਹੁੰਚ ਜਾਂਦੇ ਆ। ਪਰ ਉੱਥੇ ਵੀ ਜੇ ਤੁਸੀਂ ਗਲਤ ਤਰੀਕੇ ਨਾਲ ਗਲਤ ਹੱਥਕੰਡੇ ਅਪਣਾਓ ਤੇ ਕਈ ਵਾਰ ਤੁਸੀਂ ਉਹਨਾਂ ਪ੍ਰਮੋਸ਼ਨਾਂ ਤੋਂ ਵੀ ਵਾਂਝੇ ਰਹਿ ਜਾਂਦੇ ਆ, ਜਾਂ ਉਹ ਕਈ ਤਰ੍ਹਾਂ ਦੇ ਤੁਹਾਨੂੰ ਜਿਹੜੇ ਆ ਜ਼ਿੰਦਗੀ ਦੇ ਵਿੱਚ ਦੁੱਖ ਦੇਣ ਵਾਲੇ ਚੱਕਰ ਪੈ ਜਾਂਦੇ ਆ। ਉਦੋਂ ਫਿਰ ਕਈ ਵਾਰ ਅਸੀਂ ਆਪਣਾ ਮੁਲਾਂਕਣ ਕਰਨ ਦੀ ਬਜਾਏ, ਆਪਣੇ ਅੰਦਰ ਝਾਤੀ ਮਾਰਨ ਦੀ ਬਜਾਏ, ਕਈ ਵਾਰ ਸਿਸਟਮ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਆ, ਕਈ ਵਾਰ ਰੱਬ ਦੇ ਉੱਤੇ ਦੋਸ਼ ਦੇਣੇ ਸ਼ੁਰੂ ਕਰ ਦਿੰਦੇ ਆ। ਪਰ ਜਿਹੜੀ ਸਖਤ ਮਿਹਨਤ ਨਾਲ ਕੀਤੀ ਜਿਹੜਾ ਉਹ ਮੁਕਾਮ ਆ, ਪ੍ਰਮੋਸ਼ਨ ਪ੍ਰਾਪਤ ਕੀਤੀ ਆ, ਉਹ ਤੁਹਾਨੂੰ ਬਹੁਤ ਸਕੂਨ ਦਿੰਦੀ ਆ, ਔਰ ਉਹ ਤੁਹਾਡੀ ਜਿਹੜੀ ਸਫਲਤਾ ਹੁੰਦੀ ਆ ਉਹ ਤੁਹਾਡੀ ਅਗਲੀ ਸਫਲਤਾ ਦਾ ਪਾਏਦਾਨ ਬਣਦੀ ਆ ਕਿ ਤੁਸੀਂ ਜਿਹੜੀ ਪਹਿਲੀ ਪੋਸਟ ਦੇ ਉੱਤੇ ਸੀ ਉੱਥੋਂ ਤੁਸੀਂ ਸਫਲ ਹੋ ਕੇ ਅੱਗੇ ਗਏ ਆ। ਉਹ ਫਿਰ ਤੁਹਾਨੂੰ ਇਹ ਵੀ ਰਾਹ ਦੱਸਦੀ ਆ ਕਿ ਤੁਹਾਨੂੰ ਹੋਰ ਇਮਾਨਦਾਰ ਹੋਣਾ ਚਾਹੀਦਾ, ਹੋਰ ਵਧੀਆ ਕੰਮ ਕਰਨਾ ਚਾਹੀਦਾ ਹੈ, ਹੋਰ ਸਖਤ ਮਿਹਨਤ ਨਾਲ ਕੰਮ ਕਰਨਾ ਚਾਹੀਦਾ ਹੈ, ਤਾਂ ਕਿ ਜਿਹੜੇ ਉਸ ਤੋਂ ਉੱਪਰਲੇ ਵੀ ਪਾਏਦਾਨ ਆ ਤੁਸੀਂ ਉਹਨਾਂ ਤੇ ਚੜ੍ਹ ਸਕੋ। ਤੋ ਉਹ ਜਿਹੜੀ ਸਫਲਤਾ ਹੁੰਦੀ ਆ ਉਹ ਬਹੁਤ ਆਨੰਦਿਤ ਹੁੰਦੀ ਆ। ਜਿਹੜੇ ਤੁਹਾਨੂੰ ਪ੍ਰਮੋਸ਼ਨ ਵਗੈਰਾ ਦੇ ਨਾਲ ਜਦੋਂ ਤੁਸੀਂ ਇੱਕ ਸਿਸਟਮ ਦੇ ਵਿੱਚ ਉੱਥੇ ਦਾਖਲ ਹੋ ਗਏ, ਉਹਦੇ ਵਿੱਚ ਤੁਸੀਂ ਐਂਟਰੀ ਲੈ ਲਈ, ਉੱਥੇ ਤੁਸੀਂ ਮਿਹਨਤ ਕਰਦੇ ਆ, ਤੇ ਉਹ ਜਿਹੜੇ ਪ੍ਰਮੋਸ਼ਨ ਦੇ ਰੂਲ ਨੇ, ਉਹ ਜਿਹੜੇ ਪੱਖ ਨੇ, ਉਹ ਤੁਹਾਨੂੰ ਫਿਰ ਅੱਗੇ ਲੈ ਜਾਂਦੇ ਆ, ਤੇ ਉਹ ਬਹੁਤ ਸਕੂਨ ਭਰੇ ਲੱਗਦੇ ਆ ਜੀ। ਜੀ ਬਿਲਕੁਲ। ਅੱਛਾ ਹੰਸਪਾਲ ਜੀ, ਇੱਥੇ ਜਦੋਂ ਆਪਾਂ ਧਾਰਮਿਕ ਕੀਦਿਆਂ ਦੀ ਗੱਲ ਕਰਦੇ ਹਾਂ ਤੇ ਕੁਝ ਲੋਕ ਇਹ ਮੰਨਦੇ, ਜਿਵੇਂ ਮੈਂ ਸ਼ੁਰੂਆਤੀ ਦੌਰ 'ਚ ਪ੍ਰੋਗਰਾਮ ਸ਼ੁਰੂ ਕਰਦੇ ਹੀ ਕਿਹਾ ਸੀ ਕਿ ਇੱਕ ਧਾਰਨਾ ਬਣੀ ਆ ਕਿ 84 ਲੱਖ ਜੂਨ ਹੁੰਦੀਆਂ ਨੇ ਤੇ ਉਹਦੇ ਤੋਂ ਬਾਅਦ ਮਨੁੱਖਾ ਜਨਮ ਨਸੀਬ ਹੁੰਦਾ। ਸਾਡੇ ਗੁਰਬਾਣੀ 'ਚ ਵੀ ਸ਼ਾਇਦ ਆਉਂਦਾ ਆ ਕਿ ਮਾਨਸ ਜਨਮ ਦੁਰਲਭ ਹੈ, ਹੋਤ ਨਾ ਬਾਰੋ ਮਾਰ, ਇਸ ਤਰ੍ਹਾਂ ਦੇ ਕੋਈ ਸ਼ਬਦ ਲਾਈਨ ਆਉਂਦੀ ਆ, ਪਰ ਗੁਰਬਾਣੀ ਦੇ ਬਹੁਤੇ ਗਿਆਤਾ ਨਹੀਂ। ਤੇ ਜਿੱਦਾਂ ਅਕਸਰ ਤੁਸੀਂ ਵੀ ਕਹਿੰਦੇ ਹੁੰਦੇ ਹੋ ਕਿ ਆਪਾਂ ਗੁਰਬਾਣੀ ਦੇ ਗਿਆਤਾ ਨਹੀਂ, ਮਾਫੀ ਸਹਿ ਤੇ ਗੱਲ ਕਰਦੇ ਆ। ਤੇ ਕੁਝ ਲੋਕਾਂ ਦਾ ਇਹ ਮੰਨਣਾ ਆ ਕਿ ਜਿਹੜਾ ਜੀਵਨ ਸਾਨੂੰ ਪ੍ਰਮਾਤਮਾ ਨੇ ਦਿੱਤਾ ਆ, ਇਹ ਅਗਲੇ ਜਨਮਾਂ ਵਾਸਤੇ ਅਸੀਂ ਉਹਦਾ ਨਾਮ ਜਪ ਕੇ ਤੇ ਮਤਲਬ ਅਸੀਂ ਆਪਣਾ ਅਗਲਾ ਜਨਮ ਸਵਾਰਨਾ, ਜਿਹੜਾ ਅਸੀਂ ਕਦੀ ਕਿਸੇ ਨੇ ਵੇਖਿਆ ਨਹੀਂ। ਤੇ ਕੁਝ ਲੋਕ ਇਸ ਚੀਜ਼ ਨੂੰ ਸਫਲਤਾ ਕਹਿੰਦੇ ਆ ਕਿ ਉਹਦੀ ਜੋਤ ਵਿੱਚ ਆਪਾਂ ਸਮਾਉਣਾ ਆ ਅਖੀਰ 'ਚ ਜਾ ਕੇ, ਉਹ ਜ਼ਿੰਦਗੀ ਦੀ ਸਭ ਤੋਂ ਵੱਡੀ ਸਫਲਤਾ ਆ। ਜਿੱਦਾਂ ਖੁਸ਼ੀ ਤੇ ਆਨੰਦ ਦੇ ਆਪਾਂ ਅਰਥ ਕਰਦੇ ਆ ਕਿ ਖੁਸ਼ੀ ਹੁੰਦੀ ਘੜੀ ਪਲ ਦੀ ਖੁਸ਼ੀ, ਕਿ ਚੀਜ਼ ਆਈ, ਚਾਅ ਚੜਿਆ, ਕੱਪੜਾ ਨਵਾਂ ਲਿਆ, ਖੁਸ਼ੀ ਆਈ, ਪੁਰਾਣਾ ਹੋ ਗਿਆ ਤੇ ਖਤਮ ਹੋ ਗਈ। ਤੇ ਆਨੰਦ ਇੱਕ ਸਦੀਵੀ ਖੁਸ਼ੀ ਹੁੰਦੀ ਆ। ਇਸ ਤਰ੍ਹਾਂ ਦਾ ਜਿਹੜਾ ਸਫਲਤਾ ਆ ਕਿ ਵਿਅਕਤੀ ਨੂੰ ਇਹਦਾ ਜੀਵਨ ਮਿਲਿਆ ਚ ਜੋ ਵੀ ਕਾਰ ਵਿਹਾਰ ਕਰਨਾ ਆਪਾਂ, ਉਹ ਇਸ ਤਰੀਕੇ ਦਾ ਹੋਵੇ ਕਿ ਮਤਲਬ ਉਹਦੀ ਦਰਗਾਹ ਦੇ ਵਿੱਚ ਕਬੂਲ ਹੋਵੇ। ਅਸੀਂ ਉਹ ਚੱਕਵੇਂ ਹੋਈਏ ਨਾ ਹੋਈਏ, ਚਲੋ ਉਹਦੀ ਦਰਗਾਹ 'ਚ ਕਬੂਲ ਕਰਦੇ ਕਰਦੇ ਘੱਟੋ ਘੱਟ ਦੁਨੀਆਦਾਰੀਆਂ ਦੀ ਨਿਗਾਹ ਦੇ ਵਿੱਚ ਕਬੂਲ ਹੋ ਜਾਂਦਾ। ਤੁਸੀਂ ਇਸ ਕਨਸੈਪਟ ਨੂੰ ਕਿੱਦਾਂ ਜੋੜਦੇ ਹੋ ਸਫਲਤਾ ਨਾਲ? ਉਹ ਵੀ ਜ਼ਿੰਦਗੀ ਦਾ ਇੱਕ ਬਹੁਤ ਖੂਬਸੂਰਤ ਜਿਹੜਾ ਪੱਖ ਆ ਕਿ ਤੁਸੀਂ ਜਿੱਥੋਂ ਆਏ ਆ ਅਲਟੀਮੇਟਲੀ, ਤੇ ਮਨੁੱਖ ਦੀ ਕਿਤੇ ਨਾ ਕਿਤੇ ਉਹ ਤੋਂ ਉਤਪਤੀ ਹੋਈ ਹੈ ਨਾ, ਤੇ ਕਦੀ ਉਹਨੇ ਜਿਹੜਾ ਇਹ ਖਤਮ ਹੋਣਾ ਹੈ। ਸੋ ਜਿਹੜਾ ਉਹ ਜ਼ਿੰਦਗੀ ਦਾ ਅਸਲ ਦੇ ਵਿੱਚ ਤੁਹਾਨੂੰ ਉਹ ਇਹੀ ਦੱਸਦਾ ਹੈ
ਕਿ ਤੁਸੀਂ ਜਿਹੜਾ ਉਸ ਦੀ ਰਜ਼ਾ ਵਿੱਚ ਰਹੋ, ਉਹਦਾ ਮਤਲਬ ਕਿ ਸੰਤੋਖੀ ਬਣ ਕੇ ਰਹੋ, ਬਹੁਤੀਆਂ ਜਿਹੜੀਆਂ ਲੁੱਟਾਂ ਮਾਰਾਂ ਖੋਹਾਂ ਨਾ ਕਰੋ, ਔਰ ਤੁਸੀਂ ਸੰਸਾਰ ਦੇ ਵਿੱਚ ਚੰਗੇ ਕੰਮ ਕਰੋ। ਚੰਗੇ ਕੰਮ ਕਰਦੇ ਹੋਏ ਜੇ ਤੁਸੀਂ ਤੁਰ ਜਾਂਦੇ ਆ ਤੇ ਉਹ ਇਹ ਸਮਝਿਆ ਜਾਂਦਾ ਕਿ ਅਸੀਂ ਨੇਕ ਕੰਮ ਕਰਦੇ, ਨੇਕ ਕਮਾਈਆਂ ਕਰਦੇ ਉਹ ਜਾਂਦੇ ਆ, ਤੇ ਫਿਰ ਉਹ ਜਿਹੜਾ ਮੋਕਸ਼ ਵਾਲੀ ਜਾਂ ਉਹਦੇ ਵਿੱਚ ਵਿਲੀਨ ਹੋਣ ਦੀ ਜਿਹੜੀ ਉਹ ਗੱਲ ਇੱਕ ਹੈਗੀ ਆ, ਉਹਨੂੰ ਤੇ ਬਸ ਇਹੀ ਕਿਹਾ ਜਾਂਦਾ ਕਿ ਸਾਨੂੰ ਦੱਸਿਆ ਜਾਂਦਾ ਕਿ ਤੁਹਾਨੂੰ ਜਿਹੜਾ ਇਹ ਉੱਤਮ ਜੀਵਨ ਮਿਲਿਆ ਹੈ, ਇਸ ਉੱਤਮ ਜੀਵਨ ਦੇ ਵਿੱਚ ਤੁਸੀਂ ਉੱਤਮ ਕੰਮ ਕਰੋ ਜਿਹੜੇ ਤੁਹਾਡੇ ਸਮਾਜ ਨੂੰ ਸੁੱਖ ਦੇਣ, ਤੁਹਾਡੇ ਪਰਿਵਾਰ ਨੂੰ ਸੁੱਖ ਦੇਣ, ਤੁਹਾਡੇ ਚੁਗਿਰਦੇ ਨੂੰ ਸੁੱਖ ਦੇਣ, ਤੇ ਜਿਹਦੇ ਨਾਲ ਤੁਹਾਡੀ ਜਿਹੜੀ ਆ ਮਹਿਕ ਸੰਸਾਰ ਵਿੱਚ ਫੈਲੇ। ਸੋ ਜਿਹੜਾ ਉੱਥੇ ਗਿਆ ਵਾ ਉਹਨੇ ਕਿਸੇ ਨੇ ਆਣ ਕੇ ਵਾਪਸ ਤੇ ਦੱਸਿਆ ਨਹੀਂ ਕਿ ਉਹ ਕਿਹਦੇ ਵਿੱਚ ਵਿਲੀਨ ਹੋਇਆ ਜਾਂ ਕਿਹਦੇ ਵਿੱਚ ਨਹੀਂ, ਬਟ ਉਹ ਜਿਹੜਾ ਜ਼ਿੰਦਗੀ ਦਾ ਇੱਕ ਸਾਨੂੰ ਅਕੀਦਾ ਦੱਸਿਆ ਜਾਂਦਾ ਹੈ, ਉਹ ਸਾਨੂੰ ਸਿਰਫ ਤੇ ਸਿਰਫ ਚੰਗੇ ਬਣਨ ਲਈ ਪ੍ਰੇਰਿਤ ਕਰਦਾ ਹੈ ਕਿ ਤਾਂ ਕਿ ਅਸੀਂ ਚੰਗੇ ਮਨੁੱਖ ਰਹੀਏ, ਲੁੱਟਾਂ ਖਸੁੱਟਾਂ ਨਾ ਕਰੀਏ, ਲੋਕਾਂ ਦੇ ਹੱਕ ਖੋਹ ਕੇ ਜਿਹੜੇ ਨਾ ਖਾਈਏ। ਔਰ ਸਾਨੂੰ ਤੇ ਉਹ ਵੀ ਕਿਹਾ ਜਾਂਦਾ ਹੈ ਉਹਦੇ ਵਿੱਚ ਵੀ ਜੇ ਤੁਹਾਡੇ ਕੋਲ ਅੱਧੀ ਰੋਟੀ ਆ ਤੇ ਉਹ ਅੱਧੀ ਨੂੰ ਅੱਧੀ ਵਿੱਚ ਵੰਡ ਕੇ ਖਾ ਲਓ ਤਾਂ ਕਿ ਤੁਸੀਂ ਵਧੀਆ ਤਰੀਕੇ ਨਾਲ ਇੱਕ ਸੋਹਣਾ ਸਮਾਜ ਸਿਰ ਸਕੋ। ਮੈਂ ਉਹਨੂੰ ਹਮੇਸ਼ਾ ਹੀ ਪੋਜ਼ਿਟਿਵ ਵਿਵੇਚਦਾ ਕਿ ਉਹ ਸਾਨੂੰ ਚੰਗੇ ਕੰਮ ਕਰਨ ਦੀ ਪ੍ਰੇਰਨਾ ਜਿਹੜਾ ਦਿੰਦਾ ਹੈ। ਬਾਕੀ ਉੱਥੇ ਜਾ ਕੇ ਵਿਲੀਨ ਹੋਣਾ ਜਾਂ ਉਹਨੇ ਉਹਦੇ ਵਿੱਚ ਉਹਨਾਂ ਦੇ ਚਰਨਾਂ 'ਚ ਬਿਰਾਜਮਾਨ ਹੋਣਾ ਜਾਂ ਉਹ ਸਵਰਗ ਵਰਗਾ ਕਨਸੈਪਟ ਆ, ਉਹਦੇ ਉੱਤੇ ਨਾਲੋਂ ਮੈਂ ਤੇ ਸੋਚਦਾ ਵੀ ਇਹੋ ਹੀ ਜੱਗ ਮਿੱਠਾ ਤੇ ਅਗਲਾ ਕਿੰਨੇ ਡਿੱਠਾ। ਇਸ ਜੱਗ ਵਿੱਚ ਜਿੰਨੇ ਹੀ ਵਧੀਆ ਕੰਮ ਕਰਕੇ ਜਾ ਸਕਦੇ ਜੇ ਚਲ ਜਾਓ, ਫਿਰ ਪਤਾ ਨਹੀਂ ਤੁਸੀਂ ਕਿਹੜਾ ਆਣ ਕੇ ਦੱਸਣਾ ਹੈ, ਨਾ ਆਪਾਂ ਇੱਕ ਦੂਜੇ ਨੂੰ ਵੇਖਣਾ ਹੈ ਕਿ ਉਹ ਕਿੱਥੇ ਰਹਿ ਰਿਹਾ ਹੈ। ਪਰ ਜੇ ਇੱਥੇ ਅਸੀਂ ਮਿੱਠੀਆਂ ਪਿਆਰੀਆਂ ਚੰਗੀਆਂ ਯਾਦਾਂ ਛੱਡ ਜਾਾਂਗੇ ਤੇ ਮੈਨੂੰ ਜਾਪਦਾ ਉਹਨੂੰ ਇਹੀ ਸਮਝਿਆ ਜਾਏਗਾ ਕਿ ਅਸੀਂ ਉੱਥੇ ਜਿੱਥੇ ਅਸੀਂ ਆਏ ਹਾਂ ਉੱਥੇ ਅਸੀਂ ਵਿਲੀਨ ਹੋ ਗਏ। ਬਿਲਕੁਲ। ਅੱਛਾ, ਸਫਲਤਾ ਅਸਫਲਤਾਵਾਂ ਦੀ ਗੱਲ ਕਰੀਏ। ਅਸਫਲਤਾ ਇਮਤਿਹਾਨ 'ਚੋਂ ਫੇਲ ਹੋ ਜਾਣਾ ਵੀ ਅਸਫਲਤਾ ਆ, ਕਿਸੇ ਚੰਗੀ ਪਦਵੀ ਨੂੰ ਪ੍ਰਾਪਤ ਨਾ ਕਰ ਸਕਣਾ ਵੀ ਸਫਲਤਾ ਆ, ਜ਼ਿੰਦਗੀ ਵਿੱਚ ਆਪਣੇ ਪਰਿਵਾਰ ਲਈ ਤੇ ਆਪਣੇ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰ ਸਕਣਾ ਜਾਂ ਖੁਰਾਕ ਦਾ ਪ੍ਰਬੰਧ ਨਾ ਕਰ ਸਕਣਾ ਵੀ ਅਸਫਲਤਾ ਹੈ। ਦੁਨਿਆਵੀ ਤੌਰ ਤੇ ਜਦੋਂ ਆਪਾਂ ਵਿਚਰਦੇ ਹਾਂ ਤੇ ਇਹ ਚੀਜ਼ਾਂ ਬੇਸਿਕ ਚੀਜ਼ਾਂ ਨੇ ਜਿੱਤੋਂ ਆਪਾਂ ਅੱਗੇ ਚੱਲਦੇ ਹਾਂ। ਤੇ ਕਈ ਵਾਰ ਕਿਹਾ ਜਾਂਦਾ ਹੈ ਕਿ ਜਿਵੇਂ ਤੁਸੀਂ ਸ਼ੁਰੂਆਤ 'ਚ ਕਿਹਾ ਕਿ ਇੱਕ ਵਿਅਕਤੀ ਕਾਰ ਲੈ ਕੇ ਆਉਂਦਾ ਸੀ, ਉਹਦੇ ਵਾਸਤੇ ਉਹ ਕਾਰ ਦੇ ਝੂਟੇ ਜਿਹੜੇ ਆ ਉਹ ਬਹੁਤ ਜ਼ਿਆਦਾ ਖੁਸ਼ੀ ਨਹੀਂ ਦੇ ਸਕਦੇ, ਜਦੋਂ ਸਾਨੂੰ ਸਾਈਕਲ ਮਿਲਿਆ ਤੇ ਉਹਦੀ ਖੁਸ਼ੀ ਜ਼ਿਆਦਾ ਸੀ। ਤੇ ਇਸੇ ਤਰ੍ਹਾਂ ਹੀ ਜਦੋਂ ਆਪਾਂ ਇਹ ਦੇਖਦੇ ਹਾਂ ਕਿ ਇੱਕ ਵਿਅਕਤੀ ਕਹਿੰਦੇ ਨਾ ਸਿਲਵਰ ਸਪੂਨ ਲੈ ਕੇ ਜੰਮਦਾ ਹੈ ਤੇ ਉਹਦੀਆਂ ਸਫਲਤਾਵਾਂ ਦੇ ਮਾਪਦੰਡ ਵੀ ਅਲੱਗ ਤਰ੍ਹਾਂ ਦੇ ਹੁੰਦੇ ਆ। ਉਹਦੇ ਮਾਪੇ ਉਹਦੇ ਬਚਪਨ ਤੋਂ ਹੀ ਉਹਦੇ ਲਈ ਉਸ ਤਰ੍ਹਾਂ ਦਾ ਸੋਚ ਸ਼ੁਰੂ ਕਰਦੇ ਆ ਕਿ ਅਸੀਂ ਬੱਚੇ ਨੂੰ ਕਿੱਥੇ ਲੈ ਕੇ ਜਾਣਾ। ਜਿੱਦਾਂ ਸਾਡੇ ਸਮਾਜਾਂ 'ਚ ਆ ਕਿ ਬੱਚਾ ਜੇ ਪਹਿਲੀ ਜਮਾਤ 'ਚ ਪੜ੍ਹਨੇ ਪਾਇਆ ਹੁੰਦਾ ਤੇ ਅਸੀਂ ਪੁਰਾਣੇ ਸਮਿਆਂ 'ਚ ਫੌਜ ਦਾ ਕਨਸੈਪਟ ਹੁੰਦਾ ਸੀ ਤੇ ਅਸੀਂ ਨਿਆਣਿਆਂ ਦੇ ਨਾਮ ਹੀ ਕਰਨਲ ਤੇ ਜਰਨੈਲ ਸਿੰਘ ਤੇ ਕਰਨੈਲ ਸਿੰਘ ਰੱਖਦੇ ਹੁੰਦੇ ਸੀਗੇ। ਫਿਰ ਜਦੋਂ ਸਮੇਂ ਬਦਲੇ ਤੇ ਫਿਰ ਸਾਡੇ ਮਨਾਂ 'ਚ ਇਹ ਆ ਗਿਆ ਕਿ ਡਾਕਟਰ ਜਿਹੜਾ ਉਹ ਕਿਉਂਕਿ ਮਨੀ ਮਾਈਂਡਡ ਹੋ ਗਿਆ ਸਮਾਜ ਥੋੜ੍ਹਾ ਜਿਹਾ, ਪਦਾਰਥਵਾਦੀ ਜੋ ਕੱਲ ਜਿਉਂ ਵੱਧਦੇ ਗਏ, ਕਦੀ ਲੱਗਣ ਲੱਗਦਾ ਸੀ ਕਿ ਡਾਕਟਰ ਦੀ ਜੌਬ ਬਹੁਤ ਵਧੀਆ ਹੁੰਦੀ, ਉਹ 'ਚ ਪੈਸਾ ਬਹੁਤ ਆ। ਕੋਈ ਵੀ ਵਿਅਕਤੀ ਮੈਨੂੰ ਲੱਗਦਾ ਨਹੀਂ ਸੀ ਬਹੁਤੇ ਲੋਕਾਂ 'ਚ ਸਾਡਿਆਂ 'ਚ ਡਾਕਟਰ ਇਸ ਕਰਕੇ ਬਣਨਾ ਚਾਹੁੰਦਾ ਹੋਵੇ ਕਿ ਉਹ ਸਮਾਜ ਦੀ ਹੋਣਗੇ ਕੁਝ ਕੁ ਲੋਕ, ਇਹ ਨਹੀਂ ਮੈਂ ਕਹਿੰਦਾ ਨਹੀਂ ਹੋਣਗੇ, ਬਹੁਤ ਘੱਟ ਲੋਕ ਐਸੇ ਹੋਣਗੇ ਜਿਹੜੇ ਇਹ ਸੋਚ ਕੇ ਉਹ ਪ੍ਰੋਫੈਸ਼ਨ ਜੁਆਇਨ ਕਰਦੇ ਕਿ ਮੈਂ ਲੋਕ ਸੇਵਾ ਕਰਨੀ ਆ, ਮੈਂ ਗਰੀਬ ਗੁਰਬਿਆਂ ਦੀ ਸੇਵਾ ਕਰਨੀ ਆ। ਸਾਰੇ ਇਹ ਸੋਚ ਕੇ ਸੋਚਦੇ ਆ ਕਿ ਮੇਰਾ ਇੱਕ ਹਸਪੀਟਲ ਹੋਏਗਾ, ਮੇਰੇ ਆਲੇ ਦੁਆਲੇ ਮੇਰੀ ਜੈ ਜੈਕਾਰ ਹੋਏਗੀ। ਤੇ ਸਾਡੇ ਮਾਪੇ ਵੀ ਬਚਪਨ 'ਚ ਹੀ ਸੋਚਣ ਲੱਗ ਪੈਂਦੇ ਵੀ ਇਹਨੂੰ ਡਾਕਟਰ ਬਣਾਉਣਾ, ਇਹਨੂੰ ਇੰਜੀਨੀਅਰ ਬਣਾਉਣਾ, ਤੇ ਉਹ ਪਹਿਲੇ ਦਿਨ ਤੋਂ ਹੀ ਇਸ ਤਰ੍ਹਾਂ ਦੇ ਪ੍ਰੈਸ਼ਰ ਬੰਦੇ ਤੇ ਬਣਨੇ ਸ਼ੁਰੂ ਹੋ ਜਾਂਦੇ ਆ ਤੇ ਉਹ ਆਖਰਕਾਰ ਬਣਾ ਵੀ ਲੈਂਦੇ ਆ। ਕੋਈ ਪੈਸੇ ਦੇ ਜੋ ਕੋਈ ਨੇਪਾਲ 'ਚ ਜਾ ਕੇ ਬੱਚੇ ਨੂੰ ਡਾਕਟਰੀ ਕਰਾ ਲੈਂਦਾ, ਨਹੀਂ ਦਾਖਲਾ ਮਿਲਿਆ ਕੋਈ ਕਿਤੋਂ ਕਰ ਲੈਂਦਾ। ਮੈਂ ਖੁਦ ਵੀ ਜਦੋਂ ਪੰਜਾਬ 'ਚ ਇੰਜੀਨੀਅਰਿੰਗ ਦੀ ਡਿਗਰੀ 'ਚ ਐਡਮਿਸ਼ਨ ਨਹੀਂ ਮਿਲੀ ਤੇ ਔਰੰਗਾਬਾਦ ਤੋਂ ਕੀਤੀ ਸੀ। ਮਤਲਬ ਆਪਣੇ ਰਾਹ ਮਨੁੱਖ ਕੱਢਦਾ। ਤੇ ਇਹ ਜਿਹੜੇ ਸਿਸਟਮ ਨੇ, ਕੁਝ ਲੋਕਾਂ ਨੂੰ ਇਹ ਮੌਕੇ ਨਹੀਂ ਮਿਲਦੇ, ਜਿਹੜੇ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਕਿ ਕੁਝ ਲੋਕ ਸੰਘਰਸ਼ ਕਰਕੇ ਥੱਲੇ ਉੱਠ ਕੇ ਵੀ ਅੱਗੇ ਨਿਕਲ ਜਾਂਦੇ ਨੇ ਤੇ ਕੁਝ ਲੋਕ ਸਿਲਵਰ ਸਪੂਨ ਲੈ ਕੇ ਵੀ ਜੰਮੇ ਹੁੰਦੇ ਆ ਤੇ ਉਹ ਉਸ ਜ਼ਿੰਦਗੀ ਦੀ ਦੌੜ 'ਚ ਬਹੁਤ ਪਿੱਛੇ ਰਹਿ ਜਾਂਦੇ ਆ। ਤੇ ਫਿਰ ਉਹ ਜਿਹੜੀ ਰਸਤੇ ਚੁਣਨ ਦੀ ਕੋਈ ਗਲਤੀ ਹੁੰਦੀ ਆ ਜਾਂ ਕੋਈ ਕੁਦਰਤ ਦਾ ਉਹਦੇ ਤੇ ਕਿਰਪਾ ਜਾਂ ਪ੍ਰਕੋਪ ਹੁੰਦਾ ਜਾਂ ਫਿਰ ਕੋਈ ਜ਼ਿੰਦਗੀ ਦੀਆਂ ਕੁਝ ਗਲਤੀਆਂ ਹੁੰਦੀਆਂ ਜਿਹੜੀਆਂ ਸਾਨੂੰ ਉਹ ਜਿਹੜੇ ਰਾਹ ਪਾ ਦਿੰਦੀਆਂ ਨੇ। ਗਿੱਲ ਸਾਹਿਬ, ਜਿਹੜੀ ਕੁਦਰਤ ਰਾਣੀ ਆ ਨਾ, ਇੱਕ ਗੱਲ ਪੱਕੀ ਆ ਕਿ ਉਹ ਹਰ ਮਨੁੱਖ ਨੂੰ ਮੌਕੇ ਦਿੰਦੀ ਹੈ। ਜਿਹੜੇ ਅਵੇਸਲੇ ਤੇ ਜਿਹੜੇ ਨਿਕੰਮੇ ਲੋਕ ਹੁੰਦੇ ਆ, ਮੌਕੇ ਉਹਨਾਂ ਨੂੰ ਵੀ ਮਿਲਦੇ ਆ, ਪਰ ਉਹ ਕਈ ਵਾਰ ਨਿਕੰਮੇਪਣ ਵਿੱਚ ਉਹਨਾਂ ਮੌਕਿਆਂ ਦਾ ਜਿਹੜਾ ਫਾਇਦਾ ਨਹੀਂ ਉਠਾ ਸਕਦੇ।
ਜ਼ਿੰਦਗੀ ਦੇ ਬਹੁਤ ਸਾਰੇ ਲੋਕ ਜਿਹੜੇ ਆ, ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਉਹਨਾਂ ਮੌਕਿਆਂ ਨੂੰ ਉਹਦਾ ਫਾਇਦਾ ਉਠਾਉਂਦੇ ਆ। ਤੁਸੀਂ ਹੁਣੇ ਹੀ ਆਪਣੀ ਐਗਜ਼ਾਮਪਲ ਦਿੱਤੀ। ਹੁਣ ਪੈਕ ਦੇ ਵਿੱਚ ਜਦੋਂ ਤੁਸੀਂ ਪੜ੍ਹਦੇ ਸੀ ਉਦੋਂ ਮੈਕਸਿਮਮ 60 ਸੀਟਾਂ ਹੁੰਦੀਆਂ ਸੀ। ਹੂੰ। ਉਦੋਂ ਤੇ ਪੈਕ ਦੇ ਵਿੱਚ 60 ਲੋਕਾਂ ਨਹੀਂ ਜਾਣਾ ਸੀ ਨਾ। ਜੀ। ਬਟ ਅਸੀਂ ਸੋਚੀਏ ਵੀ ਉਹਨਾਂ 60 ਤੋਂ ਬਾਅਦ ਬਾਕੀ ਸਾਰੇ ਹੀ ਅਸਫਲ ਹੋ ਗਏ ਲੋਕ। ਉਹ ਕਨਸੈਪਟ ਜਿਹੜਾ ਹੈ ਉਹ ਨਹੀਂ ਹੈਗਾ। ਜਿਹੜੇ ਬਾਕੀ ਕਾਲਜ ਖੁੱਲੇ ਸੀਗੇ ਉੱਥੇ ਵੀ ਲੋਕਾਂ ਨੇ ਪੜ੍ਹਨਾ ਸੀਗਾ, ਉੱਥੇ ਜਾਣਾ ਸੀਗਾ। ਜਿਵੇਂ ਤੁਸੀਂ ਔਰੰਗਾਬਾਦ ਚਲੇ ਗਏ, ਤੁਸੀਂ ਆਪਣੇ ਉਦੋਂ ਮਾਂ-ਬਾਪ ਨੂੰ ਕਿੰਨਾ ਮਿਸ ਕੀਤਾ ਹੋਏਗਾ, ਆਪਣੇ ਪਿੰਡ ਨੂੰ ਕਿੰਨਾ ਮਿਸ ਕੀਤਾ ਹੋਏਗਾ, ਆਪਣੇ ਰਿਸ਼ਤੇਦਾਰਾਂ ਨੂੰ ਉੱਥੇ ਪੜ੍ਹਦਿਆਂ ਕਿੰਨਾ ਮਿਸ ਕੀਤਾ ਹੋਏਗਾ। ਔਰ ਘਰ ਦਾ ਜਿਹੜਾ ਖਾਣਾ ਇੱਕ ਮਾਂ ਦਾ ਬਣਿਆ, ਭੈਣ ਦਾ ਬਣਿਆ ਜਾਂ ਦੂਸਰੇ ਰਿਸ਼ਤੇਦਾਰਾਂ ਦਾ ਬਣਿਆ, ਉਹਨੂੰ ਕਿੰਨਾ ਮਿਸ ਕੀਤਾ ਹੋਏਗਾ। ਸੋ ਉਹ ਤੁਹਾਡੇ ਲਈ ਇੱਕ ਮੌਕਾ ਆਇਆ ਸੀਗਾ ਕਿ ਤੁਸੀਂ ਇਹਨਾਂ ਸਾਰੀਆਂ ਮੁਸ਼ਕਲਾਂ ਤੇ ਕਾਬੂ ਪਾਉਂਦੇ ਹੋਏ ਆਪਣੇ ਮਨ ਨੂੰ ਸਮਝਾ ਕੇ ਉੱਥੋਂ ਡਿਗਰੀ ਲੈ ਕੇ ਆਉਣੀ ਹੈ। ਸੋ ਤੁਸੀਂ ਡਿਗਰੀ ਲੈ ਆਏ, ਪਰ ਜੇ ਕੋਈ ਨਿਕੰਮਾ ਬੰਦਾ ਹੁੰਦਾ ਉਹ ਇਸੇ ਗੱਲ ਤੇ ਰੋਈ ਜਾਂਦਾ ਵੀ ਉੱਥੇ ਔਰੰਗਾਬਾਦ ਮੈਨੂੰ ਪੰਜਾਬ ਵਰਗੀ ਰੋਟੀ ਨਹੀਂ ਮਿਲਦੀ, ਮੈਨੂੰ ਪੰਜਾਬ ਵਰਗਾ ਉੱਥੇ ਮੌਸਮ ਨਹੀਂ ਮਿਲਦਾ, ਮੈਨੂੰ ਉੱਥੇ ਆਪਣੇ ਮਾਂ ਪਿਓ ਦਾ ਬਹੁਤ ਅਦਰੇਵਾ ਹੋ ਰਿਹਾ ਹੈ, ਮੇਰਾ ਤਾਂ ਦਿਲ ਨਹੀਂ ਲੱਗਦਾ। ਸੋ ਉਹ ਡਿਗਰੀ ਉੱਥੇ ਨਹੀਂ ਸੀ ਹੋਣੀ। ਤੁਹਾਨੂੰ ਇੱਕ ਜ਼ਿੰਦਗੀ ਨੇ ਮੌਕਾ ਦਿੱਤਾ, ਤੁਸੀਂ ਉਸ ਮੌਕੇ ਨੂੰ ਸੰਭਾਲਿਆ ਔਰ ਸੰਭਾਲ ਕੇ ਤੁਸੀਂ ਫਿਰ ਜਿਹੜਾ ਉਹ ਜੌਬ ਦੇ ਵਿੱਚ ਆਏ। ਔਰ ਜੌਬ ਦੇ ਵਿੱਚ ਆਣ ਕੇ ਇਵੇਂ ਤੁਹਾਡੇ ਵਰਗੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਤੁਹਾਡੇ ਤੋਂ ਪ੍ਰੇਰਨਾ ਲਈ ਹੋਏਗੀ ਕਿ ਜੇ ਮੈਨੂੰ ਇੱਥੇ ਨਹੀਂ ਕੋਈ ਸਫਲਤਾ ਮਿਲੀ ਤੇ ਮੈਂ ਦੂਜੇ ਥਾਂ ਤੇ ਜਾ ਕੇ ਜਿਹੜਾ ਇਹਦੇ ਲਈ ਯਤਨ ਕਰਾਂ। ਜੇ ਦੂਜੇ ਥਾਂ ਤੇ ਵੀ ਨਹੀਂ ਮਿਲਦੀ, ਤੀਜੇ ਥਾਂ ਤੇ ਵੀ। ਪਰ ਇੱਕ ਉਹ ਵੀ ਬੰਦੇ ਹੋਣਗੇ ਜਿਹੜੇ ਉੱਥੇ ਹੀ ਬੈਠੇ ਰਹੇ, ਨਹੀਂ ਜੀ ਨਹੀਂ, ਇਹਨੂੰ ਤਾਂ ਘਰ ਤੋਂ ਬਾਹਰ ਦਾ ਖਾਣਾ ਹੀ ਨਹੀਂ ਪਚਦਾ ਜੀ, ਇਹ ਤੇ ਆਪਣੀ ਮਾਂ ਤੋਂ ਬਗੈਰ ਨਹੀਂ ਰਹਿ ਸਕਦਾ। ਮੌਕੇ ਉਹਨਾਂ ਦੇ ਵੀ ਸਾਹਮਣੇ ਆਏ, ਉਹਨਾਂ ਨੇ ਇਸੇ ਗੱਲ ਦੇ ਵਿੱਚ ਗਵਾ ਦਿੱਤੇ। ਸੋ ਸਿਲਵਰ ਸਪੂਨ ਲੈਣ ਵਾਲਿਆਂ ਦੀ ਵੀ ਗੱਲ ਮੈਨੂੰ ਯਾਦ ਆਈ। ਮੇਰੀ ਇੱਕ ਰਿਸ਼ਤੇਦਾਰ ਲੜਕੀ ਨੇ MBBS ਕੀਤੀ, ਉਹਦੇ ਨਾਲ ਇੱਕ ਬਹੁਤ ਦੂਸਰੀ ਲੜਕੀ ਜਿਹੜੀ ਜਿਨ੍ਹਾਂ ਦੇ ਆਪਣਾ ਹਸਪਤਾਲ ਸੀ, ਸਾਰਾ ਕੁਝ ਸੀਗਾ, ਉਹਨੇ ਵੀ MBBS ਕੀਤੀ ਔਰ ਉਹ ਦੋਨੋਂ ਇਕੱਠੀਆਂ ਸੀ। ਬਾਈ ਚਾਂਸ ਉਹਨੇ ਹਮੇਸ਼ਾ ਹੀ, ਉਹ ਲੜਕੀ ਗੁਰਦਾਸਪੁਰ ਤੋਂ ਜਿਹਨੇ MBBS ਕੀਤੀ, ਉਹਨੇ ਉਹਨੂੰ ਕਹਿਣਾ ਜੀ ਮੇਰੇ ਲਈ ਤੇ ਮੇਰਾ ਹਸਪਤਾਲ ਜਿਹੜਾ ਤਿਆਰ ਬੈਠਾ ਹੈ, ਮੈਂ ਤੇ MBBS ਕਰਦਿਆਂ ਜਾਂਦਿਆਂ ਹੀ ਜਾ ਕੇ ਆਪਣੇ ਹਸਪਤਾਲ ਬਹਿ ਜਾਣਾ ਹੈ। ਉਹ ਜਿਹੜੀ ਦੂਸਰੀ ਲੜਕੀ ਸੀ ਉਹਨੇ ਫਿਰ MD ਲਈ ਜਿਹੜਾ ਅਪਲਾਈ ਕਰਤਾ, ਉਹਨੇ ਵੀ ਕੀਤਾ। ਹੁਣ MD ਦੇ ਵਿੱਚ ਜਿਹੜੀਆਂ ਉਹ ਪੈਸੇ ਵਾਲੀਆਂ ਸੀਟਾਂ ਨਹੀਂ ਹੁੰਦੀਆਂ ਪੇਡ, ਉਹਨੇ MBBS ਦੇ ਵਿੱਚ ਵੀ ਪੇਡ ਸੀਟ ਲਈ ਸੀ। ਬਟ ਉੱਥੇ ਉਹ ਕੁੜੀ ਤਾਂ MD ਕਰਨ ਤੇ ਲੱਗੀ ਜਿਹੜੀ ਇੱਕ ਮਿਹਨਤ ਕਰਕੇ ਸਾਰਾ ਕੁਝ ਕਰਕੇ ਆਈ ਸੀ। ਜਿਹਨੇ ਮਿਹਨਤ ਨਹੀਂ ਕੀਤੀ ਉਹ ਆਪਣੇ ਹਸਪਤਾਲ ਬਹਿ ਗਈ। ਉਹਦੇ MD ਕਰਦਿਆਂ ਕਰਦਿਆਂ ਹੀ ਉਹਦੇ ਕੋਲੋਂ 2 ਪੇਸ਼ੈਂਟ ਮਰ ਗਏ ਜੀ। ਔਰ ਉਹਨੇ ਬਜਾਏ ਜਿਸ ਹਸਪਤਾਲ ਤੋਂ ਉਹਨੂੰ ਬਹੁਤ ਮਾਣ ਸੀ ਵੀ ਉੱਥੇ ਜਾਣਾ, ਉਸ ਹਸਪਤਾਲ ਦੇ ਨਰਸਿੰਗ ਹੋਮ ਦੇ ਅੰਮ੍ਰਿਤਸਰ ਵਿੱਚ ਬੰਦ ਹੋਣ ਦਾ ਉਹੋ ਹੀ ਲੜਕੀ ਕਾਰਨ ਬਣੀ, ਕਿਉਂਕਿ ਉਹਨਾਂ ਦਾ ਰੈਪੂਟੇਸ਼ਨ ਇੰਨਾ ਸਹਿਜੇ ਸਹਿਜੇ ਉਹ ਡਾਊਨ ਹੋਣਾ ਸ਼ੁਰੂ ਹੋ ਗਿਆ। ਸੋ ਇਸ ਕਰਕੇ ਜਿਹੜੇ ਲੋਕ ਇਦਾਂ ਦੇ ਵੀ ਰਾਹ ਅਖਤਿਆਰ ਕਰਕੇ ਜ਼ਿੰਦਗੀ ਨੂੰ ਸਫਲ ਬਣਾਉਣ ਦਾ ਯਤਨ ਕਰਦੇ ਆ, ਉਹ ਫਿਰ ਬਹੁਤੀ ਵਾਰ ਨਹੀਂ ਹੁੰਦੇ ਔਰ ਉਹ ਜਿਹੜੇ ਆ ਫਿਰ ਉਹ ਢਾਊ ਕੰਮ ਹੀ ਸਮਾਜ ਵਿੱਚ ਕਰਦੇ ਨੇ। ਤੋ ਇਸ ਕਰਕੇ ਮੇਰਾ ਤਾਂ ਇਹੀ ਵਿਸ਼ਵਾਸ ਹੈ ਕਿ ਜਿਹੜੇ ਲੋਕ ਸਹੀ ਤਰੀਕੇ ਆਪਣੀ ਮੰਜ਼ਿਲ ਤੇ ਜਾਂਦੇ ਨੇ, ਤੁਸੀਂ ਵੀ ਜਿਵੇਂ ਪ੍ਰਦੇਸ਼ਾਂ ਦੇ ਵਿੱਚ ਜਾ ਕੇ ਉੱਥੋਂ ਪੜ੍ਹਾਈ ਕੀਤੀ ਤੇ ਪੜ੍ਹਾਈ ਕਰਕੇ ਆਣ ਕੇ ਫਿਰ ਆਪਣੇ ਪਰਿਵਾਰ ਨੂੰ, ਆਪਣੇ ਸ਼ਾਗਿਰਦੇ ਨੂੰ ਮਹਿਕਾਂ ਵੰਡੀਆਂ। ਬਟ ਜੇ ਤੁਸੀਂ ਉਹ ਕੋਈ ਹੋਰ ਰਾਹ ਅਖਤਿਆਰ ਕਰਦੇ ਤੇ ਫਿਰ ਸ਼ਾਇਦ ਜਿਹੜੀਆਂ ਉਹ ਇੰਨੀਆਂ ਮਹਿਕਾਂ ਬਖੇਰਨੀਆਂ ਸੰਭਵ ਨਹੀਂ ਸਨ। ਬਿਲਕੁਲ, ਹਰ ਵਿਅਕਤੀ ਨੂੰ ਚਾਂਸ ਮਿਲਦਾ। ਕਹਿੰਦੇ ਆ ਕਿ ਤੇ ਵੈਸੇ ਤੇ ਇੱਕ ਸਾਡੇ ਦੰਦ ਕਥਾ ਚੱਲਦੀ ਆ ਕਿ 24 ਆਵਰ ਦੇ ਵਿੱਚ ਕਈ ਵਾਰ ਤੁਹਾਡੀ ਵਿਸ਼ ਪੂਰੀ ਹੁੰਦੀ ਆ। ਇਹਦਾ ਮਤਲਬ ਇਹ ਆ ਕਿ ਵਿਅਕਤੀ ਨੂੰ ਅਪਰਚੂਨਿਟੀ ਮਿਲਦੀ ਆ, ਉਹਨੂੰ ਕਿਸ ਤਰ੍ਹਾਂ ਲੱਭਣਾ ਆ ਉਹ ਤੁਹਾਡੇ ਵੱਸ ਆ, ਤੁਹਾਡੇ ਆਪਣੀ ਸਮਰੱਥਾ ਦੇ ਅਨੁਕੂਲ ਹੈ। ਜਿਹੜੀ ਜਿਵੇਂ ਤੁਸੀਂ ਕਿਹਾ ਕਿ ਅਪਰਚੂਨਿਟੀ ਹਰ ਇੱਕ ਵਿਅਕਤੀ ਨੂੰ ਪ੍ਰਦਾਨ ਹੁੰਦੀ ਆ, ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ। ਪਰ ਉਹ ਜੇ ਅਵੇਸਲਾ ਰਹੇਗਾ ਉਸ ਪ੍ਰਤੀ, ਜਾਂ ਕੋਸੇਗਾ ਆਪਣੇ ਆਪ ਨੂੰ, ਜਾਂ ਆਪਣੀ ਜ਼ਿੰਦਗੀ ਨੂੰ ਕੋਸੇਗਾ, ਯਾਰ ਮੇਰੇ ਤੋਂ ਅੱਗੇ ਦੂਜੀ ਦੁਨੀਆ ਅੱਗੇ ਆ, ਮੈਂ ਬਹੁਤ ਪਿੱਛੇ ਆ, ਮੈਂ ਪਿੰਡ 'ਚ ਪੈਦਾ ਹੋ ਗਿਆ, ਮੈਂ ਕਿਤੇ ਦਿੱਲੀ ਪੈਦਾ ਹੋਇਆ ਹੁੰਦਾ ਤੇ ਮੈਂ ਅੱਜ ਹੋਰ ਹੁੰਦਾ, ਤੇ ਉਹ ਵਿਅਕਤੀ ਉਹ ਅਪਰਚੂਨਿਟੀ ਜਿਹੜੀ ਹੈ ਨਾ ਉਹਨੂੰ ਵੀ ਕਿਤੇ ਨਾ ਕਿਤੇ ਉਹ ਜਿਵੇਂ ਤੁਸੀਂ ਕਿਹਾ ਗਵਾ ਲੈਂਦਾ ਆ। ਤੇ ਇਸੇ ਤਰ੍ਹਾਂ ਹੀ ਕੁਝ ਵਿਅਕਤੀ ਥੱਲਿਓਂ ਸੰਘਰਸ਼ ਕਰਕੇ ਅੱਖਾਂ ਖੁੱਲੀਆਂ ਰੱਖ ਕੇ ਚੇਤਨ ਤੌਰ ਤੇ ਚੱਲਦੇ ਨੇ, ਤੇ ਜਦੋਂ ਕੋਈ ਅਪਰਚੂਨਿਟੀ ਆਉਂਦੀ ਆ ਉਹਦੇ ਨਾਲ ਹੋ ਕੇ ਤੁਰਦੇ ਨੇ, ਤੇ ਫਿਰ ਜ਼ਿੰਦਗੀ ਵੀ ਉਹਨਾਂ ਨੂੰ ਨਵਾਂ ਰਾਹ ਦੇ ਦਿੰਦੀ ਆ। ਗਿੱਲ ਸਾਹਿਬ, ਮੈਨੂੰ ਨਾ ਇੱਕ ਬੜਾ ਵਧੀਆ ਸ਼ੇਅਰ ਯਾਦ ਆਇਆ, ਆਪਣੇ ਇਲਾਕੇ ਦੇ ਇੱਕ ਸ਼ਾਇਰ ਦਾ ਲਿਖਿਆ ਏ। ਉਹ ਲਿਖਦਾ ਕਿ ਟਾਹਣੀਆਂ ਤੇ ਲੱਗੇ ਫੁੱਲ ਵੀ ਕਮਲਾਏ ਦੇਖੇ ਮੈਂ,
ਟਾਹਣੀਆਂ ਦੇ ਉੱਤੇ ਖਿੜੇ ਵੀ ਹੁੰਦੇ ਨੇ ਤੇ ਕਮਲਾਏ ਵੀ ਹੁੰਦੇ ਨੇ। ਉਹ ਕਹਿੰਦਾ ਟਾਹਣੀਆਂ ਤੇ ਲੱਗੇ ਫੁੱਲ ਵੀ ਕਮਲਾਏ ਦੇਖੇ ਮੈਂ, ਦਰਿਆਵਾਂ ਵਰਗੇ ਲੋਕ ਵੀ ਤਰਿਹਾਏ ਵੇਖੇ ਮੈਂ। ਜਿਨ੍ਹਾਂ ਕੋਲ ਮਾਇਆ ਦਾ ਕੋਈ ਅੰਤ ਨਹੀਂ ਹੁੰਦਾ, ਸਾਰਾ ਕੁਝ ਉਹ ਵੀ ਤਰਿਹਾਏ ਫਿਰਦੇ ਆ ਕਿ ਹਾਲੀ ਹੋਰ ਆ ਜੇ, ਹੋਰ ਆ ਜੇ। ਸੋ ਇਸ ਕਰਕੇ ਉਹ ਜਿਹੜੇ ਲੋਕ ਹੁੰਦੇ ਨੇ, ਉਹਨਾਂ ਨੇ ਕਦੀ ਵੀ ਆਪਣੀਆਂ ਸਫਲਤਾਵਾਂ ਤੇ ਨਾਜ਼ ਨਹੀਂ ਕਰਨਾ ਹੁੰਦਾ। ਉਹਨਾਂ ਨੂੰ ਤਾਂ ਐਂ ਲੱਗਦਾ ਕਿ ਹਾਲੀ ਹੋਰ ਹੋ ਜੇ, ਹੋਰ ਹੋ ਜੇ, ਹੋਰ ਹੋ ਜੇ। ਤੋ ਉਹ ਉਹਨਾਂ ਦੀਆਂ ਜਿਹੜੀਆਂ ਸਫਲਤਾਵਾਂ ਹੁੰਦੀਆਂ ਨੇ, ਉਹਨਾਂ ਨੂੰ ਉਹ ਨਹੀਂ ਮੰਨਦੇ। ਅਸਫਲਤਾਵਾਂ ਹੀ ਅਸਲ ਵਿੱਚ ਜਿਹੜੀਆਂ ਨੇ ਦੋ ਚੀਜ਼ਾਂ, ਇੱਕ ਤੇ ਅਸਫਲਤਾ ਹੀ ਜਿਹੜੀ ਆ ਉਹ ਸਾਨੂੰ ਸਫਲਤਾ ਵੱਲ ਤੋਰਦੀ ਹੈ। ਬਹੁਤ ਸਾਰੇ ਕੇਸਾਂ ਦੇ ਵਿੱਚ ਜਿਹੜੇ ਅਸਫਲ ਲੋਕ ਨੇ ਉਹ ਯਤਨ ਕਰਦੇ ਨੇ, ਸਾਰਾ ਕੁਝ ਕਰਦੇ ਨੇ। ਤੁਸੀਂ ਇਬਰਾਹਿਮ ਲਿੰਕਨ ਨੂੰ ਅਮਰੀਕਾ ਦੇ ਵਿੱਚ ਸਾਰੇ ਹੀ ਪੜ੍ਹਦੇ ਆ, ਸਾਰਿਆਂ ਲਈ ਹੈਗਾ ਕਿ ਉਹ ਕਿੰਨੀ ਵਾਰ ਉੱਥੋਂ ਦੀ ਸਿਆਸਤ ਵਿੱਚ ਫੇਲ ਹੋਏ, ਬਟ ਅਲਟੀਮੇਟਲੀ ਉਹਨਾਂ ਨੇ ਨਵਾਂ ਅਮਰੀਕਾ ਸਿਰਜਣ ਦੇ ਵਿੱਚ ਸਫਲ ਹੋ ਕੇ ਵੱਡਾ ਯੋਗਦਾਨ ਪਾਇਆ। ਸੋ ਇਦਾਂ ਹੀ ਮੈਂ ਪਿੱਛੇ ਜੇ ਇੱਕ ਜੀਵਨੀ ਪੜ੍ਹ ਰਿਹਾ ਸੀ, ਜਿਹੜਾ KFC ਚਿਕਨ ਵਾਲੇ ਆ ਬੰਦਾ, ਜੀ ਜੀ, ਉਹਨੇ ਵੀ ਜਦੋਂ ਉਹ ਸ਼ੈਫ ਸੀ, ਉਹਨੇ ਬਹੁਤ ਕੁਝ ਟਰਾਈ ਕੀਤਾ, ਉਹ ਆਪਣਾ ਕੁਝ ਬਣਾਉਣਾ ਚਾਹੁੰਦਾ ਸੀ, ਉਹ ਨਹੀਂ ਸੀ ਬਣ ਰਿਹਾ। ਉਹਨੂੰ ਅਸਫਲ ਲੋਕਾਂ ਤੇ ਗਿਣਨਾ ਸ਼ੁਰੂ ਕੀਤਾ। ਅਲਟੀਮੇਟਲੀ ਉਹਨੇ ਇਹ ਜਿਹੜਾ ਚਿਕਨ ਦਾ ਇੱਕ ਨਵਾਂ ਉਹਦਾ ਮੈਥਡ ਸੀ, ਉਹਨੇ ਤਿਆਰ ਕੀਤਾ। ਇਸ ਵੇਲੇ ਸਾਰੇ ਸੰਸਾਰ ਦੇ ਵਿੱਚ ਫੈਲਿਆ ਹੈ, ਔਰ ਬਹੁਤ ਅਸਫਲ ਸ਼ੈਫ ਹੋਣ ਦੇ ਉੱਤੇ ਵੀ ਉਹਨੇ ਫਿਰ ਸਫਲਤਾ ਜਿਹੜੀ ਉਹ ਪ੍ਰਾਪਤ ਕੀਤੀ। ਸੋ ਅਸਫਲਤਾਵਾਂ ਦੇ ਵਿੱਚੋਂ ਜਿਹੜੀ ਮਿਲੀ ਸਫਲਤਾ ਹੈ, ਉਹ ਜਿਹੜੀ ਆ ਉਹ ਬਹੁਤ ਆਨੰਦਿਤ ਹੁੰਦੀ ਆ। ਬਟ ਕਈ ਵਾਰ ਅਸਫਲਤਾਵਾਂ ਸਾਨੂੰ ਨਿਰਾਸ਼ਾ ਵੱਲ ਵੀ ਲੈ ਜਾਂਦੀਆਂ ਨੇ। ਬਟ ਉਹ ਜਿਹੜੇ ਨਿਰਾਸ਼ਾਵਾਦੀ ਲੋਕ ਹੁੰਦੇ ਨੇ, ਜ਼ਿੰਦਗੀ ਦੇ ਵਿੱਚ ਦੋਨੋਂ ਹੀ ਪੱਖ ਨੇ। ਜਿਹੜੇ ਆਸ਼ਾਵਾਦੀ ਲੋਕ ਹੁੰਦੇ ਨੇ, ਉਹ ਆਪਣੀ ਅਸਫਲਤਾ ਤੋਂ ਸਿੱਖਦੇ ਨੇ ਔਰ ਉਹ ਸਫਲਤਾ ਵੱਲ ਵੱਧਦੇ ਨੇ। ਤੇ ਫਿਰ ਕਈ ਜਿਹੜੇ ਨੇ ਉਹ ਇਹਨੂੰ ਅਸਫਲਤਾ ਨੂੰ ਜਿਹੜੀ ਆ ਉਹਨੂੰ ਆਪਣੀ ਘੋਰ ਨਿਰਾਸ਼ਾ ਵਾਲੀ ਜ਼ਿੰਦਗੀ ਤੇ ਲੈ ਜਾਂਦੇ ਆ। ਉਹ ਸੋਚਦੇ ਵੀ ਇੱਕ ਸਫਲਤਾ ਆ ਗਈ ਸਾਡੇ ਤੇ ਜਿਹੜੀਆਂ ਮੁਸੀਬਤਾਂ ਡਿੱਗ ਪਈਆਂ ਨੇ, ਸਾਰਾ ਕੁਝ ਹੋ ਗਿਆ ਏ। ਉਹ ਫਿਰ ਜਿਹੜੇ ਨਿਰਾਸ਼ਾ ਵੱਲ ਜਾਂਦੇ ਜਾਂਦੇ ਜਿਹੜੇ ਉਹ ਕਿਸੇ ਦਾ ਰਾਹ ਸਹਾਰਾ ਵੀ ਨਹੀਂ ਬਣਦੇ ਔਰ ਆਪਣੀ ਜ਼ਿੰਦਗੀ ਨੂੰ ਵੀ ਆਨੰਦਿਤ ਨਹੀਂ ਕਰਦੇ। ਔਰ ਕਈ ਵਾਰ ਸਮਾਜ ਦੇ ਉੱਤੇ ਉਹ ਭਾਰ ਬਣ ਕੇ ਸਮਾਜ ਨੂੰ ਢਹਿੰਦੀਆਂ ਕਲਾਂ ਵੱਲ ਲੈ ਕੇ ਜਾਣ ਵਿੱਚ ਵੀ ਉਹ ਆਪਣਾ ਰੋਲ ਪਾ ਦਿੰਦੇ ਨੇ। ਤੋ ਜਿਹੜੀ ਸਫਲਤਾ ਹੈ, ਜਿਹੜੇ ਪੋਜ਼ਿਟਿਵ ਲੋਕ ਨੇ, ਜਿਹੜੇ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਸੰਘਰਸ਼ੀਲ ਲੋਕ ਨੇ, ਉਹੀ ਅਸਫਲਤਾਵਾਂ ਦੇ ਵਿੱਚੋਂ ਸਫਲਤਾ ਪ੍ਰਾਪਤ ਕਰਦੇ ਨੇ। ਬਹੁਤੇ ਲੋਕ ਜਿਹੜੇ ਨਿਰਾਸ਼ਾਵਾਦੀ ਹੁੰਦੇ ਨੇ, ਜਿਨ੍ਹਾਂ ਦੀ ਗਿਣਤੀ ਸਮਾਜ ਵਿੱਚ ਘੱਟ ਹੈ, ਉਹ ਫਿਰ ਨਸ਼ਿਆਂ ਵੱਲ ਗੁਲਤਾਨ ਹੋ ਜਾਂਦੇ ਨੇ ਦੂਸਰੇ ਪਾਸੇ। ਬਟ ਉਹ ਦੋਸ਼ ਦੂਸਰਿਆਂ ਨੂੰ ਦਿੰਦੇ ਨੇ। ਉਹ ਇਹ ਨਹੀਂ ਦੇਖਦੇ ਕਿ ਮੈਂ ਸਖਤ ਮਿਹਨਤ ਨਹੀਂ ਕੀਤੀ, ਮੈਂ ਜ਼ਿੰਦਗੀ ਦੇ ਵਿੱਚ ਅੱਗੇ ਹੋ ਕੇ ਜਿਹੜਾ ਇੱਕ ਸੰਘਰਸ਼ ਕਰਨ ਦਾ ਜਜ਼ਬਾ ਸੀ ਉਹਦੇ ਅਨੁਸਾਰ ਨਹੀਂ ਚੱਲਿਆ। ਤੋ ਇਹ ਜਿਹੜੀਆਂ ਗੱਲਾਂ ਨੇ ਉਹ ਫਿਰ ਕਈ ਵਾਰ ਉਹ ਅਸਫਲਤਾਵਾਂ ਵਾਲੇ ਲੋਕ ਵੀ ਜਿਹੜੇ ਆ ਉਹ ਤੁਹਾਨੂੰ ਸਮਾਜ ਵਿੱਚ ਅਸਫਲ ਹੋਏ ਮਿਲ ਜਾਂਦੇ। ਅੱਛਾ, ਆਪਣੇ ਹੰਸਪਾਲ ਜੀ, ਇੱਕ ਸਫਲ ਵਿਅਕਤੀ ਦੂਸਰਿਆਂ ਲਈ ਰੋਲ ਮਾਡਲ ਕਿਵੇਂ ਬਣ ਸਕਦਾ ਹੈ? ਮੈਂ ਇੱਕ ਸਫਲ ਵਿਅਕਤੀ ਨੂੰ ਵੇਖ ਕੇ ਜਿਹੜੇ ਦੂਜੇ ਲੋਕ ਜਿਹੜੇ ਆ ਉਹ ਉਹਦਾ ਰਾਹ ਅਪਣਾਉਣ, ਉਹ ਰੋਲ ਮਾਡਲ ਕਿਵੇਂ ਬਣ ਸਕਦਾ? ਜਿਵੇਂ ਤੁਸੀਂ ਹੁਣ ਇਬਰਾਹਿਮ ਲਿੰਕਨ ਦਾ ਜ਼ਿਕਰ ਕੀਤਾ, ਉਹ ਦੁਨੀਆ ਭਰ ਦੇ ਵਿੱਚ ਉਹਨਾਂ ਦੀ ਇੱਕ ਮਿਸਾਲ ਹੈ। ਇਸੇ ਤਰ੍ਹਾਂ ਹੀ ਨਿੱਕੀਆਂ ਨਿੱਕੀਆਂ ਸਫਲਤਾ ਵਾਲਾ ਵੀ ਵਿਅਕਤੀ, ਮਤਲਬ ਆਲੇ ਦੁਆਲੇ 'ਚ, ਕਿਉਂਕਿ ਸਾਰੇ ਇਬਰਾਹਿਮ ਲਿੰਕਨ ਨੂੰ ਪੜ੍ਹਦੇ ਨਹੀਂ ਤੇ ਨਾ ਹੀ ਸਾਰੇ ਇਬਰਾਹਿਮ ਲਿੰਕਨ ਬਣ ਸਕਦੇ ਆ। ਆਪਣੇ ਜਿਹੜਾ ਸਾਡਾ ਮੁਆਸ਼ਰਾ ਆ ਉਹਦੇ ਆਲੇ ਦੁਆਲੇ ਵਿਚਰਦੇ ਹੋਏ ਸਾਡੇ ਨਾਲ ਜਿਹੜੇ ਲੋਕ ਵਿਚਰ ਰਹੇ ਆ, ਉਹਨਾਂ ਲਈ ਇੱਕ ਵਿਅਕਤੀ ਜਿਹੜਾ ਸਫਲਤਾ ਦੀ ਪੌੜੀ ਚੜ੍ਹ ਕੇ ਕੁਛ ਇੱਕ ਕਹਿਣ ਜੋਗਾ ਹੋ ਗਿਆ ਕਿ ਮੈਂ ਸਫਲ ਹਾਂ, ਉਹ ਦੂਜਿਆਂ ਦਾ ਰੋਲ ਮਾਡਲ ਕਿਵੇਂ ਬਣ ਸਕਦਾ? ਡਾਕਟਰ ਗਿੱਲ ਸਾਹਿਬ, ਮੈਨੂੰ ਨਾ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਖੂਬਸੂਰਤ ਮਨੁੱਖ ਦੀ ਜੀਵਨੀ ਆਪਣੇ ਅੰਮ੍ਰਿਤਸਰ ਦੇ ਬੰਦੇ ਦੀ ਪੜ੍ਹਨ ਦਾ ਮੌਕਾ ਮਿਲਿਆ। ਉਹ ਨੇ ਡਾਕਟਰ ਦਲਜੀਤ ਸਿੰਘ ਆਈ ਸਰਜਨ ਜੀ। ਜਿੱਥੇ ਉਹ ਅੱਖਾਂ ਦੇ ਇੰਨੇ ਮਾਹਰ ਡਾਕਟਰ ਸੀਗੇ, ਮੈਂ ਸਫਲ ਮਨੁੱਖ ਦੀ ਗੱਲ ਦੱਸਦਾ। ਉਹ ਉੱਥੇ ਸਮਾਜ ਨੂੰ ਰਾਹ ਦੱਸਣ ਦੇ ਵਿੱਚ ਵੀ ਉਹ ਬਹੁਤ ਅੱਛੀ ਕਹਾਣੀ ਵੀ ਲਿਖਦੇ ਸੀ। ਔਰ ਉਹਨਾਂ ਦੀ ਮੈਂ ਇੱਕ ਕਹਾਣੀ ਪੜ੍ਹੀ, ਤੋਤਾ ਰਾਮ। ਹਾਂਜੀ। ਤੋਤਾ ਰਾਮ ਦੇ ਵਿੱਚ ਉਹ ਇਹੀ ਸਮਝਦੇ ਆ ਵੀ ਇਹ ਡਾਕਟਰ ਦਲਜੀਤ ਸਿੰਘ ਜਿਹੜਾ ਇਹ ਬਣਿਆ ਹੈ, ਇਹਦੇ ਨਾਲ ਇੱਕ ਸਹਾਇਕ ਜਿਹੜਾ ਸੀ ਉਹਦਾ ਤੋਤਾ ਰਾਮ, ਉਹਨੇ ਵੀ ਮੇਰਾ ਜਿਹੜਾ ਇਹ ਨਿਖਾਰ ਲਿਆਉਣ ਦੇ ਵਿੱਚ ਜਾਂ ਉਹਦੀ ਪੋਜ਼ਿਟਿਵਿਟੀ ਨੇ, ਉਹ ਛੋਟਾ ਮਨੁੱਖ ਛੋਟੀਆਂ ਛੋਟੀਆਂ ਹੀ ਪ੍ਰਾਪਤੀਆਂ ਵਾਲਾ ਸੀ ਤੋਤਾ ਰਾਮ। ਅਸਲ ਦੇ ਵਿੱਚ ਉਹਦਾ ਕਿਰਦਾਰ ਉਹਨਾਂ ਨੇ ਚਿਤਵਿਆ ਹੈ। ਤੋ ਉਹ ਜਿਹੜਾ ਹੈ, ਤੇ ਇਸ ਤਰ੍ਹਾਂ ਡਾਕਟਰ ਦਲਜੀਤ ਸਿੰਘ ਦੇਖੋ ਕਿੰਨੇ ਲੋਕਾਂ ਦੇ ਰੋਲ ਮਾਡਲ ਬਣੇ ਨੇ ਔਰ ਉਹਨਾਂ ਨੇ ਮਿਹਨਤ ਕੀਤੀ ਆ, ਸਮਾਜ ਦੇ ਵਿੱਚ ਉੱਘੇ ਕੰਮ ਕੀਤੇ ਨੇ ਔਰ ਸਮਾਜ ਨੂੰ ਰਾਹ ਦੱਸਿਆ। ਇਸ ਕਰਕੇ ਉਹ ਬਹੁਤ ਸਾਰੇ ਲੋਕਾਂ ਦੇ ਰਾਹ ਦਸੇਰੇ ਬਣੇ ਨੇ। ਇਵੇਂ ਬਹੁਤ ਸਾਰੇ ਸਾਡੇ ਮਿੱਤਰ ਨੇ, ਤੁਹਾਡੇ ਮਿੱਤਰ ਨੇ। ਇਵੇਂ ਅੱਖਾਂ ਵਾਲੇ ਡਾਕਟਰਾਂ ਤੋਂ ਗੱਲ ਆ ਗਈ। ਡਾਕਟਰ ਬਲਜੀਤ ਸਿੰਘ ਤੁਹਾਡੇ ਵੀ ਮਿੱਤਰ ਨੇ। ਬਹੁਤ ਅੱਛੀ ਤਰ੍ਹਾਂ ਜੀ। ਹਾਂ,
ਹਾਂ, ਔਰ ਤੁਸੀਂ ਦੇਖੋ ਕਿ ਉਹ ਵੀ ਜਦੋਂ ਆਈ ਸਰਜਨ ਬਣੇ ਨੇ, ਕਿੰਨੀ ਸੂਖਮਤਾ ਹੁੰਦੀ ਹੈ, ਔਰ ਉਹਦੇ ਵਿੱਚ ਵੀ ਉਹਨਾਂ ਨੇ ਕਿੱਦਾਂ ਸਮਾਜ ਲਈ ਉੱਤਮ ਕੰਮ ਕੀਤੇ ਨੇ। ਹੁਣ ਅਸੀਂ ਦੋਨੋਂ ਇੱਕ ਵੱਖਰੇ ਦੇਸ਼ ਵਿੱਚ ਬਹਿ ਕੇ ਉੱਥੋਂ ਹਜ਼ਾਰਾਂ ਕਿਲੋਮੀਟਰ ਦੂਰ ਬੈਠ ਕੇ ਵੀ ਡਾਕਟਰ ਬਲਜੀਤ ਸਿੰਘ ਦੀ ਜਾਂ ਡਾਕਟਰ ਦਲਜੀਤ ਸਿੰਘ ਦੀ ਗੱਲ ਕਰ ਰਹੇ ਆ, ਤੇ ਇਹਦਾ ਮਤਲਬ ਉਹ ਜਿਹੜੇ ਸਫਲ ਮਨੁੱਖ ਆ, ਉਹਨਾਂ ਨੇ ਸਮਾਜ ਨੂੰ ਕੋਈ ਰਾਹ ਦੱਸਿਆ ਹੈ ਤੇ ਅਸੀਂ ਗੱਲ ਕਰ ਰਹੇ ਹਾਂ। ਜੇ ਉਹਨਾਂ ਨਹੀਂ ਦੱਸਿਆ ਤੇ ਅਸੀਂ ਉਹਨਾਂ ਦੀ ਗੱਲ ਅੱਜ ਨਹੀਂ ਸੀ ਕਰਨੀ। ਤੋ ਇਦਾਂ ਹੀ ਜਿਹੜੇ ਉੱਤਮ ਮਨੁੱਖ ਨੇ, ਜਦੋਂ ਸਫਲ ਹੁੰਦੇ ਨੇ, ਉਹ ਸਮਾਜ ਨੂੰ ਨਵੀਆਂ ਪੈੜਾਂ ਪਾਉਂਦੇ ਨੇ, ਨਵੇਂ ਰਾਹ ਦੱਸਦੇ ਨੇ। ਜਿਵੇਂ ਡਾਕਟਰ ਦਲਜੀਤ ਸਿੰਘ ਹੋਣੀ ਵੀਰਵਾਰ ਦੇ ਵੀਰਵਾਰ ਗਰੀਬਾਂ ਦੇ ਆਪਰੇਸ਼ਨ ਕਰਦੇ ਸੀ ਫ੍ਰੀ। ਹੂੰ। ਹਰ ਵੀਰਵਾਰ ਜਿਹੜੇ ਲੋਕ ਆਪਰੇਸ਼ਨ ਕਰਦੇ ਸੀ, ਉਹਨਾਂ ਦੇ ਉਹ ਫ੍ਰੀ ਆਪਰੇਸ਼ਨ ਕਰਦੇ ਸੀ, ਜਿਹਦੀ ਉਹ ਕੋਈ ਵੀ ਨਹੀਂ। ਐਵੇਂ ਡਾਕਟਰਾਂ ਤੇ ਗੱਲ ਚੱਲੀ ਹੈ। ਫਿਰ ਤੁਸੀਂ ਦੇਖੋ ਕਿ ਆਪਣੇ ਧਰਮਵੀਰ ਗਾਂਧੀ ਹੋਣੀ ਨੇ, ਹੂੰ। ਡਾਕਟਰ ਨੇ, ਚਾਹੁੰਦੇ ਸਮਾਜ ਦੇ ਵਿੱਚ ਸਫਲ ਜਿਹੜੇ ਆ ਉਹ ਦਿਲ ਦੇ ਰੋਗਾਂ ਦੇ ਮਾਹਰ ਨੇ। ਔਰ ਮੈਨੂੰ ਇੱਕ ਵਾਰ ਉੱਥੇ ਜਾਣ ਦਾ ਮੌਕਾ ਪਟਿਆਲੇ ਮਿਲਿਆ, ਤੇ ਉਹ ਜਿਵੇਂ ਇੱਕ ਉਹ ਪੀਰਾਂ ਫਕੀਰਾਂ ਵਾਲੇ ਨਹੀਂ ਕੱਪੜਾ ਲੈ ਕੇ ਫਿਰਦੇ ਹੁੰਦੇ ਮੰਗਣ ਲਈ ਵੀਰਵਾਰ ਦੇ ਵੀਰਵਾਰ, ਹਰੇ ਹਾਂਜੀ। ਰੰਗ ਦਾ ਕੱਪੜਾ ਵੀ ਇਹਦੇ ਵਿੱਚ ਪਾ ਦਿਓ। ਇਵੇਂ ਡਾਕਟਰ ਗਾਂਧੀ ਦੇ ਨਾਲ ਦੋ ਬੰਦੇ ਜਿਹੜੇ ਆ, ਉਹਨਾਂ ਨੇ ਦੋ ਪਾਸਿਆਂ ਤੋਂ ਫੜਿਆ, ਤੇ ਡਾਕਟਰ ਗਾਂਧੀ ਨੇ ਇੱਕ ਪਾਸਿਆਂ ਤੋਂ ਫੜਿਆ ਕੱਪੜਾ ਜਿਹਾ, ਤੇ ਉਹ ਬਾਜ਼ਾਰ ਦੇ ਵਿੱਚ ਦੀ ਲੰਘ ਰਹੇ ਸੀ, ਤੇ ਲੋਕ ਕਾਫੀ ਮੋਟੀਆਂ ਮੋਟੀਆਂ ਰਕਮਾਂ ਉਸ ਦੇ ਵਿੱਚ ਸੁੱਟੀ ਜਾ ਰਹੇ ਸੀ। ਹੂੰ। ਤੇ ਉਹ ਬਾਅਦ ਦੇ ਵਿੱਚ ਮੈਂ ਆਪਣੇ ਬ੍ਰਦਰ ਨੂੰ ਪੁੱਛਿਆ ਵੀ ਮੇਰਾ ਬ੍ਰਦਰ ਉੱਥੇ ਜਿਹੜਾ ਹੈਗਾ, ਵੀ ਇਹ ਕੀ ਕਾਰਨ ਡਾਕਟਰ ਸਾਹਿਬ, ਇਹ ਕਿੱਦਾਂ ਦੇ ਪੈਸੇ ਇਕੱਠੇ ਕਰ ਰਹੇ? ਉਹ ਕਹਿੰਦੇ ਵੀ ਜ਼ਰੂਰ ਇਹਨਾਂ ਕੋਲ ਕੋਈ ਮਰੀਜ਼ ਆਇਆ ਹੋਣਾ ਹੈ, ਜਿਹਦੇ ਉੱਤੇ ਕੋਈ ਵੱਡਾ ਖਰਚਾ ਹੋਣਾ ਹੈ, ਹੂੰ। ਤੇ ਇਹਨਾਂ ਨੇ ਉਸ ਦਾ ਇਲਾਜ ਕਰਾਉਣਾ ਹੈ। ਉਹ ਉਹੀ ਪੁੱਛਿਆ ਵੀ ਉਹ ਤਿੰਨ ਬੱਚਿਆਂ ਦੀ, ਤਿੰਨੇ ਹੀ ਲੜਕੀਆਂ ਸੀ, ਉਹਨਾਂ ਦੀ ਇੱਕ ਮਜ਼ਦੂਰ ਦੀ ਗਰੀਬੜੀ ਦੀ ਵਾਈਫ ਸੀ, ਜਿਹਨੂੰ ਦਿਲ ਦਾ ਕੋਈ ਗੰਭੀਰ ਰੋਗ ਸੀ, ਤੇ ਉਹਦਾ ਉਹਨਾਂ ਨੇ ਚੰਡੀਗੜ੍ਹ ਜਾ ਕੇ ਮੋਹਾਲੀ ਜਾ ਕੇ ਆਪਰੇਸ਼ਨ ਕਰਨਾ ਸੀ ਇੱਕ ਹਸਪਤਾਲ ਦੇ ਵਿੱਚ, ਡਾਕਟਰ ਸਾਹਿਬ ਨੇ ਖੁਦ। ਤੇ ਉੱਥੇ ਜਿਹੜੇ ਉਸ ਹਸਪਤਾਲ ਥੀਏਟਰ ਦੇ ਦੀ ਜਿਹੜੇ ਫੀਸ ਉਹਨਾਂ ਦੀ, ਹਾਂਜੀ, ਜਿਹੜੀ ਹਸਪਤਾਲ ਦੀ ਉਹ ਫੀਸ ਜਿਹੜੀ ਆ ਉਹ ਸਮਾਜ ਤੇ ਇਦੋਂ ਜਦੋਂ ਕਹਿੰਦੇ ਇਹਨਾਂ ਦਾ ਕੋਈ ਇਦਾਂ ਦਾ ਪੇਸ਼ੈਂਟ ਆ ਜੇ, ਤੇ ਇਹ ਫਿਰ ਇਦਾਂ ਲੋਕਾਂ ਤੋਂ ਪੈਸੇ ਇਕੱਠੇ ਕਰਨ ਨਿਕਲ ਆਉਂਦੇ ਆ, ਤੇ ਕੋਈ ਗਿਣ ਕੇ ਕੋਈ ਰਸੀਦ ਕੋਈ ਚੀਜ਼ ਨਹੀਂ ਉਹ ਕੱਟਦੇ। ਉਹ ਜਿੰਨੇ ਪੈਸੇ ਉਹਨਾਂ ਨੂੰ ਚਾਹੀਦੇ ਹੁੰਦੇ ਉਹਨਾਂ ਨੂੰ ਹੋ ਜਾਂਦਾ ਕਿ ਇੰਨੇ ਕੁ ਪੈਸੇ ਇਕੱਠੇ ਹੋ ਗਿਆ, ਹੁਣ ਇਹਦੇ ਨਾਲ ਇਲਾਜ ਹੋ ਜਾਣਾ ਹੈ। ਸੋ ਇਹੋ ਜਿਹੇ ਵੀ ਜ਼ਿੰਦਗੀ ਦੇ ਸਫਲ ਮਨੁੱਖ ਨੇ, ਜਿਹੜੇ ਉਹ ਸਾਨੂੰ ਚਾਹੁੰਦੇ, ਤੇ ਤੁਹਾਨੂੰ ਪਤਾ ਹੀ ਹੈ ਦਿਲ ਦੇ ਰੋਗਾਂ ਚੋਂ ਕਿੰਨਾ ਪੈਸਾ ਕਮਾਇਆ ਜਾ ਸਕਦਾ, ਸਾਰਾ ਕੁਝ ਜਾ ਸਕਦਾ। ਸੋ ਇਹੋ ਜਿਹੇ ਲੋਕ ਜਦੋਂ ਸਮਾਜ ਨੂੰ ਸੇਧ ਦਿੰਦੇ ਆ, ਉਹ ਸਫਲ ਵਿਅਕਤੀ ਨੇ ਬੜੇ ਅੱਛੀ ਤਰ੍ਹਾਂ। ਇੱਕ ਤੁਹਾਡੇ ਹੋਰ ਮਿੱਤਰ ਨੇ, ਚਲੋ ਅੱਜ ਕੱਲ ਤੇ ਥੋੜਾ ਰਾਜਨੀਤੀ ਚ ਆ ਗਏ ਨੇ, ਉਹ ਬੱਚਿਆਂ ਦੇ ਡਾਕਟਰ ਨੇ, ਡਾਕਟਰ ਪਿਆਰੇ ਲਾਲ ਗਰਗ। ਜੀ 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 ਜੀ। ਉਹ ਵੀ ਤੁਸੀਂ ਦੇਖੋ ਕਿ ਉਹਨਾਂ ਨੇ ਬੱਚਿਆਂ ਲਈ ਕਿੰਨਾ ਕੰਮ ਕੀਤਾ। ਉਹ ਇੱਕ ਛੋਟੇ ਜਿਹੇ ਗੁਰਦਾਸਪੁਰ ਤੋਂ ਇੱਧਰੋਂ ਮਤਲਬ ਪੈਦਾ ਹੋ ਕੇ ਸੰਗਰੂਰ ਵੱਲੋਂ, ਤੇ ਬਹੁਤੀ ਜੌਬ ਉਹਨਾਂ ਨੇ ਅੰਮ੍ਰਿਤਸਰ ਕੀਤੀ ਬੱਚਿਆਂ ਦੀ ਵਾਰਡ 'ਚ। ਇੱਥੇ ਵੀ ਉਹ ਜਿਹੜੇ ਗਰੀਬ ਬੱਚੇ ਸੀ ਉਹਨਾਂ ਲਈ ਮੁੜ ਕੇ ਉਹ PGI ਤੋਂ ਜਾ ਕੇ ਐਡੀਸ਼ਨਲ ਡਾਇਰੈਕਟਰ ਸ਼ਾਇਦ ਰਿਟਾਇਰ ਹੋਏ ਨੇ। ਸੋ ਇਵੇਂ ਹੀ ਤੁਸੀਂ ਦੇਖੋ ਤੁਹਾਡੇ ਨਾਲ ਹੋਰ ਬਹੁਤ ਸਾਰੇ ਮਿੱਤਰ ਨੇ, ਜਿਹੜੇ ਅਸੀਂ ਸੰਘਰਸ਼ ਕਰਦੇ ਕਰਦੇ ਉੱਥੇ ਜੌਬ ਕੀਤੀ। ਹੁਣ ਓਪਰਚੁਨਿਟੀਜ਼ ਦੀ ਗੱਲ ਹੈ, ਤੁਸੀਂ ਉੱਥੇ ਬਹੁਤ ਵਧੀਆ ਸੀਗੇ, ਤੁਸੀਂ ਉੱਥੇ ਤੁਹਾਡੀ ਜੌਬ ਬਹੁਤ ਵਧੀਆ ਸੀ, ਤੁਹਾਡੇ ਲਈ ਮੌਕੇ ਸੀ ਅੱਗੇ ਪ੍ਰਮੋਸ਼ਨ ਦੇ, ਛੇਤੀ ਤੁਸੀਂ ਐਕਸ਼ਨ ਵੀ ਬਣ ਜਾਣਾ ਸੀ। ਪਰ ਤੁਹਾਡੇ ਲਈ ਇੱਕ ਮੌਕਾ ਖੁੱਲਿਆ ਉਦੋਂ, ਜਿਹੜਾ ਉਹ ਐਂਟਰਪ੍ਰੇਨਿਓਰ ਸਿਸਟਮ ਸੀਗਾ, ਕਿ ਤੁਸੀਂ ਉਹਦੇ ਵਿੱਚ ਉੱਥੋਂ ਜਿਹੜਾ ਹੈ ਉੱਥੋਂ ਛੱਡ ਕੇ ਸਾਰਾ ਕੁਝ ਇੱਥੇ ਆਣ ਕੇ ਸਟਰਗਲ ਕੀਤੀ ਆ। ਸ਼ੁਰੂਆਤੀ ਦਿਨਾਂ ਦੇ ਵਿੱਚ ਤੁਸੀਂ ਕਿੰਨੀ ਸਟਰਗਲ ਕੀਤੀ ਆ, ਸਾਰਾ ਕੁਝ ਕੀਤਾ ਹੈ। ਔਰ ਉਸ ਸਟਰਗਲ ਦੇ ਵਿੱਚੋਂ ਤੁਹਾਡਾ ਇੱਕ ਜਜ਼ਬਾ ਸੀ ਜਿਹੜਾ ਕਿ ਮੈਂ ਕੁਝ ਲੋਕਾਂ ਲਈ ਕਰਾਂ, ਆਪਣੇ ਲੋਕਾਂ ਲਈ ਕਰਾਂ। ਤੁਸੀਂ ਅੱਜ ਇੱਕ ਵਧੀਆ ਪਲੇਟਫਾਰਮ ਦਿੱਤਾ ਹੈ, ਜਿਹੜਾ ਪੰਜਾਬੀ ਬੋਲੀ ਦੀ ਜਿਹੜੀ ਸੇਵਾ ਕਰ ਰਿਹਾ ਹੈ। ਤੋ ਇਸ ਤਰ੍ਹਾਂ ਦੇ ਸੱਜਣ, ਕਈ ਵਾਰ ਅਸੀਂ ਆਪਣੇ ਆਪ ਨੂੰ ਬਹੁਤ ਸਧਾਰਨ ਸਮਝਦੇ ਹਾਂ, ਪਰ ਅਸੀਂ ਸਧਾਰਨ ਮਨੁੱਖ ਵੀ ਜਿਹੜਾ ਉਹ ਸਮਾਜ ਦੇ ਵਿੱਚ ਵੱਡਾ ਯੋਗਦਾਨ ਪਾ ਰਹੇ ਹੁੰਦੇ ਆ। ਕਈ ਵਾਰ ਬਹੁਤ ਸਫਲ ਵਿਅਕਤੀ ਆ, ਜਿਨ੍ਹਾਂ ਦੇ ਇੱਥੇ 150-150 ਟਰੱਕ ਵੀ ਨੇ, ਉਹ ਸ਼ਾਇਦ ਉਹ ਕੰਮ ਨਹੀਂ ਕਰ ਸਕਦੇ ਜਿਹੜੇ ਅਸੀਂ ਸਧਾਰਨ, ਆਪਾਂ ਆਪਣੀ ਵਧੀਆ ਸਿਰਫ ਵਧੀਆ ਡੰਗਾਂ ਦੀ ਰੋਟੀ ਖਾਣ ਵਾਲੇ, ਸਿਰ ਦੇ ਉੱਤੇ ਛੋਟਾ ਜਿਹਾ ਵਧੀਆ ਘਰ ਰੱਖਣ ਵਾਲੇ ਲੋਕ ਜਿਹੜੇ ਆ, ਇੱਕ ਜਿਹੜਾ ਬਹੁਤ ਵੱਡੇ ਮੈਂਸ਼ਨ 'ਚ ਰਹਿੰਦਾ ਹੈ, ਉਹ ਉਹਨਾਂ ਯੋਗਦਾਨ ਨਾ ਪਾ ਰਿਹਾ ਹੋਏ ਜਿੰਨਾ ਅਸੀਂ ਛੋਟੇ ਛੋਟੇ ਜਿਹੜੇ ਆ ਉਹ ਸਮਾਜ ਨੂੰ ਔਰ ਲੋਕਾਂ ਲਈ ਸੇਧ ਵੀ ਹੈਗੀ ਆ ਕਿ ਅਸੀਂ ਜਿਹੜਾ ਹੈ ਕਿੱਥੋਂ ਤੁਰੇ ਸੀ, ਕਿੱਥੇ ਪਹੁੰਚੇ। ਸੋ ਜਿੱਥੇ ਅਸੀਂ ਪਹੁੰਚੇ ਆ ਉੱਥੇ ਜ਼ਰੂਰ ਕੁਝ ਲੋਕ ਸਾਡੇ ਨੂੰ ਸਾਡਾ ਪਿੱਛਾ ਕਰਦੇ ਹੋਣਗੇ, ਸਾਡੇ ਰਾਹ ਦੀ ਪਾਲਣਾ ਕਰਦੇ ਹੋਣਗੇ ਔਰ ਇੱਥੇ ਆਉਂਦੇ ਹੋਣਗੇ। ਪਰ ਉੱਥੇ ਮੈਂ ਜੀ 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 ਕਰ ਲਓ ਗੱਲ ਪੂਰੀ। ਮੇਰੇ ਦਿਮਾਗ 'ਚ ਆ ਰਿਹਾ ਸੀ, ਸਫਲਤਾ ਕਈ ਵਾਰ ਕਹਿੰਦੇ ਸਿਰ ਨੂੰ ਚੜ੍ਹਦੀ ਆ, ਘਮੰਡ। ਮੈਂ ਸੇਮ ਸੈਂਟੈਂਸ ਸੀ ਮੇਰੇ ਕੋਲ, ਮੈਂ ਸੇਮ ਹੀ ਉਹ ਗੱਲ ਕਰਨ ਲੱਗਾ ਸੀ ਕਿ ਉਹ ਸਫਲਤਾ ਵੀ ਸਫਲਤਾ ਨਹੀਂ ਹੈਗੀ ਜਿੱਥੇ ਤੁਹਾਨੂੰ ਦੂਸਰੇ ਤੁਹਾਡੇ ਚਗਿਰਦੇ ਦੇ ਲੋਕ ਕੀੜੇ ਮਕੌੜੇ ਦਿਸਣ। ਤੁਸੀਂ ਦੇਖੋ ਮੈਂ ਤਾਂ ਕੋਈ ਸੁਪਰ ਮਨੁੱਖ ਬਣ ਗਿਆ। ਉਹ ਸਫਲਤਾ ਜਿਹੜੀ ਤੁਹਾਡੇ ਸਿਰ ਨੂੰ ਚੜੇ
ਸਿਰ ਤੱਕ ਵੀ ਚੜ ਜਾਏ ਕਿ ਤੁਸੀਂ ਆਪਣੇ ਆਪ ਨੂੰ ਸਮਝੀ ਜਾਓ ਕਿ ਮੈਂ ਕੋਈ ਫੰਨੇ ਖਾਂ ਬਣ ਗਿਆ ਏ। ਪਰ ਉਹ ਸਫਲਤਾ ਜਦੋਂ ਤੁਹਾਡੀ ਜ਼ੁਬਾਨ ਤੇ ਆਣ ਕੇ ਕੌੜੇ ਸ਼ਬਦ ਬੋਲਦੀ ਆ, ਭੱਦੇ ਸ਼ਬਦ ਬੋਲਦੀ ਆ, ਉਹ ਸਫਲਤਾ ਸਫਲਤਾ ਨਹੀਂ ਹੁੰਦੀ। ਉਹ ਫਿਰ ਮਨੁੱਖ ਜਿਹੜਾ ਇਹ ਹੰਕਾਰੀ ਮਨੁੱਖ ਹੋ ਗਿਆ ਹੁੰਦਾ ਏ, ਉਹ ਸਫਲ ਮਨੁੱਖ ਨਹੀਂ ਹੁੰਦਾ। ਤੋ ਸਫਲ ਮਨੁੱਖ ਤੇ ਹੰਕਾਰੀ ਮਨੁੱਖ ਜਿਹੜਾ ਏ, ਇਹ ਦੋ ਜ਼ਿੰਦਗੀ ਦੇ ਵੱਖਰੇ ਵੱਖਰੇ ਪਹਿਲੂ ਨੇ। ਹੰਕਾਰੀ ਮਨੁੱਖ ਨੇ ਕਦੀ ਵੀ ਸਮਾਜ ਨੂੰ ਕੱਖ ਨਹੀਂ ਦੇਣਾ ਹੁੰਦਾ। ਉਹਨੇ ਸਮਾਜ ਦੇ ਵਿੱਚ ਬੁਰਾਈਆਂ ਹੀ ਵੰਡਣੀਆਂ ਹੁੰਦੀਆਂ, ਕੌੜੇ ਸ਼ਬਦ ਵਰਤਣੇ ਹੁੰਦੇ ਆ, ਔਰ ਕਿਸੇ ਦੀ ਮਦਦ ਨਹੀਂ ਕਰਦਾ, ਕਿਸੇ ਦਾ ਰਾਹ ਦਸੇਰਾ ਨਹੀਂ ਬਣਦਾ। ਤੋ ਇਹ ਜਿਹੜੇ ਮਨੁੱਖ ਨੇ ਜਿਨ੍ਹਾਂ ਦੇ ਸਿਰ ਨੂੰ ਸਫਲਤਾ ਚੜ੍ਹਦੀ, ਉੱਥੋਂ ਤੱਕ ਤੋਂ ਬੇਸ਼ੱਕ ਰੱਖ ਲੇ, ਪਰ ਉਹ ਸਫਲਤਾ ਨੂੰ ਆਪਣੀ ਕੌੜੀ ਜ਼ਬਾਨ ਵਿੱਚ ਨਾ ਬਦਲੇ। ਇਹ ਜ਼ਰੂਰੀ ਆ ਮਨੁੱਖ ਲਈ। ਬਿਲਕੁਲ। ਔਰ ਅੱਜ ਦੀ ਗੱਲਬਾਤ ਚੋਂ ਅਸੀਂ ਇਸੇ ਨਿਰਣੇ ਤੇ ਪਹੁੰਚਦੇ ਹਾਂ ਕਿ ਸਫਲਤਾ ਪ੍ਰਾਪਤ ਕਰਨੀ ਜਿਹੜੀ ਆ ਕਿਸੇ ਹੱਦ ਤੱਕ ਮਨੁੱਖ ਦੇ ਆਪਣੇ ਹੱਥ ਹੈ। ਕੁਝ ਇੱਕ ਚੀਜ਼ਾਂ ਕਈ ਵਾਰ ਇਦਾਂ ਕਹਿੰਦੇ ਆ ਲੋਕ ਕਿ ਮਿਹਨਤ ਕਰਦੇ ਜਾਓ ਤੇ ਤੁਸੀਂ ਸਫਲ ਨਹੀਂ ਹੁੰਦੇ। ਮੇਰੇ ਇੱਕ ਕੰਟਰੈਕਟਰ ਸੀ ਜੀ ਅਜਨਾਲਾ ਤੋਂ, ਮੈਂ ਉਹਨਾਂ ਦਾ ਜ਼ਿਕਰ ਕਰਦਾ। ਉਹ ਕਹਿੰਦੇ ਆ ਵੀ ਸਾਨੂੰ ਸਿਖਾਇਆ ਜਾਂਦਾ, ਉਹ ਰਾਮਗੜੀਆ ਪਰਿਵਾਰ ਚੋਂ ਸੀ। ਤੇ ਮੈਂ ਜਦੋਂ ਸ਼ੁਰੂ 'ਚ ਆਪਣੀ ਜੌਬ ਸ਼ੁਰੂ ਕੀਤੀ, ਮੈਂ ਕੋਆਪਰੇਟਿਵ ਡਿਪਾਰਟਮੈਂਟ 'ਚ ਸ਼ੁਰੂ ਕੀਤੀ ਤੇ ਗੋਡਾਊਨ ਬਣਾਉਂਦੇ ਹੁੰਦੇ ਸੀ ਅਸੀਂ। ਤੇ ਇੱਕ 'ਚ ਕਦੀ ਤੁਹਾਡਾ ਵੀ ਸ਼ਾਇਦ ਵਾਹ ਹੋਵੇ ਕਿਉਂਕਿ ਆਪਾਂ ਇੱਕੋ ਹੀ ਖਿੱਤੇ 'ਚੋਂ ਆ। ਇੱਕ ਮਹਿੰਦਰ ਸਿੰਘ ਨਾਂ ਦੇ ਠੇਕੇਦਾਰ ਹੁੰਦੇ ਸੀ, ਉਹਦੇ ਕੋਲੋਂ ਮਿਸਤਰੀ ਦਾ ਕੰਮ ਕਰਦੇ ਹੁੰਦੇ ਸੀ, ਗੋ ਤੇ ਇੱਟਾਂ ਲਾਉਂਦੇ ਹੁੰਦੇ ਸੀ ਚੜੇ। ਤੇ ਬਾਅਦ ਵਿੱਚ ਉਹ ਇੱਕ ਬੜੇ ਵੱਡੇ ਸਫਲ ਠੇਕੇਦਾਰ ਬਣੇ। ਤੇ ਅੱਜ ਉਹਨਾਂ ਦੇ ਤੇ ਉਹਨਾਂ ਦੇ ਭਰਾ ਦੇ ਅਜਨਾਲਾ ਸਿਟੀ ਦੇ ਵਿੱਚ ਲੱਕੜ ਦਾ ਬਹੁਤ ਵੱਡਾ ਕਾਰੋਬਾਰ। ਮੇਰੇ ਖਿਆਲ ਹੋਲਸੇਲਰ ਨੇ, ਕਿੰਨੀਆਂ ਕੁ ਬਿਲਡਿੰਗਾਂ ਉਹਨਾਂ ਕੋਲ ਨੇ ਜਿਨ੍ਹਾਂ 'ਚ ਲੱਕੜ ਸੰਭਾਲੀ ਪਈ ਆ। ਤੇ ਬਹੁਤ ਸਾਰੇ ਲੋਕ ਆਪਣੇ ਘਰ-ਬਾਰ ਲਈ ਲੱਕੜ ਉਹਨਾਂ ਕੋਲ ਲੈ ਕੇ ਆਉਂਦੇ ਆ। ਉਹ ਕੋਲ ਬਹੁਤ ਜ਼ਿਆਦਾ ਮਤਲਬ ਕੰਮ ਹੈ। ਤੇ ਉਹ ਕਹਿੰਦੇ ਆ ਕਿ ਮਿਹਨਤ ਜਿਹੜੀ ਆ ਉਹ ਆਪਣੀ ਥਾਂ ਮਿਹਨਤ ਕਰਨੀ ਆ। ਤੇ ਮੇਰੇ ਗੋ ਤੇ ਮੈਂ ਘੱਟ ਮਿਹਨਤ ਨਹੀਂ ਸੀ ਕਰਦਾ। ਸਵੇਰ ਤੋਂ 8 ਵਜੇ ਤੋਂ ਲੈ ਕੇ ਸ਼ਾਮੀ 6-7 ਵੱਜ ਜਾਂਦੇ ਸੀ, ਪਸੀਨੇ ਨਾਲ ਗੱਚ ਹੋ ਜਾਂਦਾ ਸੀ, ਹੱਥ ਘਸ ਜਾਂਦੇ ਸੀ ਇੱਟਾਂ ਫੜ ਕੇ। ਉਹ ਵੀ ਮਿਹਨਤ ਸੀ। ਤੇ ਬੰਦੇ ਦੀ ਸਫਲਤਾ ਦਾ ਰਾਜ ਇਹ ਵੀ ਆ ਕਿ ਉਹ ਆਪਣਾ ਦਿਮਾਗ ਵੀ ਵਰਤੇ, ਆਪਣੀ ਸਰੀਰਕ ਸਮਰੱਥਾ ਦੇ ਨਾਲ ਆਪਣੇ ਦਿਮਾਗ ਨੂੰ ਵੀ ਵਰਤੇ। ਤੇ ਉਹ ਕਹਿੰਦੇ ਆ ਕਿ ਜਦੋਂ ਤੁਹਾਡੇ ਲਈ ਕੁਝ ਹੋਰ ਲੋਕ ਮਿਹਨਤ ਕਰਨ ਵਾਲੇ ਤੁਹਾਡੇ ਨਾਲ ਜੁੜ ਜਾਣ, ਫਿਰ ਤੁਹਾਡੇ ਲਈ ਸਫਲਤਾ ਦੇ ਦਰ ਖੁੱਲ੍ਹਦੇ ਆ। ਤੁਸੀਂ ਇਹਨੂੰ ਕਿੱਦਾਂ ਲੈਂਦੇ ਹੋ? ਬਿਲਕੁਲ ਜੀ, ਉਹਨਾਂ ਦੀ ਗੱਲ ਜਿਹੜੀ ਉਹ ਬਿਲਕੁਲ ਹੈਗੀ ਆ ਕਿ ਇਦਾਂ ਨਹੀਂ ਹੈਗਾ ਕਿ ਗਿੱਲ ਸਾਹਿਬ ਜ਼ਰੂਰੀ ਹੈਗਾ ਕਿ ਅਸੀਂ ਮਿਹਨਤ ਕਰਦੇ ਜਿਹੜੇ ਕਈ ਵਾਰ ਅਸੀਂ ਸਫਲ ਹੋਈਏ। ਫਿਰ ਅਸੀਂ ਕਈ ਵਾਰ ਇਦਾਂ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਅਸੀਂ ਮਿਹਨਤ ਕਰਦੇ ਕਰਦੇ ਸੋਚਦੇ ਹਾਂ ਕਿ ਆਪਣੇ ਬੱਚਿਆਂ ਨੂੰ ਮੈਂ ਕੋਈ ਅੱਛੀ ਐਜੂਕੇਸ਼ਨ ਦੇ ਲਾਂ, ਅੱਛੀ ਵਿੱਦਿਆ ਦੇ ਲਾਂ। ਉਹ ਜਿਹੜੇ ਸਫਲ ਹੋ ਜਾਣ, ਉਹਦੇ ਵਿੱਚ ਵੀ ਫਿਰ ਤੁਸੀਂ ਸਫਲ ਹੁੰਦੇ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਵਧੀਆ ਰੁਜ਼ਗਾਰ ਤੇ ਕਰ ਲਿਆ, ਸਾਰਾ ਕੁਝ ਕਰ ਲਿਆ, ਤੁਸੀਂ ਉਸ ਤਰ੍ਹਾਂ ਕਰ ਲਿਆ। ਸਰਦਾਰ ਮਹਿੰਦਰ ਸਿੰਘ ਉਹਨਾਂ ਬਾਰੇ ਮੈਂ ਵੀ ਜਾਣਦਾ ਹਾਂ ਕਿ ਉਹਨਾਂ ਦੇ ਬੱਚਿਆਂ ਨੇ ਜਦੋਂ ਆਣ ਕੇ ਬਿਜ਼ਨਸ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਔਰ ਨੇਕ ਨਿਸ਼ਟੀ ਨਾਲ ਉਹਨਾਂ ਨੇ ਸਾਥ ਦਿੱਤਾ, ਨੇਕ ਨਿਸ਼ਟੀ ਨਾਲ ਕਰੇ। ਫਿਰ ਉਹ ਤੁਸੀਂ ਦੇਖੋ, ਇਹ ਗੱਲ ਜ਼ਰੂਰੀ ਹੈ ਕਿ ਇੱਟਾਂ ਲਾਉਂਦੇ ਮੈਂ ਆਪ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਪਰਸਨਲ ਗੱਲ ਦੇਖੀ ਆ ਕਿ ਜਦੋਂ ਮੈਂ ਬਹੁਤ ਛੋਟਾ ਸੀ, ਮੈਂ ਆਪਣੇ ਫਾਦਰ ਸਾਹਿਬ ਨੂੰ ਲੋਕਾਂ ਦੇ ਘਰ ਬਣਾਉਂਦੇ ਦੇਖਿਆ। ਉਹ ਆਮ ਲੋਕਾਂ ਦੇ ਜਿਵੇਂ ਘਰ ਬਣਦੇ ਉਵੇਂ ਕਰਦੇ ਸੀ। ਫਿਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਮੋੜ ਆਇਆ ਜਦੋਂ ਤੁਹਾਡੇ ਲਾਗੇ ਰਮਦਾਸ ਸਮਾਧਾਂ ਦੇ ਗੁਰਦੁਆਰੇ ਦੀ ਜਿਹੜੀ ਉਸਾਰੀ ਸ਼ੁਰੂ ਕੀਤੀ। ਉਹ ਮੇਰੇ ਫਾਦਰ ਉੱਥੇ ਚਲ ਗਏ। ਉੱਥੇ ਜਾ ਕੇ ਫਿਰ ਉਹਨਾਂ ਨੇ ਕੰਮ ਸਿੱਖਿਆ ਗੁਰਦੁਆਰਿਆਂ ਦਾ, ਔਰ ਕਰਦੇ ਕਰਦੇ ਜਿਨ੍ਹਾਂ ਤੋਂ ਉਹਨਾਂ ਨੇ ਕੰਮ ਸਿੱਖਿਆ ਉਹਨਾਂ ਤੋਂ ਬਹੁਤ ਜ਼ਿਆਦਾ ਮਾਹਰ ਹੋ ਗਏ। ਉਹ ਡਾਟਾਂ ਦੇ ਗੁੰਮਤਾਂ ਦੇ ਬਹੁਤ ਮਾਹਰ ਹੋ ਗਏ। ਉਸ ਤੋਂ ਬਾਅਦ ਉਹਨਾਂ ਨੇ ਫਿਰ ਟਾਈਲਾਂ ਦੇ ਵਿੱਚ ਜਿਹੜਾ ਇਹ ਵੇਲ ਬੂਟੇ ਦਾ ਕੰਮ ਸਿੱਖਿਆ। ਫਿਰ ਟਾਈਲਾਂ ਦੇ ਵੇਲ ਬੂਟੇ ਤੋਂ ਬਾਅਦ ਉਹਨਾਂ ਨੇ ਅੰਦਰ ਮੀਨਾਕਾਰੀ ਦਾ ਕੰਮ ਜਿਹੜਾ ਉਹ ਸਿੱਖਿਆ। ਸੋ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਮਿਹਨਤ ਕਰਦੇ ਕਰਦੇ ਉਹ ਚਲੇ ਗਏ। ਆਖਰੀ ਗੁਰਦੁਆਰਾ ਜਿਹੜਾ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਣਾਇਆ ਉਹ ਛੋਟੇ ਘੁੰਮਣਾ ਦਾ ਸੀ, ਜਿੱਥੇ ਉਹ ਲਗਾਤਾਰ ਲੱਗੇ ਰਹੇ। ਔਰ ਮੇਰੇ ਫਾਦਰ ਸਾਹਿਬ ਦੀ ਕਈ ਸਾਲ ਦੀ ਜਿਹੜੀ ਬੁਕਿੰਗ ਹੁੰਦੀ ਸੀ ਗੁਰਦੁਆਰਿਆਂ ਦੀ ਕਿ ਤੁਸੀਂ ਆਹ ਕੰਮ ਮੁਕੰਮਲ ਕਰਕੇ ਹੁਣ ਸਾਡੇ ਗੁਰਦੁਆਰੇ ਆਉਣਾ ਹੈ। ਔਰ ਉਹ ਸਾਲ 2 ਸਾਲ ਦੇ ਵਿੱਚ ਉਸ ਗੁਰਦੁਆਰੇ ਦਾ ਮੀਨਾਕਾਰੀ ਦਾ ਕੰਮ ਕਰਕੇ ਬਹੁਤ ਸਾਰੇ ਗੁਰਦੁਆਰਿਆਂ ਦਾ ਉਹ ਖਾਕਾ ਲੀਕ ਦਿੰਦੇ ਸੀ। ਉਹ ਬਿਲਕੁਲ 5-7 ਜਮਾਤਾਂ ਪੜ੍ਹੇ ਸੀ, ਉਹਨਾਂ ਦਾ ਹੱਥ ਇੰਨਾ ਸਾਫ਼ ਸੀ, ਉਹ ਇੰਨੇ ਸੋਹਣੇ ਨਕਸ਼ੇ ਬਣਾ ਲੈਂਦੇ ਸੀ ਫ੍ਰੀ ਹੈਂਡ ਪੈਨਸਲਾਂ ਨਾਲ। ਔਰ ਬਹੁਤ ਸਾਰੇ ਮੈਂ ਪਿੱਛੇ ਹੰਸਪਾਲ ਜੀ ਤੁਸੀਂ ਇਹ ਗੱਲ ਕੀਤੀ ਤੇ ਮੈਂ ਇੱਕ BBC ਦੀ ਰਿਪੋਰਟ ਦੇਖ ਰਿਹਾ ਸੀ। ਕੋਈ ਰਾਮ ਸਿੰਘ ਆਰਕੀਟੈਕਟ ਹੋਏ ਅੰਮ੍ਰਿਤਸਰ ਦੇ, ਜਿਨ੍ਹਾਂ ਨੇ ਖਾਲਸਾ ਕਾਲਜ ਡਿਜ਼ਾਈਨ ਕੀਤਾ ਆ। ਤੇ ਉਹ ਕਹਿੰਦੇ ਆ ਕਿ ਇੱਕ ਵਾਰ ਮਲਕਾ ਵਿਕਟੋਰੀਆ ਨੂੰ ਕੋਈ ਬੈਸਟ ਆਰਕੀਟੈਕਟ ਚਾਹੀਦਾ ਸੀ ਇੰਗਲੈਂਡ 'ਚ ਕੁਝ ਕਰਨ ਲਈ। ਤੇ ਉਹਨਾਂ ਨੇ ਜਿਹੜਾ ਇੰਡੀਆ ਦਾ ਵਾਇਸਰਾਏ ਸੀ ਉਹਦੇ ਕੋਲੋਂ ਸਲਾਹ ਮੰਗੀ ਤੇ ਉਹਨਾਂ ਨੇ ਕਿਹਾ ਕਿ ਕੋਈ ਇਹਦਾ ਬਦਲ ਨਹੀਂ ਹੋ ਸਕਦਾ, ਰਾਮ ਸਿੰਘ। ਤੇ ਉਹ ਮਹਾਰਾਣੀ ਨੂੰ ਉਹ ਗੱਲ ਜਚੀ ਨਹੀਂ ਵੀ ਇਹ ਵਿਅਕਤੀ ਮੇਰੇ ਮੇਚ ਦਾ ਨਹੀਂ ਹੈ।
ਤੇ ਉਹਨੇ ਸਿਰਫ ਫੀਸ ਕਿੰਨੀ ਸੀ, 40 ਪਾਉਂਡ ਮੰਗੀ ਸੀ ਸਾਰੇ ਉਹ ਕੰਮ ਕਰਨ ਦੀ। ਤੇ ਉਹ ਵਿਅਕਤੀ ਕਹਿੰਦੇ ਆ ਕਿ ਬਹੁਤ ਜ਼ਿਆਦਾ ਕੋਈ ਕੁਆਲੀਫਾਈਡ ਆਰਕੀਟੈਕਟ ਵੀ ਨਹੀਂ ਸੀ, ਪਰ ਅੱਜ ਵੀ ਉਹਦੇ ਬਣਾਏ ਹੋਏ ਉਹਨੂੰ ਕੀ ਕਹਿ ਸਕਦੇ ਆ ਵੀ ਬਿਲਡਿੰਗ ਜਿਹੜੀਆਂ ਨੇ ਉਹ ਇੱਕ ਚਮਤਕਾਰੀ ਬਿਲਡਿੰਗਾਂ ਦੇ ਤੌਰ ਤੇ ਸਾਡੇ ਸਾਹਮਣੇ ਨੇ। ਤੇ ਗਿੱਲ ਸਾਹਿਬ ਉਹਨਾਂ ਦੀ ਜਿਹੜੀ ਇੱਕ ਜਿਹਦੇ ਵੱਖਰੇ ਵੱਖਰੇ ਆਰਕੀਟੈਕਟ ਸੀਗੇ, ਮੁਸਲਿਮ ਆਰਕੀਟੈਕਟ, ਹਿੰਦੂ ਆਰਕੀਟੈਕਟ, ਅਰਬੀਅਨ ਆਰਕੀਟੈਕਚਰ ਦੀਆਂ ਜਿਹੜੀਆਂ ਗੱਲਾਂ ਸੀ, ਇਹ ਜਿਹੜਾ ਸਿੱਖ ਆਰਕੀਟੈਕਚਰ ਆ ਉਹਦੀ ਬੁਨਿਆਦ ਸਰਦਾਰ ਰਾਮ ਸਿੰਘ ਉਹਨਾਂ ਨੇ ਰੱਖੀ ਸੀ। ਔਰ ਉਹਦੀ ਜਿਹੜੀ ਸਾਡੇ ਸਾਹਮਣੇ ਸਾਹਮਣੇ ਜਿਹੜੀ ਕਈ ਯੁੱਗਾਂ ਤੱਕ ਰਹਿਣੀ ਆ, ਉਹ ਮਿਸਾਲ ਖਾਲਸਾ ਕਾਲਜ ਅੰਮ੍ਰਿਤਸਰ ਆ। ਤੁਸੀਂ ਉਹਦੇ ਜਿਹੜੇ ਗੁੰਬਦ ਆ, ਤੁਸੀਂ ਜੇ ਮਸਜਿਦਾਂ ਦੇ, ਮੈਂ ਵੀ ਆਪਣੇ ਫਾਦਰ ਸਾਹਿਬ ਤੋਂ ਗੁੰਬਦਾਂ ਦੇ ਬਾਰੇ ਸਿੱਖਿਆ ਏ। ਜੇ ਤੁਸੀਂ ਮੁਸਲਿਮ ਆਰਕੀਟੈਕਟ ਦੇ ਵਿੱਚ ਵੇਖੋ, ਉਹਨਾਂ ਦੇ ਗੁੰਬਦ ਜਿਹੜੇ ਆ ਉਹਨਾਂ ਦਾ ਘੇਰਾ ਵੱਡਾ ਹੁੰਦਾ ਹੈ ਤੇ ਉੱਤੋਂ ਠਾਂ ਨੂੰ ਡਿਪਰੈਸ ਤੇ ਹੁੰਦੇ ਆ, ਡੋਮ ਜਿਹੜਾ ਉੱਤੇ ਬਣਦਾ, ਡੋਮ, ਹਾਂਜੀ ਡੋਮ ਜਿਹੜਾ ਬਣਦਾ ਹੈ। ਔਰ ਜਿਹੜੇ ਹਿੰਦੂ ਆਰਕੀਟੈਕਟ ਸੀਗੇ ਉਹਨਾਂ ਦਾ ਘੇਰਾ ਛੋਟਾ ਹੁੰਦਾ ਹੈ ਔਰ ਉਹ ਤਾਂ ਨੂੰ ਉੱਠੇ ਹੁੰਦੇ ਨੇ, ਟ੍ਰਾਇੰਗਲ ਦੀ ਤਰ੍ਹਾਂ ਹੁੰਦਾ ਉਹ ਪੂਰਾ ਉੱਪਰ, ਟ੍ਰਾਇੰਗਲ ਦੀ ਤਰ੍ਹਾਂ ਹੁੰਦੇ ਨੇ ਬਿਲਕੁਲ। ਔਰ ਉਹਨਾਂ ਨੇ ਉਹਨਾਂ ਦੋਨਾਂ ਨੂੰ ਮਿਲਾ ਕੇ, ਅਰਬ ਆਰਕੀਟੈਕਟ ਨੂੰ ਮਿਲਾ ਕੇ, ਸਰਦਾਰ ਰਾਮ ਸਿੰਘ ਉਹਨਾਂ ਨੇ ਸਿੱਖ ਆਰਕੀਟੈਕਟ ਦੇ ਜਿਹੜੇ ਆ ਉਹ ਗੁੰਬਦ ਜਿਹੜੇ ਆ ਉਹ ਫਿਰ ਬਣਾਏ। ਔਰ ਉਹ ਫਿਰ ਹੁਣ ਜਿੰਨੇ ਵੱਖਰੇ ਵੱਖਰੇ ਥਾਵਾਂ ਤੇ ਸਿੱਖ ਆਰਕੀਟੈਕਟ ਨੂੰ ਜਿਹੜੇ ਸਮਝਣ ਵਾਲੇ ਲੋਕ ਨੇ, ਉਹ ਉਹਨਾਂ ਨੇ ਉਹਨਾਂ ਦੇ ਉੱਤੋਂ ਆਸਰਾ ਲੈ ਕੇ ਅੱਗੇ ਜਿਹੜੀਆਂ, ਔਰ ਇਹਨਾਂ ਹੀ ਗੁੰਬਦਾਂ ਦੇ ਉੱਤੇ ਸਾਰਿਆਂ ਦੇ ਉੱਤੇ ਸਾਡੇ ਹੀ ਫਿਰ ਮੈਂ ਜ਼ਿਕਰ ਕਰਨ ਲੱਗਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਡਾਕਟਰ ਕਰਮਜੀਤ ਚਾਹਲ ਨੇ, ਉਹਨਾਂ ਨੇ ਇਹ ਜਿਹੜੀਆਂ ਡਾਟਾਂ ਜਿਨ੍ਹਾਂ ਨੂੰ ਆਪਾਂ ਆਰਚਸ ਕਹਿੰਦੇ ਆ, ਗੁੰਬਦ ਕਹਿੰਦੇ ਆ, ਇਹਨਾਂ ਦੇ ਉੱਤੇ PhD ਕੀਤੀ। ਸਾਡੀ ਯੂਨੀਵਰਸਿਟੀ ਦੇ ਡਾਕਟਰ ਬਹਿਲ ਸਾਹਿਬ ਨੇ ਵੀ ਬਹੁਤ ਸਾਰੇ ਸਿੱਖ ਆਰਕੀਟੈਕਟ ਦੇ ਉੱਤੇ ਫਿਰ ਉਹਨਾਂ ਤੋਂ ਅਗਵਾਈ ਲੈ ਕੇ ਕੰਮ ਕੀਤਾ ਹੈ। ਔਰ ਇਸ ਵੇਲੇ ਬਹੁਤ ਸਫਲ ਜਿਹੜੇ ਆ ਉਹ ਸਿੱਖ ਆਰਕੀਟੈਕਟ ਨੇ, ਹੋਰ ਵੀ ਹੁਣ ਤਾਂ ਬਹੁਤ ਪੈਦਾ ਹੋ ਗਏ ਨੇ। ਪਰ ਮੈਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਸਿੱਖ ਆਰਕੀਟੈਕਟ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਗੁਰੂ ਗ੍ਰੰਥ ਸਾਹਿਬ ਭਵਨ ਜਿਹੜੀ ਆ ਉਹ ਬਿਲਡਿੰਗ ਬਣਾਉਣੀ, ਜਿਹਦੇ ਵਿੱਚ ਡਾਕਟਰ ਕਰਮਜੀਤ ਚਾਹਲ ਦਾ, ਬਹਿਲ ਸਾਹਿਬ ਦਾ ਤੇ ਮੇਰਾ ਵੀ ਕੁਛ ਹਿੱਸਾ ਹੈਗਾ ਸੀ। ਤੇ ਅਸੀਂ ਸਿੱਖ ਆਰਕੀਟੈਕਟ ਦੇ ਅਨੁਸਾਰ ਜਿਹੜੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਭਵਨ ਦੇ ਉੱਤੇ ਜਿਹੜੇ ਆ ਗੁੰਬਦ ਬਣਾਉਣ ਵਿੱਚ ਸਫਲ ਹੋਏ ਆ। ਜਿਹੜੇ ਕੋਲ ਜਦ ਤੱਕ ਉਹ ਰਹੇਗਾ ਗੁਰੂ ਗ੍ਰੰਥ ਸਾਹਿਬ ਭਵਨ, ਉਹ ਉੱਥੇ ਰਹਿਣਗੇ। ਹੰਸਪਾਲ ਜੀ ਤੁਹਾਡੇ ਆਪਣੇ ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ ਸਹਿਰਜਾਰ ਰਾਂ ਦਾ ਬੇਟਾ ਵੀ ਇੱਕ ਬੈਸਟ ਆਰਕੀਟੈਕਟ ਮੰਨਿਆ ਜਾ ਰਿਹਾ ਸੀ। ਹਾਂਜੀ, ਰਾਹੁਲ, ਉਹਨੇ ਵੀ PhD, ਰਾਹੁਲ ਨੇ ਵੀ ਉੱਤੇ ਕੀਤਾ ਹੋਇਆ, ਰਾਵਲ ਸਿੰਘ ਉਹਦਾ, ਹਾਂਜੀ ਰਾਵਲ, ਹਾਂਜੀ ਰਾਵਲ, ਹਾਂਜੀ ਰਾਵਲ ਨੇ ਵੀ, ਔਰ ਬਹੁਤ ਅੱਛਾ ਆਰਕੀਟੈਕਟ ਹੈ, ਉਹ ਵੀ ਬਹੁਤ ਅੱਛਾ ਕੰਮ ਕਰ ਰਿਹਾ ਹੈ। ਇੱਕ ਕੋਈ ਵਿਜੇ ਨਾਂ ਦਾ ਆਰਕੀਟੈਕਟ ਵੀ ਸ਼ਾਇਦ ਸੀਗਾ ਤੁਹਾਡੀ ਯੂਨੀਵਰਸਿਟੀ 'ਚ, ਵੈਸੇ ਉਹ ਸਾਊਥ ਇੰਡੀਅਨ ਸੀ। ਮੈਂ ਜਦੋਂ ਆਪਾਂ ਹਾਸ਼ਮ ਸ਼ਾਹ ਸਕੂਲ ਬਣਾਇਆ ਤੇ ਉਹਨਾਂ ਕੋਲੋਂ ਸਾਰਾ ਆਰਕੀਟੈਕਟ ਦਾ ਨਕਸ਼ਾ ਬਣਵਾਇਆ ਸੀ, ਮੈਨੂੰ ਮਨਮੋਹਨ ਢਿੱਲੋਂ ਹਰਾਮ ਲਵਾਇਆ ਸੀ ਉਹਨਾਂ ਨੂੰ। ਨਹੀਂ, ਉਹਨਾਂ ਦਾ ਨਾਮ ਵਿਜੇ ਨਹੀਂ, ਹਾਂਜੀ ਸ਼ਾਇਦ ਨਾਂ ਭੁੱਲਦਾ ਹੋ ਸਕਦਾ, ਮੈਂ ਭੁੱਲਦਾ, ਮੈਨੂੰ ਵੀ ਵਿਸਰ ਗਿਆ। ਉਹ ਅੱਜ ਕੱਲ ਆਰਕੀ ਛੋਟੇ ਜਿਹੇ ਕਰਦੇ ਨੇ, ਸਾਊਥ ਇੰਡੀਅਨ ਨੇ, ਤੇ ਬਹੁਤ ਅੱਛੇ ਆਰਕੀਟੈਕਟ ਨੇ ਉਹ ਵੀ। ਔਰ ਇਸ ਵੇਲੇ ਜਿਹੜਾ ਸਾਡਾ ਆਰਕੀਟੈਕਟ ਡਿਪਾਰਟਮੈਂਟ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ, ਉਹਦਾ ਹਿੰਦੁਸਤਾਨ ਦੇ ਵਿੱਚ ਨਾਮ ਆ ਕਿ ਉੱਥੋਂ ਅੱਛੇ ਆਰਕੀਟੈਕਟ ਪੈਦਾ ਹੋ ਰਹੇ ਨੇ। ਔਰ ਇਹ ਜਿਹੜੇ ਮਨੁੱਖ ਨੇ, ਡਾਕਟਰ ਸ਼ਾਹਿਰਜ਼ਾਰ ਦਾ ਬੇਟਾ ਡਾਕਟਰ ਕਰਮਜੀਤ ਚਾਹਲ, ਬਹਿਲ ਸਾਹਿਬ, ਇਹ ਜ਼ਿੰਦਗੀ ਦੇ ਸਾਡੇ ਵਰਗੇ ਹੀ ਸਧਾਰਨ ਹਾਲਾਤਾਂ 'ਚੋਂ ਪੈਦਾ ਹੋ ਕੇ ਆਏ ਨੇ। ਔਰ ਹੰਸਪਾਲ ਜੀ, ਅਸੀਂ ਜਦੋਂ ਆਪਣੇ ਫੀਲਡ ਦੇ ਲੋਕਾਂ ਦੇ ਨਾਂ ਗਿਣਾ ਰਹੇ, ਬਹੁਤ ਨਾਂ ਹੋਣਗੇ, ਆਪਣੇ ਆਲੇ ਦੁਆਲੇ ਦੇ ਗਿਣਾ ਰਹੇ ਹਾਂ, ਤੇ ਫਿਰ ਸਰਦਾਰ ਧਰਮ ਸਿੰਘ ਦਾ ਜ਼ਿਕਰ ਵੀ ਕਰਨਾ ਜ਼ਰੂਰੀ ਬਣ ਜਾਂਦਾ। ਦੇਖੋ ਜੀ, ਉਹਨਾਂ ਤੋਂ ਸਰਦਾਰ ਧਰਮ ਸਿੰਘ ਨੇ ਵੀ ਜਿਹੜਾ ਉਹ ਆਰਕੀਟੈਕਟ ਦੇ ਵਿੱਚ ਬਹੁਤ ਅੱਛਾ ਨਾਮਨਾ ਜਿਹੜਾ ਉਹ ਖੱਟਿਆ। ਔਰ ਉਹਨਾਂ ਦੇ ਨਾਂ ਦੇ ਉੱਤੇ ਦਰਬਾਰ ਸਾਹਿਬ ਦੇ ਲਾਗੇ ਇੱਕ ਮਾਰਕੀਟ ਵੀ ਬਣੀ ਸੀ, ਧਰਮ ਸਿੰਘ ਮਾਰਕੀਟ, ਧਰਮ ਸਿੰਘ ਮਾਰਕੀਟ। ਔਰ ਉਸ ਤੋਂ ਬਾਅਦ ਜਿਹੜਾ ਆਰਕੀਟੈਕਟ ਆ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਬਹੁਤ ਸਾਰੀਆਂ ਇਮਾਰਤਾਂ ਉਹਨਾਂ ਦੇ ਪੁੱਤਰ ਸਰਦਾਰ ਮਹਿੰਦਰਜੀਤ ਸਿੰਘ ਨੇ ਜਿਹੜੀਆਂ ਉਹ ਕੀਤੀਆਂ। ਔਰ ਉਹ ਬਹੁਤ ਵੱਡੇ ਵੱਡੇ ਆਰਕੀਟੈਕਟਾਂ ਨਾਲ ਉਹਨਾਂ ਦਾ ਸੰਬੰਧ ਸੀਗਾ, ਵੱਡੇ ਵੱਡੇ ਆਰਕੀਟੈਕਟਾਂ ਨਾਲ ਉਹਨਾਂ ਨੇ ਕੰਮ ਕੀਤਾ। ਔਰ ਯੂਨੀਵਰਸਿਟੀ ਦੀਆਂ ਜਿੰਨੀਆਂ ਬਾਕੀ ਇਮਾਰਤਾਂ ਨੇ ਉਹਨਾਂ ਦੇ ਵਿੱਚ ਸਰਦਾਰ ਮਹਿੰਦਰਜੀਤ ਸਿੰਘ। ਔਰ ਵੱਡੀ ਗੱਲ ਇਹ ਜਿੰਨੇ ਵੀ ਆਰਕੀਟੈਕਟ ਵਧੀਆ ਨੇ, ਇਹਨਾਂ ਦੇ ਵਿੱਚ ਸੂਖਮਤਾ ਬਹੁਤ ਹੁੰਦੀ ਆ। ਇਹ ਸਾਰੇ ਸਾਹਿਤਕਾਰ ਵੀ ਨੇ ਨਾਲ। ਜੀ ਜੀ, ਡਾਕਟਰ ਸਰਦਾਰ ਮਹਿੰਦਰਜੀਤ ਸਿੰਘ ਹੋਣੀ ਵੀ ਸਾਹਿਤ ਦੇ ਬਹੁਤ ਪ੍ਰੇਮੀ ਨੇ, ਔਰ ਅੱਛਾ ਸਾਹਿਤ ਲਿਖਿਆ ਹੈ। ਸਾਡੇ ਡਾਕਟਰ ਜਿਹੜੇ ਬਹਿਲ ਸਾਹਿਬ ਨੇ, SS ਬਹਿਲ, ਸਰਬਜੋਤ ਸਿੰਘ ਬਹਿਲ, ਜਿੱਥੇ ਉਹ ਬਹੁਤ ਸਫਲ ਆਰਕੀਟੈਕਟ ਨੇ, ਉੱਥੇ ਬਹੁਤ ਅੱਛੇ ਸਾਹਿਤ ਦੇ ਪ੍ਰੇਮੀ ਨੇ ਔਰ ਵਧੀਆ ਸਾਹਿਤ ਲਿਖਦੇ ਨੇ। ਸੋ ਇਹ ਸੂਖਮ ਕਲਾ ਦੇ ਲੋਕ ਐਵੇਂ, ਬਿਲਕੁਲ ਬਿਲਕੁਲ, ਅਸਲ 'ਚ ਕਲਾ ਹੀ ਨੇ, ਇਹ ਵੀ ਇੱਕ ਕਲਾ ਹੈ ਜੀ, ਇਹ ਕਲਾ ਵੱਲ ਸੂਖਮ ਕਲਾ ਆ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਇਹ ਜਿਹੜੇ ਸਫਲ ਮਨੁੱਖ ਵੀ ਸਾਡੇ ਲਈ ਰੋਲ ਮਾਡਲ ਨੇ। ਕਰਮਜੀਤ ਚਾਹਲ ਵੀ ਸਧਾਰਨ ਸਕੂਲ ਤੋਂ ਪੜ੍ਹ ਕੇ ਆਏ, ਸਧਾਰਨ ਥਾਂ ਤੋਂ, ਕੋਈ DPS, ਕੋਈ ਵਧੀਆ ਜਿਹੜੇ ਉਹ ਡਕਸਾਈ ਵਰਗੇ ਸਕੂਲਾਂ ਤੋਂ ਨਹੀਂ ਪੜ੍ਹ ਕੇ ਆਏ। ਆਰਕੀਟੈਕਟ ਦੇ ਵਿੱਚ ਉਹਨਾਂ ਨੇ PhD ਕੀਤੀ। ਬਹਿਲ ਸਾਹਿਬ ਵੀ ਜਿਹੜੇ ਆ ਉਹ ਚੰਡੀਗੜ੍ਹ ਆਰਕੀਟੈਕਟ ਤੋਂ ਪੜ੍ਹ ਕੇ ਆਏ, ਆਰਕੀਟੈਕਟ ਦੇ ਤੌਰ ਤੇ ਉਹਨਾਂ ਨੇ ਨਾਮਨਾ ਖੱਟਿਆ। ਇਵੇਂ ਡਾਕਟਰ ਸੰਤੋਖ ਸਿੰਘ ਸ਼ਾਹਿਰਜ਼ਾਰ ਜਿਹੜੇ ਸੀਗੇ, ਬਹੁਤ ਮਿੱਤਰ ਪਿਆਰੇ ਸੀਗੇ ਆਪਣੇ, ਬਹੁਤ ਅੱਛੇ ਸ਼ਾਇਰ ਸੀਗੇ।
ਔਰ ਉਹਨਾਂ ਦਾ ਬੇਟੇ ਨੇ ਵੀ ਆਰਕੀਟੈਕਟ ਲਾਈਨ ਦੇ ਵਿੱਚ ਆਣ ਕੇ ਆਪਣਾ ਨਾਂ ਕਮਾ ਰਿਹਾ। ਤੋ ਇਵੇਂ ਗਿੱਲ ਸਾਹਿਬ ਤੁਸੀਂ ਜਿਵੇਂ ਅਸੀਂ ਆਏ ਆ, ਜਿੱਦਾਂ ਤੁਸੀਂ ਸਾਡੇ ਰੋਲ ਮਾਡਲ ਬਣੇ, ਤੁਹਾਡੇ ਪਿੱਛੇ ਪਿੱਛੇ ਅਸੀਂ ਆ। ਸੁਭਾਸ਼ ਜੀ ਨਹੀਂ, ਰੋਲ ਮਾਡਲ ਤੇ ਖੈਰ ਸਮਰੱਥਾ ਨਹੀਂ ਸਾਡੀ, ਪਰ ਮੈਨੂੰ ਯਾਦ ਹੈ ਤੁਹਾਡੇ ਇੱਕ ਹੇਮਕੁੰਡ ਆਰਕੀਟੈਕਟ ਵਾਲੇ ਹੁੰਦੇ ਸੀ ਜਿਨ੍ਹਾਂ ਦਾ ਕੰਮ ਕਾਫੀ ਸੀ ਯੂਨੀਵਰਸਿਟੀ 'ਚ, ਉਹਨਾਂ ਮੇਰੇ ਕੋਲ ਵੀ ਕੰਮ ਕੀਤਾ ਸੀ 1999 ਦੇ ਵਿੱਚ ਜਦੋਂ ਖਾਲਸਾ ਦਾ ਮਨਾਇਆ ਗਿਆ ਸੀਗਾ 300 ਸਾਲਾ। ਪਰ ਅੰਮ੍ਰਿਤਸਰ ਦੇ ਵਿੱਚ ਹੈਲਥ ਸਿਸਟਮ ਕਾਰਪੋਰੇਸ਼ਨ 'ਚ ਮੈਂ ਐਸਟੀਓ ਦੇ ਤੌਰ ਤੇ ਕੰਮ ਕਰਦਾ ਸੀ। 5 ਸੈਟੇਲਾਈਟ ਹਸਪੀਟਲ ਬਣਾਏ ਸੀ ਜਿਹਦੇ ਵਿੱਚ ਸਿੱਖ ਆਰਕੀਟੈਕਟ ਦਾ ਆਰਕ ਸਾਰੀਆਂ ਜਿਹੜੀਆਂ ਉਹ ਬਣੀਆਂ ਸੀ ਜੀ। ਉਹ ਮੈਨੂੰ ਉਹਨਾਂ 'ਚੋਂ 3 ਹਸਪੀਟਲ ਬਣਾਉਣ ਦਾ ਮੌਕਾ ਮਿਲਿਆ ਸੀ ਜੀ। ਅੱਛਾ, ਉਹ ਵੀ ਜਿਹੜੇ ਹੈਗੇ ਨੇ ਉਹ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਰਦਾਰ ਜੋਗਿੰਦਰ ਸਿੰਘ, ਤੇ ਉਹ ਹੀ ਸਾਡੇ ਜਿਸ ਡਿਪਾਰਟਮੈਂਟ ਚੋਂ ਮੈਂ ਰਿਟਾਇਰ ਹੋਇਆ ਉੱਥੇ ਹੀ ਉਹ ਡਰਾਫਟਮੈਨ ਹੁੰਦੇ ਸੀ ਮੇਰੇ ਖਿਆਲ, ਔਰ ਅੱਛੇ ਇਨਸਾਨ ਸੀ ਉਹ। ਔਰ ਉਹਨਾਂ ਨੇ ਹੇਮਕੁੰਟ ਬਿਲਡਰ ਬਣਾ ਕੇ ਬਹੁਤ ਅੱਛਾ ਜਿਹੜਾ ਹੈ, ਔਰ ਉਹੀ ਗੱਲ ਨਾ ਜ਼ਿੰਦਗੀ ਦੀ ਖੂਬਸੂਰਤੀ, ਉਹ ਤਰੱਕੀ ਕਰਦੇ ਕਰਦੇ ਇਸ ਵੇਲੇ ਬਹੁਤ ਵੱਡੇ ਮੁਕਾਮ ਤੇ ਪਹੁੰਚੇ ਸੀਗੇ ਜੀ ਸਰਦਾਰ ਜੋਗਿੰਦਰ ਸਿੰਘ ਤੇ ਉਹ। ਔਰ ਉਹਨਾਂ ਦੋਨਾਂ ਦੋਸਤਾਂ ਨੇ ਉਹ ਹੇਮਕੁੰਟ ਬਿਲਡਰ ਬਣਾ ਕੇ ਉਹ ਵੀ ਵੇਖਿਆ ਕਿ ਉਹ ਕੁਆਲਿਟੀ ਕੌਨਸ਼ੀਅਸ ਬਹੁਤ ਸੀਗੇ। ਮੈਨੂੰ ਵੀ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਜਿਹੜੀ ਚੀਜ਼ ਠੀਕ ਨਹੀਂ ਬਣਦੀ, ਬਜਾਏ ਉਸ ਤੇ ਅਸੀਂ JESDO ਕਹੀਏ ਠੀਕ ਨਹੀਂ ਬਣੀ, ਉਹ ਸਾਡੇ ਤੋਂ ਪਹਿਲਾਂ ਉਹਨਾਂ ਨੇ ਤੋੜੀ ਹੁੰਦੀ ਸੀ। ਬਿਲਕੁਲ ਬਿਲਕੁਲ। ਆਹ ਕੰਮ ਨਹੀਂ ਠੀਕ ਹੋਇਆ ਤੇ ਉਹ ਜਿਹੜੀ ਆ ਉਹਨੂੰ ਉਹ ਤੋੜ ਦਿੰਦੇ ਸੀ ਸਾਡੇ ਸਵੇਰੇ ਪਹੁੰਚਣ ਤੋਂ ਪਹਿਲਾਂ ਪਹਿਲਾਂ, ਵੀ ਨਹੀਂ ਜੇ JE ਸਾਹਿਬ, ਜਾਂ ਉਹ ਇੰਨਾ ਸਤਿਕਾਰ ਕਰਦੇ ਸੀ, ਹਮੇਸ਼ਾ ਹੀ ਸਾਫ਼ ਸ਼ਬਦ ਨਾਲ ਬੋਲਦੇ ਸੀਗੇ। ਤੋ ਇਸ ਕਰਕੇ ਉਹ ਜ਼ਿੰਦਗੀ ਦੇ ਅੱਛੇ ਰਾਹ ਦਸੇਰੇ ਨੇ। ਉਹਨਾਂ ਲੋਕਾਂ ਤੋਂ ਵੀ ਸਾਨੂੰ ਜੀਵਨ ਜਾਚ ਜਿਹੜੀ ਆ ਉਹ ਸਿੱਖਣ ਦੀ ਲੋੜ ਆ। ਇਹ ਲੋਕ ਹੀ ਜਿਹੜੇ ਆ ਸਮਾਜ ਨੂੰ ਸਹੀ ਰਾਹ ਪਰਤਾਉਂਦੇ ਆ, ਇਹੀ ਲੋਕ ਨੇ। ਅੱਜ ਵੇਖੋ ਇਹਨਾਂ ਬਹਾਨੇ ਨਾਲ ਅਸੀਂ ਕਿੰਨੇ ਦੋ ਵੱਡੇ ਲੋਕਾਂ ਨੂੰ, ਚੰਗੇ ਲੋਕਾਂ ਨੂੰ ਯਾਦ ਕੀਤਾ ਜੀ ਅੱਜ ਦੀ ਅਸਫਲਤਾਵਾਂ ਦੀ ਗੱਲ ਤੋਂ। ਸਫਲਤਾ ਦੇ ਵਿੱਚ ਵੀ ਉਹ ਲੋਕ ਨਿਮਰ ਰਹਿੰਦੇ ਨੇ, ਸਮਾਜ ਲਈ ਕੁਝ ਵਧੀਆ ਕਰ ਜਾਂਦੇ ਨੇ, ਔਰ ਲੋਕਾਂ ਲਈ ਰਾਹ ਦਸੇਰੇ ਬਣਦੇ ਨੇ। ਫਿਰ ਲੋਕਾਂ ਲਈ ਉਹ ਐਗਜ਼ਾਮਪਲ ਬਣਦੇ, ਲੋਕ ਉਹਨਾਂ ਦੀਆਂ ਰਾਹਾਂ ਤੇ ਚੱਲ ਕੇ ਜ਼ਿੰਦਗੀ ਵਿੱਚ ਤਰੱਕੀਆਂ ਪ੍ਰਾਪਤ ਕਰਦੇ ਨੇ। ਬਹੁਤ ਬਹੁਤ ਸ਼ੁਕਰੀਆ ਹੰਸਪਾਲ ਜੀ, ਬਹੁਤ ਚੰਗਾ ਲੱਗਿਆ ਅੱਜ ਦੀ ਗੱਲਬਾਤ ਚੋਂ। ਨਿੱਕੀਆਂ ਨਿੱਕੀਆਂ ਗੱਲਾਂ ਚੋਂ ਆਪਾਂ ਕਈ ਕੁਝ ਸਿੱਖਦੇ ਹਾਂ, ਔਰ ਸਾਡੇ ਦਰਸ਼ਕਾਂ ਨੂੰ ਵੀ ਇਹ ਸਾਡੀਆਂ ਗੱਲਾਂ ਰੌਚਕ ਲੱਗੀਆਂ ਹੋਣਗੀਆਂ। ਹੋ ਸਕਦਾ ਕਿਸੇ ਦੇ ਕੰਮ ਵੀ ਇਹ ਗੱਲ ਆ ਸਕਦੀ ਹੋਵੇ ਕਿ ਜ਼ਿੰਦਗੀ ਦੇ ਵਿੱਚ ਸਹੀ ਰਸਤੇ ਤੇ ਚੱਲਣ ਲਈ ਇਕੱਲੀ ਸਫਲਤਾ ਪੈਸਾ ਕਮਾਉਣ ਨੂੰ ਨਹੀਂ ਕਹਿੰਦੇ। ਕੁਝ ਜਿਹੜੇ ਤੁਹਾਡੇ ਬਣ ਜਾਂਦੇ, ਤੁਹਾਡੇ ਬਿੰਬ ਬਣ ਜਾਂਦੇ ਆ, ਉਹ ਵੀ ਤੁਹਾਡੀ ਸਫਲਤਾ ਹੁੰਦੀ ਹੈ। ਜਿਨ੍ਹਾਂ ਲੋਕਾਂ ਦਾ ਅਸੀਂ ਜ਼ਿਕਰ ਕੀਤਾ ਉਹਨਾਂ ਨੇ ਸ਼ਾਇਦ ਸਾਨੂੰ ਕਦੀ ਜ਼ਿੰਦਗੀ 'ਚ ਕੁਝ ਦਿੱਤਾ ਵੀ ਨਾ ਹੋਵੇ, ਪਰ ਬਹੁਤ ਕੁਝ ਦਿੱਤਾ। ਬਹੁਤ ਸ਼ੁਕਰੀਆ ਤੁਹਾਡਾ ਜੀ, ਬਹੁਤ ਸ਼ੁਕਰੀਆ। ਇੱਕ ਬੇਨਤੀ ਆ ਟੀਵੀ ਪੰਜਾਬੀ ਦੁਨੀਆ ਦੇ ਦਰਸ਼ਕਾਂ ਨੂੰ ਕਿ ਇਹ ਟੀਵੀ ਤੁਹਾਡਾ ਆਪਣਾ ਟੀਵੀ ਆ। ਇਹਦੇ ਵਿੱਚ ਕੋਈ ਕਮਾਈ ਕਰਨ ਦਾ ਮਕਸਦ ਹੈ ਨਹੀਂਗਾ, ਕੋਈ ਇਸ ਤਰ੍ਹਾਂ ਦੀਆਂ ਭਾਵਨਾਵਾਂ ਹੈ ਨਹੀਂ। ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲਾ ਟੀਵੀ ਆ। ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਔਰ ਵੱਧ ਤੋਂ ਵੱਧ ਆਨਲਾਈਨ ਹੋ ਕੇ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਿਆ ਕਰੋ। ਸੋ ਬਹੁਤ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ, ਸ਼ੁਕਰੀਆ। ਥੈਂਕ ਯੂ ਜੀ।